ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਇੱਕ ਵਾਰ ਫੇਰ ਸਾਡੇ ਨਾਲ ਅੱਜ ਸਾਰੀ ਪਾਰਟੀਆਂ ਦੇ ਰਿਪਰੈਜ਼ੈਂਟੇਟਿਵਸ ਮੌਜੂਦ ਨੇ। ਅੱਜ ਗੱਲ ਕਰ ਲਈਏ ਕਿ ਪੋਲਿਟਿਕਸ ਜੋ ਕਿ ਇੱਕ ਆਈਡੀਓਲੋਜੀ ਦਾ ਬੈਟਲ ਹੋਣਾ ਚਾਹੀਦਾ ਹੈ, ਅੱਜ ਕੱਲ ਉਹ ਆਈਡੀਓਲੋਜੀਕਲ ਬੈਟਲ ਕਿਵੇਂ ਰਹਿ ਜਾਏਗਾ ਜਦੋਂ ਉਹੀ ਬੰਦੇ ਪਾਰਟੀਆਂ ਚੇਂਜ ਕਰਦੇ ਜਾ ਰਹੇ ਨੇ। ਸੋ ਕੀ ਹੁਣ ਸਿਰਫ ਇਲੈਕਸ਼ਨ ਜਿੱਤਣਾ, ਪਾਵਰ ਚ ਆਉਣ ਦੀ ਗੇਮ ਰਹਿ ਗਈ ਹੈ ਸਾਰੀ? ਇਸ ਬਾਰੇ ਚਰਚਾ ਕਰਾਂਗੇ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਇਸ ਵਾਰ 5 ਕਾਰਨਰਡ ਕੰਟੈਸਟ ਅਸੀਂ ਕਹਿ ਰਹੇ ਹਾਂ ਜੇ ਆਪਾਂ ਮੇਜਰ ਪਾਰਟੀਆਂ ਲਈਏ, ਲੇਕਿਨ ਸਾਰੀਆਂ ਚ ਇਹੋ ਜਿਹੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਹੋਰ ਪਾਰਟੀ ਤੋਂ ਆਏ ਨੇ। ਇਸ ਵਾਰ ਤਾਂ ਇਹੋ ਜਿਹੇ ਵੀ ਐਗਜ਼ਾਮਪਲਸ ਨੇ ਕਿ ਪਾਰਟੀ ਛੱਡਣ ਤੋਂ ਕੁਝ ਦਿਨ ਬਾਅਦ ਹੀ ਕੁਝ ਲੋਕ ਆਪਣੀ ਪੇਰੈਂਟ ਪਾਰਟੀ ਚ ਵਾਪਸ ਆ ਗਏ ਨੇ, ਜਾਂ ਪਿਛਲੀ ਵਾਰ ਦੀ ਇਲੈਕਸ਼ਨ ਹਾਰਨ ਤੋਂ ਬਾਅਦ ਵਾਪਸ ਆ ਗਏ ਨੇ, ਜਾਂ ਇੱਕ ਨਵੀਂ ਜੇ ਪਾਰਟੀ ਕੋਈ ਬਣੀ ਹੈ ਉਹਦੇ ਵੱਲ ਆ ਗਏ ਨੇ। ਸੋ ਇਹੋ ਜਿਹਾ ਬਹੁਤ ਕੁਝ ਚੱਲ ਰਿਹਾ ਹੈ। ਸੋ ਅੱਜ ਇਹਨਾਂ ਨਾਲ ਇਹ ਗੱਲਬਾਤ ਕਰ ਲਈ ਕਿ ਇਹਦੇ ਪਿੱਛੇ ਕੀ ਜਸਟੀਫਿਕੇਸ਼ਨ ਇਹ ਸਾਨੂੰ ਦੇ ਪਾਣਗੇ। ਕੀ ਸਿਰਫ ਇਹੀ ਗੱਲ ਰਹਿ ਗਈ ਕਿ ਜੇ ਇੱਕ ਪਾਰਟੀ ਤੋਂ ਟਿਕਟ ਨਾ ਮਿਲੀ ਤਾਂ ਦੂਜੀ ਚਲੀ ਜਾਈਏ? ਇਹਦੇ ਨਾਲ ਇਹ ਮੁੱਦਾ ਇਸ ਲਈ ਸਾਨੂੰ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੋਈ ਕਲੀਅਰ ਪਲਾਨ ਜਿਹੜਾ ਤੁਸੀਂ ਆਪਣੇ ਹਲਕੇ ਦੀ ਡਿਵੈਲਪਮੈਂਟ ਲਈ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਕੋਲ ਹੈ ਹੀ ਨਹੀਂ ਹੈ। ਤੁਸੀਂ ਸਿਰਫ ਪਾਵਰ ਦੇ ਭੁੱਖੇ ਹੋ, ਜਾਂ ਮੈਂ ਗਲਤ ਹਾਂ, ਇਹਨਾਂ ਦਾ ਕੁਝ ਹੋਰ ਓਪੀਨੀਅਨ ਹੈ, ਉਹਦੀ ਗੱਲ ਕਰਾਂਗੇ। ਇੰਟਰੋਡਿਊਸ ਕਰਾਂ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਗੈਸਟ ਨਾਲ ਮੈਂ ਇੱਕ ਥੋੜੇ ਜਿਹੇ ਅੰਕੜੇ ਤੁਹਾਡੇ ਸਭ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਜਿਹਦੇ ਨਾਲ ਕਲੈਰਿਟੀ ਆਉਂਦੀ ਹੈ। ਕਿਉਂਕਿ ਅੱਜ ਕੱਲ ਤੁਸੀਂ ਬਹੁਤ ਕੁਝ ਨਿਊਜ਼ ਸੁਣਦੇ ਹੋ ਕਿ ਕੈਂਡੀਡੇਟਸ ਦੀ ਅਨਾਉਂਸਮੈਂਟ ਹੁੰਦੀ ਹੈ ਤਾਂ ਪਾਰਟੀਆਂ ਕਹਿੰਦੀਆਂ ਅਸੀਂ ਵਿਨੇਬਿਲਿਟੀ ਦੇਖ ਰਹੇ ਹਾਂ। ਇੱਕ ਪਾਰਟੀ ਕਹਿੰਦੀ ਹੈ ਜੀ ਅਸੀਂ ਵਿਨੇਬਿਲਿਟੀ ਨਹੀਂ, ਅਸੀਂ ਤਾਂ ਅੱਛੇ ਸਾਫ਼ ਸੁਥਰੇ ਕੈਰੈਕਟਰ ਵਾਲੇ ਲੈ ਕੇ ਆਣੇ ਨੇ। ਇਹੋ ਜਿਹੀ ਬਹੁਤ ਚੀਜ਼ਾਂ। ਲੇਕਿਨ ਆંકੜੇ ਇਹ ਕਹਿੰਦੇ ਆ ਕਿ ਪੰਜਾਬ ਵਿੱਚ ਜਿਹੜੀ ਰੀਨੋਮੀਨੇਸ਼ਨ ਹੈ ਉਹ ਦੇਸ਼ ਦੇ ਅਸੀਂ ਜੇ ਦੇਖੀਏ ਬਾਕੀ ਸਟੇਟ ਵਿੱਚ ਤਾਂ ਪੰਜਾਬ ਵਿੱਚ ਬਹੁਤ ਹਾਈ ਹੈ। ਰੀਨੋਮੀਨੇਸ਼ਨ ਮਤਲਬ ਜੋ ਪਹਿਲਾਂ ਇਲੈਕਸ਼ਨ ਜਿੱਤਿਆ ਹੋਇਆ ਉਹਦਾ ਦੁਬਾਰਾ ਜਿੱਤਣ ਦਾ ਚਾਂਸ, ਜਾਂ ਉਹਦਾ ਉਸੇ ਟਿਕਟ ਤੋਂ ਦੁਬਾਰਾ ਨੋਮੀਨੇਟ ਹੋਣਾ। ਰੀਨੋਮੀਨੇਸ਼ਨ ਪੰਜਾਬ ਵਿੱਚ ਜੇ ਮੈਂ ਪਰਸੈਂਟੇਜ ਦੇਖਾਂ ਤਾਂ 70% ਹੈ, ਜੋ ਦੇਸ਼ ਵਿੱਚ ਬਹੁਤ ਹਾਈ ਹੈ। ਤੇ ਰੀਨੋਮੀਨੇਟ ਹੋਣ ਵਾਲੇ ਜਿੱਤੇ ਕਿੰਨੇ ਨੇ ਉਹਦੀ ਜੇ ਗੱਲ ਕਰਾਂ ਤਾਂ 2012 ਦੀ ਇਲੈਕਸ਼ਨ ਵਿੱਚ 57% ਇਹੋ ਜਿਹੇ ਕੈਂਡੀਡੇਟ ਜਿੱਤੇ ਸੀਗੇ ਜੋ ਦੁਬਾਰਾ ਨੋਮੀਨੇਟ ਕੀਤੇ ਗਏ ਸੀ ਪਾਰਟੀਆਂ ਵੱਲੋਂ। 2017 ਚ ਵੈਸੇ ਉਹ ਪਰਸੈਂਟੇਜ ਘਟਿਆ ਤੇ 44% ਤੇ ਆ ਗਿਆ। ਹੁਣ ਬੜੀ ਇੰਪੋਰਟੈਂਟ ਗੱਲ ਜੋ ਅੱਜ ਦਾ ਮੁੱਦਾ ਹੈ, ਟਰਨ ਕੋਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਵੱਲ ਜਾਂਦੇ ਆ। ਤੁਹਾਨੂੰ ਦੱਸ ਦਵਾਂ ਕਿ ਟਰਨ ਕੋਟਸ ਦੀ ਜਿੱਤਣ ਦੀ ਪਰਸੈਂਟੇਜ 20% ਤੋਂ ਵੀ ਘੱਟ ਹੈ। ਸੋ ਪਾਰਟੀ ਛੱਡ ਕੇ, ਪਾਰਟੀ ਬਦਲ ਕੇ ਜਿਨ੍ਹਾਂ ਦੀ ਜਿੱਤਣ ਦੀ ਉਮੀਦ ਹੈ ਉਹ ਪੰਜਾਬ ਵਿੱਚ ਜੇ ਸਿਰਫ ਹਿਸਟਰੀ ਤੇ ਰਿਲਾਈ ਕਰੀਏ, ਅੰਕੜਿਆਂ ਤੇ ਜਾਈਏ ਤਾਂ ਉਹ ਸਿਰਫ 20% ਹੈ, ਬਲਕਿ ਉਸ ਤੋਂ ਵੀ ਘੱਟ ਹੈ। ਇੱਕ ਹੋਰ ਇੰਟਰਸਟਿੰਗ ਫੈਕਟਰ ਜੇ ਆਪਾਂ ਗੱਲ ਕਰ ਲਈਏ ਕਿ ਪਹਿਲੀ ਵਾਰ ਚੋਣ ਲੜਨ ਵਾਲੇ ਪੰਜਾਬ ਸਟੇਟ ਅਸੈਂਬਲੀ ਲਈ ਕਿੰਨੀ ਵਾਰ ਜਿੱਤੇ ਨੇ, ਸੈਕਿੰਡ ਤੇ ਥਰਡ ਟਾਈਮ ਵਾਲੇ ਕਿੰਨੇ ਜਿੱਤੇ ਨੇ। ਪਿਛਲੀ ਵਾਰ ਇਹ ਪਰਸੈਂਟੇਜ ਬਹੁਤ ਹਾਈ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜੋ ਸੈਕਿੰਡ ਲਾਰਜੈਸਟ ਪਾਰਟੀ ਬਣੀ ਉਹਦੀ ਪਹਿਲੀ ਇਲੈਕਸ਼ਨ ਸੀਗੀ। ਲੇਕਿਨ ਪਿਛਲੀ ਵਾਰ ਫਰਸਟ ਟਾਈਮ ਇਲੈਕਸ਼ਨ ਲੜਨ ਵਾਲੇ 60% ਤੋਂ ਵੀ ਵੱਧ ਸੀਟਾਂ ਤੋਂ ਜਿੱਤੇ ਸੀਗੇ, ਜਦਕਿ 2012 ਵਿੱਚ ਉਹ ਪਰਸੈਂਟੇਜ 55% ਤੇ ਸੀਗੀ। ਤੇ ਜੇ ਇਹ ਦੱਸਣ ਤੋਂ ਬਾਅਦ ਕਿ 60% ਤੋਂ ਵੱਧ ਫਰਸਟ ਟਾਈਮਰ ਜਿੱਤੇ ਸੀਗੇ, ਸੈਕਿੰਡ ਟਾਈਮਰ ਦੀ ਗੱਲ ਕਰੀਏ ਤਾਂ ਉਹ ਪਰਸੈਂਟੇਜ ਬਹੁਤ ਘੱਟ ਹੈ, ਸਿਰਫ 19%, ਤੇ ਥਰਡ ਟਾਈਮਰ ਦੀ ਉਸ ਤੋਂ ਵੀ ਘੱਟ 13%। ਇਹ ਬੈਕਗ੍ਰਾਉਂਡ ਦੇਣਾ ਬੜਾ ਜ਼ਰੂਰੀ ਸੀਗਾ ਕਿ ਕਿਉਂਕਿ ਜੇ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਸਿਰਫ ਪਾਵਰ ਚਾਉਣ ਲਈ, ਜਿੱਤਣ ਲਈ ਇਹ ਪਾਰਟੀਆਂ ਜਾਂ ਕੈਂਡੀਡੇਟਸ ਪਾਰਟੀਆਂ ਬਦਲਦੇ ਨੇ ਤਾਂ ਕੀ ਉਹਦਾ ਫਾਇਦਾ ਵੀ ਹੋ ਰਿਹਾ? ਅੰਕੜੇ ਕੁਝ ਹੋਰ ਕਹਿੰਦੇ ਨੇ। ਖੈਰ, ਤੁਹਾਨੂੰ ਦੱਸ ਦਵਾਂ ਕਿ ਅੱਜ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਸਹਿਜਪਾਲ ਬਰਾੜ ਜੀ, ਬੀਜੇਪੀ ਤੋਂ ਸੁਰਿੰਦਰ ਕਮਲ ਜੀ ਨੇ, ਆਮ ਆਦਮੀ ਪਾਰਟੀ ਤੋਂ ਵਿਕਰਮਜੀਤ ਪੱਸੀ, ਸ਼੍ਰੋਮਣੀ ਅਕਾਲੀ ਦਲ ਤੋਂ KS ਮਠਾਰੂ ਜੀ ਤੇ ਸਾਂਝਾ ਸਮਾਜ ਮੋਰਚਾ ਤੋਂ ਮੁਕੇਸ਼ ਚੰਦਰ ਸ਼ਰਮਾ ਜੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਗੈਸਟ ਦਾ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਤੇ ਇਹ ਮੈਨੂੰ ਲੱਗਦਾ ਹੈ ਜਿਹੜਾ ਹੁਣ ਬੈਕਗ੍ਰਾਉਂਡ ਹੈ ਸ਼ਾਇਦ ਤੁਹਾਡੇ ਵੀ ਕੰਮ ਆਏਗਾ, ਮੇਰੇ ਸਵਾਲਾਂ ਦੇ ਤੁਸੀਂ ਜਵਾਬ ਦੇ ਪਾਓਗੇ। ਮੈਂ ਪਹਿਲਾਂ ਸ਼ੁਰੂ ਕਰਨਾ ਚਾਹੁੰਦਾ ਬੀਜੇਪੀ ਤੋਂ। ਉਹ ਇਸ ਕਰਕੇ ਕਿ ਬੀਜੇਪੀ ਪਹਿਲੀ ਵਾਰ ਪੰਜਾਬ 'ਚ ਐਜ਼ ਅ ਪੇਰੈਂਟ ਪਾਰਟੀ ਫਾਈਟ ਕਰੇਗੀ। ਇਸ ਤੋਂ ਪਹਿਲਾਂ ਉਹ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਜੇ ਸੀਟਸ ਦਾ ਕੰਪੈਰੀਜ਼ਨ ਦੇਖੀਏ ਤਾਂ ਆਬਵੀਅਸਲੀ ਸ਼੍ਰੋਮਣੀ ਅਕਾਲੀ ਦਲ ਪੇਰੈਂਟ ਪਾਰਟੀ ਰਹੀ ਹੈ। ਤੇ ਬੀਜੇਪੀ ਨੇ ਇਸ ਵਾਰ ਜੇ ਤੁਸੀਂ ਦੇਖੋਗੇ ਜਿੰਨੇ ਕੈਂਡੀਡੇਟ ਇਸ ਵਾਰ ਹਜੇ ਅਨਾਉਂਸ ਕੀਤੇ ਨੇ ਉਹਦੇ ਚੋਂ 25% ਦੇ ਨੇੜੇ ਤੇੜੇ, ਯਾਨੀ ਕਿ 1/4 ਕੈਂਡੀਡੇਟਸ ਜੇ ਤੁਸੀਂ ਦੇਖੋਗੇ ਦੂਜੀ ਪਾਰਟੀਆਂ ਦੇ ਨੇ। ਮੈਡਮ ਸੁਰਿੰਦਰ ਕਮਲ ਸਾਡੇ ਨਾਲ ਨੇ ਬੀਜੇਪੀ ਤੋਂ। ਬੀਜੇਪੀ ਗੱਲ ਕਰਦੀ ਸੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਪੰਜਾਬ ਦੀ ਪ੍ਰੋਬਲਮਸ ਖਤਮ ਕਰਨਾ ਚਾਹੁੰਦੇ ਆ, ਪਰ ਕੈਂਡੀਡੇਟ ਤਾਂ ਤੁਹਾਡੇ 1/4 ਉਹੀ ਨੇ ਜਿਹੜੀ ਬਾਕੀ ਰਿਵਾਇਤੀ ਪਾਰਟੀਆਂ ਦੇ ਹੀ ਰਹੇ ਨੇ। ਫਿਰ ਇਹ ਕਿਵੇਂ ਹੋਏਗਾ? ਦੇਖੋ, ਜੇਕਰ ਆਪਾਂ ਪੰਜਾਬ ਦੇ ਸੂਬੇ ਦੀ ਗੱਲ ਕਰਦੇ ਹਾਂ, ਕਿਉਂਕਿ 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਤੇ ਆਪਾਂ ਗੱਲ ਪੰਜਾਬ ਦੇ ਸੂਬੇ ਤੋਂ ਹੀ ਸ਼ੁਰੂ ਕਰਦੇ ਹਾਂ ਤਾਂ ਜਦੋਂ ਭਾਜਪਾ ਅਕਾਲੀ ਦੇ ਨਾਲ ਗੱਠਜੋੜ ਸੀਗਾ, ਬੇਸ਼ੱਕ ਭਾਜਪਾ ਸੈਂਟਰ ਦੇ ਵਿੱਚ ਇੱਕ ਵੱਡੀ ਧਿਰ ਸੀਗੀ,
ਲੇਕਿਨ ਉਹਨਾਂ ਨੇ ਇੱਕ ਚੀਜ਼ ਨੂੰ ਹੀ ਦੇਖਿਆ ਕਿ ਜੇਕਰ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ, ਉੱਥੋਂ ਦੇ ਧਾਰਮਿਕ ਏਜੰਡੇ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ, ਤੇ ਉਹਨਾਂ ਨੇ ਇੱਕ ਖੇਤਰੀ ਪਾਰਟੀ ਅਕਾਲੀ ਦਲ ਦੇ ਨਾਲ ਜਿਹੜਾ ਸੀਗਾ ਗੱਠਜੋੜ ਕਰਕੇ ਚੱਲਣਾ, ਉਹਨਾਂ ਦੀ ਪਿੱਠ ਤੇ ਖਲੋ ਕੇ ਕੰਮ ਕਰਨਾ ਜ਼ਿਆਦਾ ਬੈਟਰ ਸਮਝਿਆ। ਕਿਉਂਕਿ ਦੇਸ਼ ਦੇ ਵਿੱਚ ਜਦੋਂ ਕੋਈ ਵੀ ਵੱਡੀ ਧਿਰ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੰਮ ਕਰਦੀ ਆ ਤਾਂ ਉੱਥੋਂ ਦੀ ਜਿਹੜੀ ਏਕਤਾ ਤੇ ਅਖੰਡਤਾ ਨੂੰ ਮੱਦੇਨਜ਼ਰ ਰੱਖ ਕੇ ਚੱਲਦੀ ਆ। ਜੇਕਰ ਅਸੀਂ ਗੱਲ ਕਰਦੇ ਹਾਂ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਜੇਕਰ ਗੱਲ ਹੈ ਤਾਂ ਇਹ ਕੋਈ ਗੱਠਜੋੜ ਨਹੀਂ ਹੁੰਦਾ। ਇੱਕ ਸੈਂਟਰ ਦੇ ਵਿੱਚ ਵੱਡੀ ਧਿਰ ਹੋਵੇ ਤੇ ਅਕਾਲੀਆਂ ਦੇ ਨਾਲ ਰਾਜ ਦੇ ਵਿੱਚ ਉਹ 23 ਸੀਟਾਂ ਦੇ ਉੱਤੇ ਜਾਂ 24 ਸੀਟਾਂ ਦੇ ਉੱਤੇ ਲੜੇ ਤਾਂ ਇਹ ਕੋਈ ਪ੍ਰਪੋਰਸ਼ਨ ਨਹੀਂ ਹੈਗਾ, ਹੈ ਨਾ, ਕਿ ਜੇਕਰ ਅਸੀਂ ਕਹੀਏ ਕਿ ਸੈਂਟਰ ਦੀ ਧਿਰ ਤੇ ਖੇਤਰ ਦੀ ਧਿਰ, ਸਿਰਫ ਉਸ ਚੀਜ਼ ਦੇ ਲਈ ਕਿ ਦੇਸ਼ ਦੇ ਵਿੱਚ ਇਸ ਪੰਜਾਬ ਰਾਜ ਦਾ ਜਿਹੜੀ ਏਕਤਾ ਤੇ ਅਖੰਡਤਾ ਵਾ। ਕਿਉਂਕਿ ਪੰਜਾਬ ਇੱਕ ਸਿੱਖ ਰਾਜ ਆ। ਗੱਲ ਚੱਲ ਰਹੀ ਸੀਗੀ ਕਿ ਤੁਸੀਂ ਕਹਿ ਰਹੇ ਸੀ ਕਿ ਉਹੀ ਲੋਕ ਆ ਰਹੇ ਨੇ ਇੱਥੇ। ਹੁਣ ਜਦੋਂ ਦਲ ਬਦਲੂਆਂ ਦੀ ਗੱਲ ਇੱਥੇ ਨਹੀਂ ਆ, ਇੱਥੇ ਜਦੋਂ ਵੀ ਕੋਈ ਕੰਮ ਚੱਲਦਾ ਵਾ ਪਾਰਟੀ ਦੇ ਏਜੰਡੇ ਦੇ ਆਧਾਰ ਤੇ ਹੀ ਪਾਰਟੀ ਵਰਕ ਕਰਦੀ ਆ। ਬੰਦਾ ਉਹਦੇ ਵਿੱਚ ਕੋਈ ਵੀ ਆਵੇ ਤਾਂ ਉਹ ਪਾਰਟੀ ਦੀਆਂ ਨੀਤੀਆਂ ਦੇ ਹਿਸਾਬ ਦੇ ਨਾਲ ਕੰਮ ਹੋਊਗਾ। ਤਾਂ ਉਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰੀ ਪਾਰਟੀ ਦੇ ਲੋਕ ਆਏ ਨੇ, ਹੁਣ ਜਦੋਂ ਆਪਾਂ ਵੋਟਾਂ ਦੀ ਗੱਲ ਕਰਦੇ ਹਾਂ ਤਾਂ ਵੋਟਾਂ ਦੇ ਵਿੱਚ ਬੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਵਾ। ਲੇਕਿਨ ਜਿਹੜਾ ਪ੍ਰਪੋਰਸ਼ਨ ਤੁਸੀਂ ਦਿੱਤਾ ਵਾ ਕਿ ਫਸਟ ਟਾਈਮ ਲੜਨ ਵਾਲੇ ਲੋਕਾਂ ਦੀ ਜਿਹੜੀ ਆ ਉਹ 60% ਜਿਹੜੀ ਆ ਉਹ ਪ੍ਰਤੀਸ਼ਤਤਾ ਰਹੀ ਆ ਉਹਨਾਂ ਦੀ ਜਿੱਤਣ ਦੀ। ਇਹਦੇ ਵਿੱਚ ਲੋਕਾਂ ਦੀ ਸਾਈਕੋਲੋਜੀ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਵੀ ਹੈਗੀ ਆ ਕਿ ਲੋਕ ਹਮੇਸ਼ਾ ਹੀ ਨਵੇਂ ਬਦਲ ਦੇ ਵੱਲ ਨੂੰ ਤੁਰਦੇ ਨੇ, ਲੋਕ ਕੁਝ ਨਵਾਂ ਚਾਹੁੰਦੇ ਨੇ। ਇਸ ਕਰਕੇ ਇਹ ਜਿਹੜੀ ਆ ਸੰਭਾਵਨਾ ਕਈ ਵਾਰੀ ਸਾਹਮਣੇ ਆਉਂਦੀ ਆ ਤੇ ਇਹਦੇ ਸਿੱਟੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਲੇਕਿਨ ਜਿਹੜੇ ਭਾਜਪਾ ਦੇ ਵਿੱਚ ਹੁਣ ਰਵਾਇਤੀ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਜਿਹੜੇ ਲੋਕ ਆਏ ਨੇ ਉਹ ਇਹੀ ਕਾਰਨ ਆ ਕਿ ਇਸ ਸਮੇਂ ਭਾਜਪਾ ਜਿਹੜੀ ਆ ਉਹ ਇੱਕ ਛੋਟੇ ਪੱਧਰ ਤੋਂ ਉੱਠ ਕੇ ਪੰਜਾਬ ਦੇ ਵਿੱਚ ਆਪਣੇ ਫੈਲਾਅ ਵੱਲ ਨੂੰ ਚੱਲ ਰਹੀ ਆ। ਲੇਕਿਨ ਨੀਤੀਆਂ ਲੋਕਾਂ ਦੀ ਦੇਖੋ, ਭਾਜਪਾ ਇੱਕ ਏਜੰਡੇ ਦੇ ਉੱਤੇ ਵਰਕ ਕਰ ਰਹੀ ਹੈ ਕਿ ਰਾਜ, ਜਿਵੇਂ ਹੁਣ ਤੁਸੀਂ ਦੇਖੋ ਬਰਿੰਗਮ ਯੰਗ ਕਹਿੰਦੇ ਨੇ ਕਿ ਰਾਜ ਉਹਨਾਂ ਲੋਕਾਂ ਦਾ ਹੋਣਾ ਚਾਹੀਦਾ ਜੋ ਦੌਲਤ ਤੇ ਸ਼ੋਹਰਤ ਦੀ ਥਾਂ ਦੇ ਉੱਤੇ ਲੋਕਾਂ ਦੇ ਕਲਿਆਣ ਤੇ ਸੇਵਾ ਦੀ ਗੱਲ ਕਰੇ। ਤੇ ਜਦੋਂ ਉਹਨਾਂ ਦੀ ਪਾਲਿਸੀ ਲੋਕਾਂ ਦੇ ਕਲਿਆਣ ਤੇ ਸੇਵਾ ਦੀ ਹੈ, ਜਦੋਂ ਸਾਡੀ ਪਾਰਟੀ ਦੀ ਪਾਲਿਸੀ ਲੋਕਾਂ ਦੇ ਕਲਿਆਣ ਤੇ ਸੇਵਾ ਦੀ ਆ, ਜਦੋਂ ਅਸੀਂ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਾਸ਼ਟਰ ਨੂੰ ਮੋਹਰੇ ਰੱਖ ਕੇ ਗੱਲ ਕਰਦੇ ਹਾਂ, ਜਦੋਂ ਪੰਜਾਬ ਦੀ ਰਾਜਨੀਤੀ ਜਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਪਰਿਵਾਰਵਾਦ ਦੀ ਇੱਕ ਸਲੈਬ ਨੂੰ ਤੋੜ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਬੀਜੇਪੀ ਖਲੋਂਦੀ ਆ ਤੇ ਬੀਜੇਪੀ ਆਪਣਾ ਕੰਮ ਕਰੂਗੀ ਪੰਜਾਬ ਦੇ ਵਿੱਚ ਤੇ ਫੈਲੂਗੀ ਵੀ। ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਕਿ ਬੰਦਾ ਕੋਈ ਵੀ ਹੋਵੇ ਉਹ ਪਾਰਟੀ ਦੇ ਆਈਡੀਓਲੋਜੀ ਦੇ ਹਿਸਾਬ ਨਾਲ ਢਲ ਜਾਂਦਾ ਹੈ, ਉਹਦੇ ਹਿਸਾਬ ਨਾਲ ਕੰਮ ਕਰਦਾ ਹੈ। ਅਸੀਂ ਪੋਲੀਟੀਸ਼ੀਅਨਸ ਨੂੰ ਲੀਡਰਸ ਕਹਿੰਦੇ ਰਹੇ ਹਾਂ, ਅਸੀਂ ਇਹ ਸੋਚਦੇ ਰਹੇ ਹਾਂ ਕਿ ਜੇ ਕੋਈ ਪੋਲਿਟਿਕਸ 'ਚ ਆਉਂਦਾ ਹੈ ਤਾਂ ਉਹਦੇ ਕੋਲ ਇੱਕ ਵਿਜ਼ਨ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਹਲਕੇ ਦਾ ਵਿਕਾਸ ਕਰੇਗਾ। ਸੋ ਕੀ ਇਹ ਡਿਫਰੈਂਸ਼ੀਏਟ ਤੁਸੀਂ ਕਰ ਪਾਓਗੇ ਕਿ ਜੇ ਉਹ ਲੀਡਰ ਹੈ ਤੇ ਜੇ ਉਹ ਪਾਰਟੀ ਚੇਂਜ ਕਰਕੇ ਉਹਦੀ ਆਈਡੀਓਲੋਜੀ 'ਚ ਢਲਦਾ ਜਾ ਰਿਹਾ ਫਿਰ ਤਾਂ ਉਹ ਲੀਡਰ ਰਿਹਾ ਹੀ ਨਹੀਂ, ਫਿਰ ਤਾਂ ਉਹ ਇੱਕ ਕਾਮਾ ਹੋ ਗਿਆ, ਇੱਕ ਨੌਕਰ ਹੋ ਗਿਆ ਜੋ ਨੌਕਰੀ ਕਰਦਾ ਹੈ ਐਜ਼ ਪਰ ਆਰਡਰਸ। ਕੀ ਸਾਨੂੰ ਲੀਡਰਸ ਚਾਹੀਦੇ ਜਾਂ ਸਾਨੂੰ ਨੌਕਰੀ ਕਰਨ ਵਾਲੇ ਚਾਹੀਦੇ ਨੇ? ਲੀਡਰਸ ਐਂਡ ਪਾਰਟੀਜ਼ ਇੱਕ ਸਿੱਕੇ ਦੇ ਹੀ ਦੋ ਪਹਿਲੂ ਨੇ। ਲੀਡਰਸ ਐਂਡ ਪਾਰਟੀਜ਼, ਦੇਖੋ ਪਾਰਟੀਆਂ ਕਿਉਂ ਬਣੀਆਂ? ਇੱਕ ਡੈਮੋਕ੍ਰੇਸੀ ਦੇ ਵਿੱਚ ਪਾਰਟੀ ਕਾਹਦੇ ਵਾਸਤੇ ਬਣੀ ਆ? ਡੈਮੋਕ੍ਰੇਸੀ ਨੂੰ ਜਿਹੜਾ ਵਾ ਉਹ ਸੇਫ ਰੱਖਣ ਦੇ ਵਾਸਤੇ। ਜਦੋਂ ਡੈਮੋਕ੍ਰੇਸੀ ਨੂੰ ਸੇਫ ਰੱਖਣ ਦੀ ਗੱਲ ਆਉਂਦੀ ਹੈ ਤੇ ਜਦੋਂ ਆਪਾਂ ਆਜ਼ਾਦੀ ਦੇ ਪਿਛਲੇ 70 ਸਾਲਾਂ ਦੇ ਇਸ ਸਾਰੇ ਸਿਸਟਮ ਦੀ ਗੱਲ ਕਰਦੇ ਆ ਤਾਂ ਉਦੋਂ ਜਦੋਂ ਕਾਂਗਰਸ ਇਸ ਸਾਰੇ ਸਿਸਟਮ ਦੇ ਵਿੱਚੋਂ ਦੀ ਵਿਚਰ ਕੇ ਆਉਂਦੀ ਆ ਤਾਂ ਉਦੋਂ ਇੱਕ ਚੀਜ਼ ਤਾਂ ਸਾਹਮਣੇ ਆਉਂਦੀ ਆ ਕਿ ਪਰਿਵਾਰਵਾਦ ਦੇ ਇਸ ਸਾਰੇ ਗਲਬੇ ਨੇ ਭਾਰਤ ਦੀ ਇੱਕ ਵੱਡੀ ਡੈਮੋਕ੍ਰੇਸੀ ਨੂੰ ਢਾਹ ਲਾ ਦਿੱਤੀ ਆ, ਜਿਹਦੀ ਵਜ੍ਹਾ ਕਰਕੇ ਉਹਦਾ ਹੌਲੀ-ਹੌਲੀ ਨਗਾਰ ਇੰਨਾ ਕੁ ਆ ਗਿਆ ਕਿ ਜੇ ਭਾਰਤ ਵਰਸ਼ ਦੇ ਵਿੱਚ ਅਸੀਂ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹਾਂ ਤੇ ਕੋਈ ਵੀ ਸਾਡੇ ਕੋਲ ਵਿਰੋਧੀ ਧਿਰ ਨਹੀਂ ਬਚੀ ਹੋਈ। ਇਹ ਸਾਰਾ ਕਾਰਨ ਕਿਉਂ ਬਣਿਆ? ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਵੀ ਚੀਜ਼ ਡਿਮੋਲਿਸ਼ ਹੁੰਦੀ ਆ ਤਾਂ ਹੌਲੀ-ਹੌਲੀ ਉਹਦੇ ਵਿੱਚ ਕੋਈ ਇਹੋ ਜਿਹੀਆਂ ਚੀਜ਼ਾਂ ਭਰਦੀਆਂ ਜਾਂਦੀਆਂ ਨੇ ਜਿਹਦੇ ਵਿੱਚ, ਕਿਉਂਕਿ ਡੈਮੋਕ੍ਰੇਸੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਭਾਰਤ ਇੱਕ ਵੱਡਾ ਡੈਮੋਕ੍ਰੇਟ ਆ। ਇੱਥੇ ਸਰਕਾਰ ਲੋਕਾਂ ਦੀ ਹੈ, ਲੋਕਾਂ ਦੁਆਰਾ ਵਾ, ਲੋਕਾਂ ਦੀ ਆ। ਇੱਥੇ ਪਰਿਵਾਰਵਾਦ ਦੀ ਕੋਈ ਜਗ੍ਹਾ ਨਹੀਂ ਹੈਗੀ। ਪਰਿਵਾਰਵਾਦ ਨੇ ਭਾਰਤ ਵਰਗੇ ਵੱਡੇ ਡੈਮੋਕ੍ਰੇਟ ਨੂੰ ਖਤਮ ਕਰਕੇ ਰੱਖਣ ਵੱਲ ਨੂੰ ਤੋੜ ਦਿੱਤਾ ਸੀ। ਲੇਕਿਨ ਡੈਮੋਕ੍ਰੇਸੀਜ਼ ਕਦੇ ਖਤਮ ਨਹੀਂ ਹੁੰਦੀਆਂ, ਪਾਰਟੀਆਂ ਇਸ ਕਰਕੇ ਖਤਮ ਹੋ ਜਾਂਦੀਆਂ ਨੇ ਜੋ ਹੁਣ ਇਸ ਸਮੇਂ ਕਾਂਗਰਸ ਦੀ ਸਥਿਤੀ ਚੱਲ ਰਹੀ ਆ। ਇਹਦਾ ਕਾਰਨ ਇਹੀ ਬਣਿਆ ਵਾ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਕਾਂਗਰਸ ਇੱਕ ਵੱਡੀ ਪੱਧਰ ਦੇ ਉੱਤੇ ਫੈਲੀ ਹੋਈ ਧਿਰ ਸੀਗੀ। ਉਦੋਂ ਬੀਜੇਪੀ ਕਿਤੇ ਨਹੀਂ ਸੀ, ਹਲਕੇ ਸਿਸਟਮ ਦੇ ਨਾਲ, ਪੱਬਾਂ ਦੇ ਨਾਲ ਬੀਜੇਪੀ ਤੁਰਦੀ ਰਹੀ। ਖੇਤਰੀ ਪਾਰਟੀਆਂ ਦੇ ਵਿੱਚ ਕਿਤੇ ਅਕਾਲੀ ਦਲ ਤੁਰਦੀ ਰਹੀ, ਕਿਤੇ ਕਈ ਤਰ੍ਹਾਂ ਦੀਆਂ ਹੋਰ ਪਾਰਟੀਆਂ ਤੁਰਦੀਆਂ ਰਹੀਆਂ। ਆਪ ਆਏ ਨੇ, ਆਪ ਵਾਲਿਆਂ ਨੇ ਜਦੋਂ ਆ ਕੇ ਸਾਰਾ ਕੰਮ ਕੀਤਾ ਵਾ ਉੱਥੇ ਵੀ ਬਹੁਤ ਸਾਰਾ ਇਹੋ ਜਿਹਾ ਵਾ ਜਿਹੜਾ ਕਿ ਡੈਮੋਕ੍ਰੇਸੀ ਨੂੰ ਢਾਹ ਲਾਉਣ ਵਾਲਾ ਹੀ ਕੰਮ ਚੱਲਦਾ ਪਿਆ ਵਾ। ਇਸ ਵਜ੍ਹਾ ਕਰਕੇ ਭਾਜਪਾ ਆਪਣੀਆਂ ਨੀਤੀਆਂ ਦੇ ਨਾਲ ਫੈਲਾਅ ਕਰ ਰਹੀ ਆ ਤੇ ਦੂਸਰੇ ਧਿਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਭਾਜਪਾ ਇੱਕ ਸੁਰੱਖਿਅਤ ਜਗ੍ਹਾ ਬਣ ਗਈ ਆ
ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵਾ ਕਿ ਇਹਨਾਂ ਦਾ ਵਿਜ਼ਨ, ਇਹਨਾਂ ਦੀਆਂ ਆਪਣੀਆਂ ਕਦਰਾਂ ਕੀਮਤਾਂ ਦੇ ਨਾਲ ਜੁੜ ਕੇ ਰਹਿਣ ਦਾ ਵਿਜ਼ਨ, ਇਹਨਾਂ ਦੇ ਆਪਸੀ ਸਥਾਪਤੀ ਦਾ ਵਿਜ਼ਨ, ਫਿਰ ਪਾਰਟੀ ਦੇ ਅੰਦਰਲੇ ਜਿਹੜੇ ਆ ਸਿਸਟਮ ਦਾ ਵਿਜ਼ਨ, ਉਹਦੀ ਵਜ੍ਹਾ ਕਰਕੇ ਹੀ ਇਹਨੂੰ ਆਪਾਂ ਦਲ ਬਦਲੂ ਨਹੀਂ ਕਵਾਂਗੇ, ਇਹਨੂੰ ਅਸੀਂ ਇਹ ਕਵਾਂਗੇ ਕਿ ਵਿਜ਼ਨਰੀ ਅਗਰ ਕੋਈ ਪਾਰਟੀ ਹੈ ਤਾਂ ਉਹ ਬੀਜੇਪੀ ਆ, ਤਾਂ ਲੋਕਾਂ ਦਾ ਆਉਣਾ ਉਹਦੇ ਚ ਸੁਭਾਵਿਕ ਹੈ। ਠੀਕ ਹੈ, ਜਵਾਬ ਲੈ ਲੈਂਦੇ ਕਾਂਗਰਸ ਦੇ ਸਹਿਜਪਾਲ ਬਰਾੜ ਜੀ ਸਾਡੇ ਨਾਲ ਮੌਜੂਦ ਨੇ। ਕਹਿ ਰਹੇ ਨੇ ਕਾਂਗਰਸ ਨੇ ਡੈਮੋਕ੍ਰੇਸੀ ਖਤਮ ਕਰਨ ਵੱਲ ਲਾਤਾ ਹੈ ਦੇਸ਼ ਨੂੰ, ਤੇ ਪਰਿਵਾਰਵਾਦ ਨੇ ਦੇਸ਼ ਦੀ ਡੈਮੋਕ੍ਰੇਸੀ ਨੂੰ ਤੇ ਦੇਸ਼ ਨੂੰ ਖਤਰੇ 'ਚ ਪਾਤਾ। ਸਹਿਜਪਾਲ ਬਰਾੜ ਜੀ ਦਾ ਜਵਾਬ ਦਿਓ ਜੀ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਭੈਣ ਨੂੰ ਦੱਸਣਾ ਚਾਹੂੰਗਾ ਕਿ ਗੱਲ ਪਰਿਵਾਰਵਾਦ ਦੀ ਨਹੀਂ ਹੈ ਕਾਂਗਰਸ ਦੇ ਵਿੱਚ। ਗੱਲ ਇਹ ਹੈ ਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ, ਉਹਨਾਂ ਹੀ ਉਮੀਦਵਾਰਾਂ ਨੂੰ ਟਿਕਟ ਦਿੰਦੀ ਹੈ ਕਿ ਜਿਹੜੇ ਉਸ ਹਲਕੇ ਦੇ ਵਿੱਚ ਵੱਧ ਵੋਟਾਂ ਲੈ ਕੇ ਜਿੱਤ ਕੇ ਪਾਰਟੀ ਦੀ, ਮੈਂ ਸਮਝਦਾ, ਝੋਲੀ 'ਚ ਪਾ ਸਕਦੇ ਹੋਣ ਤੇ ਆਪਣੀ ਸਰਕਾਰ ਬਣਾ ਸਕਦੇ ਹੋਣ। ਹੁਣ ਗੱਲ ਇਹ ਕਰ ਰਹੇ ਆ ਪਰਿਵਾਰਵਾਦੀ। ਜੇ ਮੋਹਨ ਸਾਹਿਬ ਨੂੰ ਟਿਕਟ ਮਿਲੀ ਹੈ ਤਾਂ ਉਹਨਾਂ ਦੇ ਪਿਤਾ ਜੀ ਨੇ ਉੱਥੋਂ ਆਪਣੀ ਟਿਕਟ ਕਟਵਾਈ ਹੈ। ਜੇ ਧਮਾਨ ਸਾਹਿਬ ਨੂੰ ਟਿਕਟ ਮਿਲੀ ਹੈ ਤਾਂ ਉਹਨਾਂ ਦੇ ਚਾਚਾ ਜੀ ਨੇ ਉੱਥੋਂ ਆਪਣੀ ਟਿਕਟ ਜਿਹੜੀ ਆ ਉਹ ਕਟਵਾਈ ਹੈ। ਇਹ ਕੋਈ ਪਰਿਵਾਰਵਾਦ ਦੀ ਗੱਲ ਨਹੀਂ ਹੈ। ਔਰ ਗੱਲ ਕਰੀਏ ਜੇ ਇੱਕ ਮੈਂ ਸਮਝਦਾ ਲੋਕਤੰਤਰ ਦੀ, ਤਾਂ ਮੈਂ ਸਮਝਦਾ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ, ਕਿਉਂਕਿ ਜੇ ਮੈਂ ਗੱਲ ਬੀਜੇਪੀ ਦੀ ਕਰਾਂ, ਜੇ ਮੈਂ ਅਕਾਲੀ ਦਲ ਦੀ ਕਰਾਂ, ਤਾਂ ਇਹ ਆਮ ਹੀ ਇਲਜ਼ਾਮ ਲਾਉਂਦੇ ਆ ਕਾਂਗਰਸ ਤੇ, ਇੱਕ ਲੋਕਤੰਤਰ ਦੇ ਵਿੱਚ ਰਹਿੰਦੀ ਹੋਈ ਪਾਲਣਾ ਕਰਦੀ ਪਾਰਟੀ ਤੇ, ਕਿ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਆ ਉਹ ਵੱਡੇ ਵੱਡੇ ਲੀਡਰ ਆ ਕੇ ਜਿਹੜਾ ਆ ਜਾਂ ਛੋਟੇ ਵਰਕਰ ਵੀ ਆ ਕੇ ਇਲਜ਼ਾਮ ਲਗਾ ਦਿੰਦੇ ਆ, ਸਿੱਧੇ ਬਿਆਨ ਦੇ ਦਿੰਦੇ ਆ। ਤਾਂ ਮੈਂ ਇਹਨਾਂ ਨੂੰ ਭੈਣ ਜੀ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਤੇ ਕੁੱਲ ਭਾਰਤ ਦੇ ਵਿੱਚ ਇੱਕੋ ਹੀ ਅਜਿਹੀ ਪਾਰਟੀ ਹੈ ਕਾਂਗਰਸ ਪਾਰਟੀ, ਕਿ ਜਿਹਦੇ ਵਿੱਚ ਹਰ ਇੱਕ ਵੋਟਰ ਨੂੰ ਲੀਡਰ ਨੂੰ ਜਿਹੜਾ ਆਪਦੇ ਵਿਚਾਰ ਰੱਖਣ ਦਾ ਹੱਕ ਹੈ। ਲੋਕਤੰਤਰ ਦੀ ਪਾਲਣਾ ਕਰਨੀ ਵੀ ਇਕੱਲੀ ਪਾਰਟੀ ਹੈ। ਗੱਲ ਪਰਿਵਾਰਵਾਦੀ ਨਹੀਂ, ਇਹ ਲੋਕਤੰਤਰ ਦੀ ਪਾਲਣਾ ਕਰਨ ਵਾਲੀ ਇਹ ਪਾਰਟੀ ਹੈ ਜੀ। ਦੇਖੋ, ਮੈਂ ਇਕੱਲੇ ਇੱਥੇ ਕਾਂਗਰਸ ਦੀ ਗੱਲ ਨਹੀਂ ਕਰ ਰਹੀ। ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਚੱਲਦੀ ਪਈ ਹੈ। ਜਦੋਂ ਅਕਾਲੀ ਦਲ ਦੀ ਗੱਲ ਆਪਾਂ ਕਰਦੇ ਆ, ਉਹਦੇ 'ਚ ਮਤਲਬ ਇੱਕ ਬੜਾ ਜੋਕ ਵੀ ਚੱਲਦਾ ਪਿਆ ਵਾ ਕਿ ਪਿਓ ਪੁੱਤਰ ਨੂੰਹ ਧੀ ਜਵਾਈ ਤੇ ਕੁੜਮਾਂ ਦਾ ਕੁਣਬਾ ਸਾਰੇ ਰਲ ਕੇ ਚੁੱਕੀ ਫਿਰਦੇ ਇੱਕ ਸੂਬੇ ਦਾ ਭਾਰ। ਕੀ ਕਰੋਗੇ ਤੁਸੀਂ? ਇਹਨੂੰ ਕੀ ਜਵਾਬ ਦਿਓਗੇ? ਜਿਹੜੀ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਦੁਆਲੇ ਸਾਰਾ ਕੰਮ ਘੁੰਮ ਰਿਹਾ ਵਾ, ਜਦੋਂ ਅਕਾਲੀ ਸਰਕਾਰ ਨੇ ਪਿਛਲੇ 15-20 ਸਾਲ ਦੇ ਦੌਰਾਨ ਜਦੋਂ ਰਾਜ ਕੀਤਾ ਵਾ, ਜਦੋਂ ਕਾਂਗਰਸ ਪਿਛਲੇ 60-70 ਸਾਲ ਤੋਂ ਰਾਜ ਦੇ ਵਿੱਚ ਸਥਿਤੀ ਦੇ ਵਿੱਚ ਆਉਂਦੀ ਆ, ਤਾਂ ਉੱਥੇ ਇੱਕ ਸਿਰਫ ਇੱਕੋ ਹੀ ਇੱਕ ਡਰਾ ਬੈਕ ਇਹਨਾਂ ਪਾਰਟੀਆਂ ਦਾ ਰਿਹਾ। ਆਲਦੋ ਭਾਵੇਂ ਇਹਨਾਂ ਦੇ ਵਿਜ਼ਨ ਬਹੁਤ ਅੱਛੇ ਹੋਣ, ਚੰਗੇ, ਇਹ ਆਪਣੀ ਪਾਰਟੀ ਦੇ ਲਈ ਕੰਮ ਕਰਦੇ ਹੋਣ, ਵਰਕਰਾਂ ਦੇ ਲਈ ਕੁਝ ਚੰਗਾ ਕੰਮ ਕਰਦੇ ਹੋਣ, ਲੇਕਿਨ ਫॉर ਦਾ ਹੋਲ ਅਗਰ ਅਸੀਂ ਡੈਮੋਕ੍ਰੇਸੀ ਦੇ ਹਿਸਾਬ ਦੇ ਨਾਲ, ਕਿਸੇ ਲੋਕਤੰਤਰ ਦੇ ਹਿਸਾਬ ਦੇ ਨਾਲ ਸਥਿਤੀ ਨੂੰ ਦੇਖੀਏ, ਤਾਂ ਇਹਨਾਂ ਨੂੰ ਮਾਰਨ ਵਾਲੀ ਇਹੀ ਧੀ ਪੁੱਤਰ ਨੂੰ ਦਾ ਕੁਣਬੇ ਦਾ ਹੀ ਕੰਮ ਰਿਹਾ। ਸੁਰਿੰਦਰ ਜੀ, ਮੈਨੂੰ ਇੱਕ ਗੱਲ ਦੱਸੋ ਜੀ, ਇਹ ਤਾਂ ਹੁਣ ਤੁਸੀਂ ਛੱਡਤੀ ਅਕਾਲੀ ਦਲ ਦਾ ਸਾਥ, ਤੁਸੀਂ ਇਹ ਗੱਲ ਕਹਿ ਸਕਦੇ ਹੋ, ਜੇ ਇੰਨੇ ਮਾੜੇ ਸੀਗੇ ਅਕਾਲੀ, ਜੇ ਇੰਨੀ ਮਾੜੀ ਆ ਪਰਿਵਾਰ ਸੀਗਾ, ਤੇ ਬੀਜੇਪੀ ਨੇ ਤਾਂ ਕਦੀ ਵਿਰੋਧ ਕਿਉਂ ਨਹੀਂ ਕੀਤਾ? ਇੰਨਾ ਚਿਰ ਇਹਨਾਂ ਦੇ ਨਾਲ ਜਿੱਤਣ ਦੇ ਪਾਵਰ ਚਾਣ ਲਈ ਨਾਲ ਕਿਉਂ ਰਹੇ ਇਹਨਾਂ ਦੇ? ਨਹੀਂ, ਮੈਂ ਤੇ ਤੁਹਾਨੂੰ ਇੱਕ ਗੱਲ ਦੱਸ ਦਿੱਤੀ ਕਿ ਉਹਨਾਂ ਨੇ ਪੰਜਾਬ ਦੇ ਸਿਸਟਮ ਦੀ ਜਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਸਿਰਫ ਇਹਨਾਂ ਦੇ ਪਿੱਠ ਤੇ ਵਰਕ ਕੀਤਾ। ਇਹ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਧੀ ਪੁੱਤ ਨੂੰ ਧੀ ਜਵਾਈ ਕੁੜਮ ਤੇ ਇਹਦੇ ਦੁਆਲੇ ਹੀ ਘੁੰਮਦੇ ਰਹੋ। ਦੇਖੋ, ਜਦੋਂ ਪਾਰਟੀ ਦੇ ਵਰਕਰ, ਅੱਜ ਮੈਂ ਬਹੁਤ ਸਾਰੇ, ਕਿਉਂਕਿ ਪਾਰਟੀਆਂ ਨੂੰ ਦੇਖ ਕੇ ਹੀ ਜਦੋਂ ਆਪਾਂ ਵੇਰੀਏਸ਼ਨ ਦੇ ਵਿੱਚ ਚੱਲਦੇ ਆ ਤਾਂ ਦੇਖਦੇ ਆ ਕਿ ਕਿੱਥੇ ਕਿਹੜੀ ਪਾਲਿਸੀ ਕਿਸ ਤਰ੍ਹਾਂ ਦੀ ਵਰਕ ਕਰਦੀ ਪਈ ਆ, ਤਾਂ ਫਿਰ ਆਪਾਂ ਆਪਣਾ ਇੱਕ ਨਿਚੋੜ ਬਣਾਉਂਦੇ ਆ ਕਿ ਕਿੱਥੇ ਕੀ ਕੰਮ ਹੁੰਦਾ, ਕਿੱਥੇ ਕੀ ਕੰਮ ਹੁੰਦਾ। ਹਰ ਇੱਕ ਜਦੋਂ ਵੀ ਕੋਈ ਰਾਜਨੀਤਿਕ ਸਿਸਟਮ ਦੇ ਵਿੱਚ ਪੈਰ ਧਰਾਵਾ ਕਰਦਾ ਹੈ, ਤਾਂ ਉਹਨੂੰ ਉਹਦੇ ਹੱਕਾਂ ਦੇ ਲਈ ਰਾਜਨੀਤਿਕ ਸਿਸਟਮ ਦੇ ਵਿੱਚ ਉਹਦੀਆਂ ਮੰਜ਼ਿਲਾਂ ਤੱਕ ਪਹੁੰਚਣ ਦੇ ਲਈ ਰਾਹ ਸੁਖਾਲੇ ਹੋਣੇ ਚਾਹੀਦੇ ਆ, ਭਾਵੇਂ ਕਿ ਰਾਜਨੀਤੀ ਇੰਨੀ ਸੌਖੀ ਚੀਜ਼ ਨਹੀਂ ਆ। ਲੇਕਿਨ ਜਦੋਂ ਪਰਿਵਾਰਵਾਦ ਦੇ ਇੱਕ ਲੇਅਰਸ ਬਣ ਜਾਂਦੀਆਂ ਨੇ, ਉਦੋਂ ਆਮ ਵਰਕਰ ਦੀ ਸੁਣਵਾਈ ਕਿੱਥੇ ਰਹਿ ਜਾਂਦੀ ਹੈ? ਠੀਕ ਹੈ, ਮਠਾਰੂ ਸਾਹਿਬ ਜਵਾਬ ਦਿਓ ਜੀ ਇਸ ਗੱਲ ਦਾ ਕਿ ਇਹ ਬਾਰ-ਬਾਰ ਪਰਿਵਾਰਵਾਦ ਦਾ ਜ਼ਿਕਰ ਕਰ ਰਿਹਾ ਕਾਂਗਰਸ ਵੀ, ਅਕਾਲੀ ਦਲ ਵੀ, ਪਰਿਵਾਰਵਾਦ ਤੇ ਤੁਸੀਂ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ 'ਚ? ਦੇਖੋ, ਆਪਣੀ ਜਿਹੜੀ ਡਿਬੇਟ ਅੱਜ ਦੀ, ਉਹ ਪਰਿਵਾਰਵਾਦ ਤੇ ਤਾਂ ਨਹੀਂ, ਅੱਜ ਉਹ ਸੀ ਕੈਂਡੀਡੇਟਾਂ ਤੇ। ਚਲੋ, ਭੈਣ ਜੀ ਨੇ ਬੜੇ ਵਿਸਥਾਰਪੂਰਵਕ ਡੈਮੋਕ੍ਰੇਸੀ ਦਾ ਜਿਹੜਾ ਭਾਸ਼ਣ ਦਿੱਤਾ ਹੈ, ਕਿ ਡੈਮੋਕ੍ਰੇਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਆਪਾਂ ਨੂੰ ਕਿ ਡੈਮੋਕ੍ਰੇਸੀ ਕੀ ਹੁੰਦੀ ਹੈ। ਡੈਮੋਕ੍ਰੇਸੀ ਨੂੰ ਆਪਾਂ ਸਾਰੇ ਭਲੀ ਭਾਂਤੀ ਜਾਣਦੇ ਹਾਂ। ਜਿਹੜੀ ਗੱਲ ਪਰਿਵਾਰਵਾਦ ਦੀ ਤੇ ਡੈਮੋਕ੍ਰੇਸੀ, ਦੇਖੋ ਇਹ ਦੋਨੋਂ ਅਲੱਗ-ਅਲੱਗ ਗੱਲਾਂ। ਪਰਿਵਾਰਵਾਦ ਇੱਕ ਅਲੱਗ ਗੱਲ ਹੈ, ਡੈਮੋਕ੍ਰੇਸੀ ਇੱਕ ਅਲੱਗ ਗੱਲ ਹੈ। ਡੈਮੋਕ੍ਰੇਸੀ ਮੀਨ ਕਿ ਹਰ ਇੱਕ ਬੰਦੇ ਨੂੰ ਅਧਿਕਾਰ ਹੋਣਾ ਚਾਹੀਦਾ, ਬਿਲਕੁਲ ਹਰ ਇੱਕ ਬੰਦੇ ਦੇ ਰਾਈਟ ਹੋਣੇ ਚਾਹੀਦੇ, ਹਰ ਇੱਕ ਬੰਦੇ ਦੇ। ਹੁਣ ਮੈਂ ਪਰਿਵਾਰਵਾਦ ਦੀ ਗੱਲ ਹੈਗੀ ਹੈ ਕਿ ਉਹ ਪਰਿਵਾਰਵਾਦ ਦੀ ਅਲੱਗ ਗੱਲ ਹੈ। ਇਹਨਾਂ ਨੇ ਪਰਿਵਾਰਵਾਦ ਔਰ ਡੈਮੋਕ੍ਰੇਸੀ ਦੋਨਾਂ ਨੂੰ ਮਿਕਸ ਕਰਤਾ।
ਜਿਹੜੀ ਪਰਿਵਾਰਵਾਦ ਦੀ ਗੱਲ ਹੈ ਉਹ ਅਲੱਗ ਹੈ। ਡੈਮੋਕ੍ਰੇਸੀ ਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕੀ ਉਹਦਾ ਮੈਂ ਜਵਾਬ ਦੇ ਦਿੰਦਾ ਇਹਨਾਂ ਨੂੰ, ਉਸ ਤੋਂ ਬਾਅਦ ਪਰਿਵਾਰਵਾਦ ਦਾ ਦੇਵਾਂਗਾ। ਡੈਮੋਕ੍ਰੇਸੀ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਹੈ? ਬਿਲਕੁਲ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼੍ਰੀ ਅਮਿਤ ਸ਼ਾਹ ਔਰ ਸ਼੍ਰੀ ਨਰਿੰਦਰ ਮੋਦੀ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੁੱਛੇ ਤੋਂ ਬਿਨਾਂ ਪੱਤਾ ਹਿਲਦਾ? ਕਿਸੇ ਕੋਲੇ ਕੋਈ ਰਾਈਟ ਹੈਗਾ ਆਪਣੀ ਗੱਲ ਰੱਖਣ ਦਾ? ਇਹ ਹੁਣ ਜੋ ਮਰਜ਼ੀ ਕਹੀ ਜਾਣ, ਆਪਣੇ ਪੰਜਾਬ ਬੀਜੇਪੀ ਵਾਲੇ ਵੀ ਪੂਰੇ ਦੇਸ਼ ਦੇ ਵਿੱਚ ਜਿੰਨੇ ਬੀਜੇਪੀ ਦੇ ਚਾਹੇ ਕੋਈ ਮੰਤਰੀ ਹੈ, ਐਮਪੀ ਹੈ, ਐਮਐਲਏ ਹੈ, ਕਿਸੇ ਸਟੇਟ ਦਾ ਪ੍ਰਧਾਨ ਹੈ, ਇਹਨਾਂ ਦੀ ਇਹ ਹਿੰਮਤ ਨਹੀਂ ਹੈ ਕਿ ਉਹਨਾਂ ਨੂੰ ਜਾ ਕੇ ਕੁਝ ਕਹਿ ਦੇਣਗੇ। ਇੱਥੋਂ ਤੱਕ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ, ਇਹਨਾਂ ਦੀ ਇੰਨੀ ਹਿੰਮਤ ਨਹੀਂ ਹੋਈ, ਇਹਨਾਂ ਨੇ ਮਿਸਗਾਈਡ ਕੀਤਾ ਉੱਥੇ ਜਾ ਕੇ, ਕੋਈ ਗੱਲ ਨਹੀਂ ਜੀ, ਥੋੜੇ ਮੋਟੇ ਹੈਗੇ ਆਪਣੇ ਆਪ ਟਿਕ ਕੇ ਬੈਠ ਜਾਣਗੇ। ਇਹਨਾਂ ਨੇ ਉੱਥੇ ਜਾ ਕੇ ਇਹਨਾਂ ਨੂੰ ਮਿਸਗਾਈਡ ਕੀਤਾ। ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਪਈ, ਇਹਨਾਂ ਦੀ ਡੈਮੋਕ੍ਰੇਸੀ ਦੀ ਇੰਨੀ ਜ਼ਰੂਰਤ ਨਹੀਂ ਪਈ ਕਿ ਉੱਥੇ ਜਾ ਕੇ ਦੱਸਣ ਕਿ ਪੰਜਾਬ ਇਜ਼ ਦਾ ਇਮੋਸ਼ਨਲ ਸਟੇਟ, ਬੜਾ ਇਮੋਸ਼ਨਲ ਸੂਬਾ, ਇਹਨੇ ਬੜੀਆਂ ਪੰਜਾਬ ਨੇ ਲੜਾਈਆਂ ਲੜੀਆਂ ਔਰ ਤੁਸੀਂ ਇਹ ਪੰਗਾ ਨਾ ਲਓ। ਜਿਸ ਤਰ੍ਹਾਂ ਕੋਈ ਕਿਸਾਨ ਕਹਿੰਦੇ ਆ, ਜਿਸ ਤਰ੍ਹਾਂ ਆਗੂ ਕਹਿੰਦੇ ਆ, ਉਹ ਉਹਨਾਂ ਦੇ ਜਿਹੜੇ ਕਾਨੂੰਨ ਹੈਗੇ ਉਹ ਰੱਦ ਕਰ ਦਿਓ। ਇਹ 1 ਸਾਲ ਆਪਣੀ ਡੈਮੋਕ੍ਰੇਸੀ ਤਾਂ ਸ਼੍ਰੀ ਨਰਿੰਦਰ ਮੋਦੀ ਦੇ ਪਾਸ ਪੇਸ਼ ਨਹੀਂ ਕਰ ਸਕੇ। ਜਿੱਥੋਂ ਦੀ ਗੱਲ ਇਹ ਕਰਦੇ ਆ ਪਰਿਵਾਰਵਾਦ ਦੀ, ਪਰਿਵਾਰਵਾਦ ਨੂੰ ਇੱਕ ਪਾਸੇ ਰੱਖ ਦਈਏ ਤਾਂ ਫਿਰ ਨਰਿੰਦਰ ਮੋਦੀ 2 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਦੇ ਨਾਮ ਤੇ ਤੁਸੀਂ ਵੋਟ ਮੰਗੀ, ਘਰ ਘਰ ਮੋਦੀ ਆਏਗਾ, ਮੋਦੀ ਦੇ ਨਾਮ ਤੇ ਵੋਟ ਮੰਗੀ। ਜੇ ਤੁਸੀਂ ਡੈਮੋਕ੍ਰੇਸੀ ਵਿੱਚ ਇੰਨਾ ਹੀ ਯਕੀਨ ਰੱਖਦੇ ਹੋ ਤਾਂ ਮੋਦੀ ਦੇ ਨਾਮ ਤੇ ਛੱਡ ਕੇ ਕਿਸੇ ਹੋਰ ਦੇ ਨਾਮ ਤੇ ਵੋਟ ਮੰਗ ਲਓ। ਜੇ ਤੁਹਾਨੂੰ ਲੱਗਦਾ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੋਰ ਕਿਸੇ ਨੂੰ ਬਣਾ ਦਿਓ। ਨਹੀਂ, ਇੱਥੇ ਤੁਸੀਂ ਮੋਦੀ ਹੋਰਾਂ ਦੇ ਨਾਮ ਦੇ ਉੱਤੇ ਗਲਤ, ਇੱਥੇ ਤੁਸੀਂ ਮੋਦੀ ਹੋਰਾਂ ਦੇ ਨਾਂ ਤੇ ਗਲਤ ਵਾਲੀ ਸਾਈਡ ਤੇ ਲੈ ਗਏ। ਮੈਂ ਦਲ ਬਦਲੂਣ ਦੀ ਗੱਲ ਉੱਥੇ ਇਹ ਕਰ ਰਹੀ ਸੀ। ਜੀ ਸੁਪਿੰਦਰ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਮਠਾਰੂ ਸਾਹਿਬ ਕਿ ਉਹਨੇ ਤੁਹਾਨੂੰ ਇੰਟਰਪਟ ਨਹੀਂ ਕੀਤਾ, ਤੁਸੀਂ ਉਹਨੂੰ ਗੱਲ ਪੂਰੀ ਕਰ ਲੈਂਦੇ ਜੀ। ਮਠਾਰੂ ਸਾਹਿਬ ਕੰਟੀਨਿਊ। ਨਰਿੰਦਰ ਮੋਦੀ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਦੇਖੋ ਮੈਂ ਉਹਨਾਂ ਨੂੰ ਇਹ ਨਹੀਂ ਕੋਈ ਗੱਲ ਕਹਿ ਰਿਹਾ, ਜਿਹੜੀ ਗੱਲ ਡੈਮੋਕ੍ਰੇਸੀ ਦੀ ਹੈ ਔਰ ਪਰਿਵਾਰਵਾਦ ਦੀ, ਕੀ ਨਰਿੰਦਰ ਮੋਦੀ ਦਾ ਪਰਿਵਾਰ ਨਹੀਂ ਹੈ? ਨਰਿੰਦਰ ਮੋਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ, 2 ਵਾਰ ਬਣੇ। ਇੱਕ ਵਾਰ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ, ਅਗਲੀ ਵਾਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਬਣਾ ਦੇਣਾ ਸੀ ਨਾ, ਅਗਰ ਤੁਹਾਡੀ ਡੈਮੋਕ੍ਰੇਸੀ ਕਾਮਯਾਬ ਹੈ। ਇਹੀ ਜੇ ਤੁਸੀਂ ਹੁਣ ਬਾਦਲ ਪਰਿਵਾਰ ਨੂੰ ਕਿਹਾ, ਬਾਦਲ ਪਰਿਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਹੈ, ਉਹਨਾਂ ਨੇ ਪੰਜਾਬ ਵਾਸਤੇ ਕੰਮ ਕੀਤਾ, ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਬਾਦਲ ਪਰਿਵਾਰ ਨੂੰ ਪਿਆਰ ਕਰਦੇ ਆ। 5 ਵਾਰ ਮੁੱਖ ਮੰਤਰੀ ਬਣੇ ਆ ਸ਼੍ਰੀ ਨਰਿੰਦਰ ਮੋਦੀ ਜੀ ਤਾਂ ਹਲੇ 2 ਵਾਰ ਹੀ ਪ੍ਰਧਾਨ ਮੰਤਰੀ ਬਣੇ ਆ ਨਾ, ਪਤਾ ਨਹੀਂ ਅਗਲੀ ਵਾਰ ਬਣਨਗੇ ਕਿ ਨਹੀਂ ਬਣਨਗੇ। ਜਿਹੜੀ ਤੁਸੀਂ ਗੱਲ ਕਰਦੇ ਸਮਝੌਤੇ ਦੀ ਕਿ ਇਹਨਾਂ ਨਾਲ ਅਸੀਂ ਸਮਝੌਤਾ ਰੱਖਿਆ, ਤੁਸੀਂ ਸਮਝੌਤਾ ਨਹੀਂ, ਬੀਜੇਪੀ ਨੂੰ ਤਾਂ ਸੀਟਾਂ ਹੀ 3 ਆਇਆ ਕਰਦੀਆਂ ਸੀ ਉਸ ਟਾਈਮ ਤੇ ਜਦੋਂ ਜਨਤਾ ਦਲ ਬਣਿਆ ਸੀ। ਸ਼ਾਇਦ ਤੁਸੀਂ ਪਿਛਲਾ ਇਤਿਹਾਸ ਨਹੀਂ ਪੜ੍ਹਿਆ, ਸ਼੍ਰੋਮਣੀ ਅਕਾਲੀ ਦਲ ਨੇ ਉਸ ਟਾਈਮ ਬੀਜੇਪੀ ਨੂੰ ਸਮਝੌਤੇ ਦੇ ਵਿੱਚ ਲੈ ਕੇ ਆਏ ਸੀ, ਜਨਤਾ ਦਲ ਬਣਿਆ ਸੀ ਔਰ ਇੱਕ ਐਨਡੀਏ ਦੀ ਸਥਾਪਨਾ ਹੋਈ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਂਗਲ ਫੜ ਕੇ ਤੁਸੀਂ ਸਿੱਖਿਆ ਤੁਰਨਾ ਇੱਥੇ। ਤੁਹਾਨੂੰ ਜਿਹੜੀਆਂ ਅੱਜ ਸੀਟਾਂ, ਹੁਣ ਤੁਹਾਡੇ 'ਚ ਹੰਕਾਰ ਆ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਦੇਸ਼ ਦੇ ਵਿੱਚ ਉੱਭਰੇ ਆ, ਹੁਣ ਤੁਹਾਡੇ 'ਚ ਹੰਕਾਰ ਆ ਗਿਆ, ਤੁਹਾਨੂੰ ਇਹ ਲੱਗਿਆ, ਇਸ ਕਰਕੇ ਤੁਸੀਂ ਅੱਜ ਡੈਮੋਕ੍ਰੇਸੀ ਦੀਆਂ ਗੱਲਾਂ ਕਰਨ ਲੱਗ ਪਏ। ਡੈਮੋਕ੍ਰੇਸੀ ਤੁਹਾਡੀ ਪਾਰਟੀ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ, ਡਿਕਟੇਟਰਸ਼ਿਪ ਹੈ। ਮਠਾਰੂ ਜੀ ਠੀਕ ਹੈ, ਮੈਨੂੰ ਲੱਗਦਾ ਤੁਹਾਡੀ ਤੁਸੀਂ ਜਿਹੜੀ ਗੱਲ ਕਹਿ ਰਹੇ ਸੀਗੇ ਆਈ ਥਿੰਕ ਠੀਕ ਹੈ ਮਠਾਰੂ ਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਆਈ ਥਿੰਕ ਉਹ ਕਨਵੇ ਹੋ ਗਈ ਹੈ। ਮੈਂ ਸ਼ੁਰੂਆਤ 'ਚ ਬਹੁਤ ਸਮਾਂ ਮੈਨੂੰ ਲੱਗਦਾ ਇਹਨਾਂ 3 ਰਿਵਾਇਤੀ ਪਾਰਟੀਆਂ ਨੂੰ ਦਿੱਤਾ ਜੋ ਪੰਜਾਬ 'ਚ ਰਹੀਆਂ ਨੇ, ਅਕਾਲੀ ਤੇ ਬੀਜੇਪੀ ਇਕੱਠੇ ਰਹੇ ਨੇ, ਇਸ ਕਰਕੇ ਕਾਂਗਰਸ। ਹੁਣ ਇਹ ਬਾਰ-ਬਾਰ ਬਦਲ ਦੀ ਗੱਲ ਹੋ ਰਹੀ ਹੈ, ਬਾਰ-ਬਾਰ ਪੁਰਾਣੀਆਂ ਜੋ ਚੀਜ਼ਾਂ ਚੱਲ ਰਹੀਆਂ, ਚਾਹੇ ਪਰਿਵਾਰਵਾਦ, ਇਹ ਸਭ ਦੀ ਗੱਲ ਹੋ ਰਹੀ ਹੈ। 2 ਨਵੀਂ ਪਾਰਟੀਆਂ ਤਾਂ ਵਿਊ ਲੈ ਲੈਂਦੇ ਆ। ਆਮ ਆਦਮੀ ਪਾਰਟੀ ਤੋਂ ਬਿਕਰਮਜੀਤ ਪੱਸੀ ਜੀ ਸਾਡੇ ਨਾਲ ਮੌਜੂਦ ਨੇ। ਬਿਕਰਮ ਜੀ, ਆਮ ਆਦਮੀ ਪਾਰਟੀ ਵੀ ਇਹੀ ਕਹਿ ਰਹੀ ਹੈ ਕਿ ਇਹ ਰਿਵਾਇਤੀ ਪਾਰਟੀਆਂ ਬੜੀਆਂ ਖਰਾਬ ਹੈ, ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਇੱਕ ਮੌਕਾ ਕੇਜਰੀਵਾਲ ਨੂੰ, ਖੈਰ ਉਹ ਤਾਂ ਦਿੱਲੀ ਬੈਠੇ ਨੇ ਫੇਰ ਵੀ, ਪਰ ਆਮ ਆਦਮੀ ਪਾਰਟੀ 'ਚ ਵੀ 56 ਲੋਕ ਇਸ ਵਾਰ ਇਹੋ ਜਿਹੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਏ ਨੇ। ਇਹ ਕੀ ਹੋ ਰਿਹਾ ਹੈ? ਆਮ ਆਦਮੀ ਪਾਰਟੀ ਨਵਾਂ ਬਦਲ ਦੇ ਰਹੀ ਹੈ ਕਿ ਉਹੀ ਪੁਰਾਣੇ ਲੋਕਾਂ ਨੂੰ ਨਵੇਂ ਕਵਰ 'ਚ ਪਾ ਕੇ ਨਵਾਂ ਬਦਲ ਬਣਾ ਰਹੀ ਹੈ? ਆਮ ਆਦਮੀ ਪਾਰਟੀ ਦੀ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ 56 ਲੋਕ ਛੱਡ ਕੇ ਆਏ ਹੈ, ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਆਮ ਆਦਮੀ ਪਾਰਟੀ ਨੇ ਕਿਤੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਇਹ ਉਹ 56 ਲੋਕ ਇਹ ਨਹੀਂ ਹੈ ਕਿ ਇੱਕ ਦਿਨ ਪਹਿਲਾਂ ਪਾਰਟੀ ਛੱਡ ਕੇ ਆਏ ਤੇ ਅਗਲੇ ਦਿਨ ਕੋਈ ਟਿਕਟ ਅਨਾਉਂਸ ਕਰਤੀ। ਆਮ ਆਦਮੀ ਪਾਰਟੀ ਦੀ ਨੀਤੀਆਂ ਦੇ ਨਾਲ ਜਿਹੜੀ ਸਭ ਤੋਂ ਵੱਡੀ ਨੀਤੀ ਹੈ ਕਿ ਆਮ ਆਦਮੀ ਦੀ ਸਹੂਲਤ ਦੇ ਲਈ ਅਸੀਂ ਜਿਹੜਾ ਸਰਕਾਰ ਬਣਾਣੀ ਹੈ। ਜਿੱਦਾਂ ਮੇਰੀ ਭੈਣ ਨੇ, ਡਾਕਟਰ ਸਾਹਿਬ ਨੇ ਕਿਹਾ, ਡਾਕਟਰ ਕਮਲ ਜੀ ਨੇ, ਉਹ ਖੁਦ ਹੀ ਕਹਿ ਬੈਠੇ ਸਟਾਰਟਿੰਗ 'ਚ ਕਿ ਜੀ ਲੋਕ ਰਵਾਇਤੀ ਪਾਰਟੀਆਂ ਤੋਂ ਬਦਲਣਾ ਚਾਹੁੰਦੇ ਆ। ਬੀਜੇਪੀ ਵੀ ਰਵਾਇਤੀ ਪਾਰਟੀ ਹੈ, ਕਾਂਗਰਸ ਤੇ ਅਕਾਲੀ ਦਲ ਇਹ 3 ਰਵਾਇਤੀ ਪਾਰਟੀਆਂ।
खुद ही मेरे ਪਰ अकाली दल ਹਜੇ के दोस्त ਦੇਖੋ और ਬੀਜੇਪੀ ਦੀ ਤੁਸੀਂ ਰਵਾਇਤ ਦੀ ਜਿਹੜੀ ਗੱਲ ਕਰਦੇ ਹੋ ਬੀਜੇਪੀ ਰਵਾਇਤ ਸੁਰਿੰਦਰ ਜੀ ਦੇ ਉਹੀ ਗੱਲ ਕੀ ਦੁਬਾਰਾ ਵਾਪਸ ਪੰਜਾਬ ਆਵਾਂਗੇ ਸੁਰਿੰਦਰ ਜੀ ਦੂਜੇ ਨੂੰ ਗੱਲ ਪੂਰੀ ਕਰ ਲੈਣ ਦੀ ਸੁਰਿੰਦਰ ਜੀ ਗੱਲ ਪੂਰੀ ਕਰ ਲੈਣ ਦੀ ਪਹਿਲਾਂ ਜੀ ਸਾਡਾ ਇਹ ਡਿਬੇਟ ਲੋਕਾਂ ਨੇ ਦੇਖਣਾ ਹੈ, ਨੌਜਵਾਨਾਂ ਨੇ ਵੀ ਦੇਖਣਾ ਹੈ। ਤੇ ਜਦੋਂ ਇੱਕ ਬੋਲਿਆ ਪਲੀਜ਼ ਵਿੱਚ ਇੰਟਰਪਟ ਨਾ ਕਰੀਏ, ਮੈਂ ਬਿਲਕੁਲ ਨਹੀਂ ਬੋਲਿਆ ਕਿਸੇ ਦੇ ਮਸਲੇ 'ਚ, ਜਿਹੜੀ ਮੈਂ ਗੱਲ ਕਰ ਰਹੀ। ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜਿਹੜੀ ਇਹ ਦਲ ਬਦਲ ਦੀ ਰਾਜਨੀਤੀ ਕਾਂਗਰਸ ਬੀਜੇਪੀ ਇਹ ਮਿਲ ਕੇ ਕਿੱਦਾਂ ਖੇਲ ਰਿਹਾ ਅਕਾਲੀ ਦਲ ਨਾਲ। ਬਾਜਵਾ ਬ੍ਰਦਰਸ ਹੈ, ਬਾਜਵਾ ਬ੍ਰਦਰਸ ਪ੍ਰਤਾਪ ਬਾਜਵਾ ਜੀ ਨੂੰ ਕਾਦੀਆਂ ਤੋਂ ਕਾਂਗਰਸ ਅਨਾਉਂਸ ਕਰਦੀ ਹੈ, ਫਤਿਹ ਜੰਗ ਬਾਜਵਾ ਕਾਦੀਆਂ ਤੋਂ ਸਿਟਿੰਗ ਐਮਐਲਏ ਹੁੰਦੇ ਆ, ਫਤਿਹ ਜੰਗ ਬਾਜਵਾ ਬੀਜੇਪੀ ਜੁਆਇਨ ਕਰ ਲੈਂਦੇ ਆ। ਹੁਣ ਕਿਉਂਕਿ ਦੋਨਾਂ ਨੂੰ ਅਕੋਮੋਡੇਟ ਕਰਨਾ ਉੱਪਰ ਕਿਆ ਖੇਲ ਹੈ ਦੋਨਾਂ ਦਾ ਮਿਲ ਕੇ ਚੱਲ ਰਿਹਾ ਹੈ ਕਿ ਫਤਿਹ ਜੰਗ ਬਾਜਵਾ ਜੀ ਨੂੰ ਕੱਲ ਬਟਾਲਾ ਤੋਂ ਸ਼ਿਫਟ ਕਰ ਦਿੱਤਾ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਅਜਿਹਾ ਕੋਈ ਵੀ ਇਦਾਂ ਦੀ ਕਿਸੇ ਨਾਲ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ ਇੱਕ ਗੱਲ ਲੈ ਕੇ ਚੱਲ ਰਹੀ ਹੈ ਕਿ ਜੋ ਲੋਕਾਂ ਨੂੰ 70-72 ਸਾਲਾਂ 'ਚ ਨਹੀਂ ਮਿਲਿਆ, ਸਿਰਫ ਲਾਰੇ ਔਰ ਝੂਠੀਆਂ ਗੱਲਾਂ ਮਿਲੀਆਂ, ਅਸੀਂ ਲੋਕਾਂ ਨੂੰ ਇੱਕ ਸਹੂਲਤ ਦੇਣੀ ਹੈ। ਜਿੱਦਾਂ ਦੀ ਗੱਲ ਤੁਸੀਂ ਗੱਲ ਕਰ ਰਹੇ ਸੀ ਕਿ 56 ਲੋਕਾਂ ਨੂੰ, ਮੈਂ ਤੁਹਾਡੇ ਕੁਐਸਚਨ ਤੇ ਆ ਰਿਹਾ। ਵਿਕਰਮਜੀਤ ਜੀ ਵੈਸੇ ਵਿਕਰਮ ਜੀ ਇਹ ਕਹਿਣ ਨੂੰ ਗੱਲ ਬੜੀ ਸੋਹਣੀ ਲੱਗੀ ਤੁਹਾਡੀ, ਲੇਕਿਨ ਗੱਲ ਇਹ ਹੈ ਕਿ ਇਹੋ ਜਿਹੇ ਮੈਂ ਬਹੁਤ ਐਗਜ਼ਾਮਪਲ ਦੇ ਸਕਦਾ ਹਾਂ ਜਿਹੜੇ ਕਿਤੋਂ ਜਦੋਂ ਟਿਕਟ ਨਹੀਂ ਮਿਲੀ ਤਾਂ ਆਮ ਆਦਮੀ ਪਾਰਟੀ ਕੋਲ ਆ ਗਏ। ਲਾਲੀ ਮਜੀਠੀਆ ਵਰਗਾ ਐਗਜ਼ਾਮਪਲ ਇੱਕ ਬੜਾ ਵੱਡਾ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਗਏ, ਮਾਫ ਕਰਨਾ ਕਾਂਗਰਸ ਤੋਂ ਸ਼੍ਰੋਮਣੀ ਅਕਾਲੀ ਦਲ ਗਏ, ਹੁਣ ਤੁਹਾਡੇ ਕੋਲ ਆ ਗਏ ਨੇ। ਸੋ ਇਹ ਤਾਂ ਤੁਸੀਂ ਵੀ ਕਹਿ ਰਹੇ ਹੋ, ਮੈਨੂੰ ਲੱਗਦਾ ਜਿਹਨੂੰ ਸੀਟ ਨਹੀਂ ਮਿਲਦੀ ਤੇ ਤੁਹਾਨੂੰ ਜਿਸ ਸੀਟ ਤੋਂ ਕੈਂਡੀਡੇਟ ਨਹੀਂ ਮਿਲਦਾ ਉਹ ਜੇ ਕੋਈ ਪਾਰਟੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਵੀ ਵੋਟ ਦੇ ਰਹੀ ਹੈ। ਸੋ ਤੁਸੀਂ ਜੋ ਕਹਿ ਰਹੇ ਹੋ ਉਹ ਅਸਲੀਅਤ ਨਾਲ ਮੈਚ ਨਹੀਂ ਕਰ ਰਿਹਾ। ਸੁਣੋ, ਲਾਲੀ ਮਜੀਠੀਆ ਜੀ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਕਾਂਗਰਸ 'ਚ ਵੀ ਉਹ ਰਹੇ, ਉਸ ਤੋਂ ਬਾਅਦ ਅਕਾਲੀ ਦਲ 'ਚ, ਹੈ ਨਾ, ਕਾਂਗਰਸ 'ਚ ਚੇਅਰਮੈਨ ਰਹੇ। ਉਹਨਾਂ ਦੇ ਉੱਤੇ ਇਹਨਾਂ ਨੇ ਉਹਨਾਂ ਨੂੰ ਚੇਅਰਮੈਨ ਤਾਂ ਹੀ ਬਣਾਇਆ ਕਿ ਸਾਫ਼ ਛਵੀ ਸੀਗੀ। ਮਜੀਠੀਆ ਤੋਂ ਵਿਕਰਮ ਮਜੀਠੀਆ ਜੀ ਦੇ ਮੁਕਾਬਲੇ ਇੱਕ ਸਾਫ਼ ਚਿਹਰਾ ਚਾਹੀਦਾ ਸੀ। ਵਿਕਰਮ ਮਜੀਠੀਆ ਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ, ਅੱਜ ਕੱਲ੍ਹ ਅਖਬਾਰਾਂ 'ਚ ਬਹੁਤ ਚੱਲ ਰਿਹਾ, ਆਪਾਂ ਇਸ ਤੇ ਡਿਬੇਟ ਕਰ ਸਕਦੇ ਆ, ਜੇ ਕਰਨੀ ਆ ਤਾਂ ਉਸ ਤੇ ਵੀ ਟਾਈਮ ਲੱਗ ਜਾਊਗਾ। ਤਾਂ ਉਹਨਾਂ ਦੇ ਮੁਕਾਬਲੇ ਸਾਨੂੰ ਆਮ ਆਦਮੀ ਪਾਰਟੀ ਨੂੰ ਵੀ ਵਿਨੇਬਿਲਿਟੀ ਦੇਖਣੀ ਆ, ਉਸ ਚਿਹਰਾ ਐਸਾ ਚਾਹੀਦਾ ਸੀ ਜੋ ਉੱਥੋਂ ਜਿੱਤ ਸਕੇ। ਔਰ ਸਾਡੀ ਜਿਹੜੀ ਲੋਕਾਂ ਦੀ ਬਿਹਤਰੀ ਦੇ ਲਈ ਅਸੀਂ ਲੜਾਈ ਲੜ ਰਹੇ ਹਾਂ, ਜੇ ਸਾਡੇ ਕੋਲੇ ਐਮਐਲਏ ਜਿੱਤ ਕੇ ਆਨੇ ਆ, ਸਰਕਾਰ ਬਣਦੀ ਹੈ, ਤਾਂ ਅਸੀਂ ਆਪਣਾ ਜਿਹੜਾ ਲੋਕਾਂ ਦੇ ਹੱਕ ਦਾ ਜਿਹੜਾ ਏਜੰਡਾ ਉਹਨੂੰ ਲਾਗੂ ਕਰਦੇ ਹਾਂ। ਔਰ ਲਾਲੀ ਮਜੀਠੀਆ ਜੀ ਵਿਨੇਬਿਲਿਟੀ ਫੈਕਟਰ ਵੀ ਸੀ, ਸੀਨੀਅਰਿਟੀ ਫੈਕਟਰ ਵੀ ਸੀ, ਕਾਬਲੀਅਤ ਵੀ ਸੀ, ਇਸ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਗਈ। ਇਸੇ ਤਰ੍ਹਾਂ ਬਾਕੀ ਸੀਟਸ ਤੇ ਵੀ ਹੋਇਆ। ਤੁਸੀਂ ਮੈਨੂੰ ਇੱਕ ਚੀਜ਼ ਦੇਖੋ ਕਿ ਲਗਾਤਾਰ ਅੱਜ ਹੀ ਆਪਾਂ ਦੇਖ ਰਹੇ ਸੀਗੇ ਕਿ 3 ਲੇਡੀਜ਼ ਦੀਆਂ ਵੀ ਕਾਂਗਰਸ ਪਾਰਟੀ ਨੇ ਟਿਕਟਸ ਕੱਟਤੀਆਂ। ਔਰ ਭਾਈ ਭਤੀਜਾਵਾਦ ਦੀ ਤੁਸੀਂ ਗੱਲ ਕੀਤੀ, ਪਰਿਵਾਰਵਾਦ ਦੀ ਗੱਲ ਕੀਤੀ, ਮੈਂ ਉਸ ਤੇ ਵੀ 2 ਮਿੰਟ ਅਗਰ ਕਹੋ ਤਾਂ ਮੈਂ ਉਸੇ ਟੌਪਿਕ ਤੇ ਰਹਾ, ਦਲ ਬਦਲੀ ਵਾਲੇ ਤੇ, ਕਿਉਂਕਿ ਮੇਨ ਟੌਪਿਕ ਆਪਾਂ ਟੌਪਿਕ ਤੇ ਹੀ ਰਹਿੰਦੇ ਆਪਣੇ ਜੀ ਦਲ ਬਦਲੀ ਵਾਲੇ ਤੇ ਵੀ ਤੁਸੀਂ ਦੇਖੋ ਆਪਾਂ ਆਪਣੇ ਟੌਪਿਕ ਤੇ ਰਹਿੰਦੇ। ਤੇ ਇੱਕ ਵਾਰੀ ਪਹਿਲਾਂ ਮੈਂ ਜਰਾ ਸੰਗਰੂਰ ਤੋਂ ਅਸੀਂ ਨਰਿੰਦਰ ਕੌਰ ਬਰਾਜ, ਇੱਕ ਸਧਾਰਨ ਘਰ ਦੀ ਲੜਕੀ ਹੈ, ਉਹਨੂੰ ਟਿਕਟ ਦਿੱਤੀ ਹੈ। ਜੀਵਨ ਜੋਤ ਜੀ ਅੱਜ ਨਵਜੋਤ ਸਿੱਧੂ ਜੀ ਔਰ ਵਿਕਰਮ ਮਜੀਠੀਆ ਜੀ ਦੇ ਖਿਲਾਫ ਅਸੀਂ ਮੈਦਾਨ 'ਚ ਉਤਾਰੇ, ਉਹ ਵੀ ਸਧਾਰਨ ਪਰਿਵਾਰ ਤੋਂ ਹੈ। ਸੋ ਅਸੀਂ ਸਿਰਫ ਇਹ ਨਹੀਂ ਦੇਖਿਆ ਕਿ ਦੂਜੀ ਪਾਰਟੀ 'ਚੋਂ ਆ ਰਿਹਾ, ਉਹਦਾ ਅਕਸ ਸਾਫ਼ ਹੈ, ਉਹ ਵਿਨੇਬਿਲਿਟੀ ਫੈਕਟਰ ਹੈ। ਔਰ ਜਿਹੜਾ ਸਾਡਾ ਪੰਜਾਬ ਨੂੰ ਇੱਕ ਮਾਡਲ ਸਟੇਟ ਬਣਾਉਣ ਦਾ ਸਾਡਾ ਸੁਪਨਾ ਹੈ, ਕਿਉਂਕਿ ਦਿੱਲੀ 'ਚ ਸਾਡੀ ਸਰਕਾਰ ਹੈ, ਦਿੱਲੀ ਦੇ ਵਿੱਚ ਅਸੀਂ ਫ੍ਰੀ ਐਜੂਕੇਸ਼ਨ, ਫ੍ਰੀ ਮੈਡੀਕਲ, ਤੁਸੀਂ ਦੇਖਿਆ ਹੋਣਾ ਇੱਕ ਪੁਲ ਦੀ ਵੀ ਗੱਲ ਸੀ। ਉਸ ਤਰ੍ਹਾਂ ਹੀ ਅਸੀਂ ਅਗਰ ਸਾਨੂੰ ਪੰਜਾਬ 'ਚ ਫੁੱਲ ਫਲੈਜ ਇੱਕ ਸਟੇਟ ਲੋਕ ਮੌਕਾ ਦਿੰਦੇ ਆ, ਜੋ ਲੋਕਾਂ ਦੇ ਮਨਾਂ 'ਚ ਅੱਜ ਬਦਲਾਵ ਹੈ, ਤਾਂ ਤੁਸੀਂ ਦੇਖੋਗੇ ਕਿ ਆਦਰਸ਼ ਸਟੇਟ ਅਸੀਂ ਬਣਾ ਕੇ ਪੇਸ਼ ਕਰਾਂਗੇ। ਉਹਦੇ ਲਈ ਸਾਨੂੰ ਸੀਟਾਂ ਵੀ ਚਾਹੀਦੀਆਂ। ਔਰ ਉਸੇ ਨੂੰ ਵਿਕਰਮ ਜੀ ਠੀਕ ਹੈ ਵਿਕਰਮ ਜੀ, ਵੈਸੇ ਤੁਸੀਂ ਮੈਨੂੰ ਲੱਗਦਾ ਆਮ ਆਦਮੀ, ਵਿਕਰਮ ਜੀ ਦੁਬਾਰਾ ਤੁਹਾਡੇ ਕੋਲ ਆਉਂਗਾ, ਲੇਕਿਨ ਮੈਨੂੰ ਲੱਗਦਾ ਹੈ ਬੜਾ ਸੌਖਾ ਤਰੀਕਾ ਅਪਣਾ ਲਿਆ ਆਮ ਆਦਮੀ ਪਾਰਟੀ ਨੇ ਕਿ ਜਦੋਂ ਲੋੜ ਪਈ ਤਾਂ ਕਹਿਤਾ ਦਿੱਲੀ ਵਾਂਗ ਸਾਨੂੰ ਪੰਜਾਬ ਦਿਓ, ਅਸੀਂ ਵਧੀਆ ਕਰ ਦਾਂਗੇ। ਜਦੋਂ ਗੱਲ ਆਉਂਦੀ ਹੈ ਲਾਅ ਐਂਡ ਆਰਡਰ ਦੀ, ਤਦੋਂ ਕਹਿ ਦਿੱਤਾ ਜਾਂਦਾ ਸਾਡੇ ਕੋਲ ਪੁਲਿਸ ਹੈ ਨਹੀਂ ਦਿੱਲੀ 'ਚ। ਮੈਨੂੰ ਲੱਗਦਾ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰ ਰਹੇ ਹੋ, ਲੇਕਿਨ ਪੰਜਾਬ ਤੇ ਦਿੱਲੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਰ ਇਹ ਗੱਲਾਂ ਨਹੀਂ ਹੈ, ਇਹ ਤਾਂ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜੋ ਪੁਲਿਸ ਹੈ ਉਹ ਸੈਂਟਰ ਦੇ ਕੰਟਰੋਲ 'ਚ ਹੈ, ਹੋਮ ਮਿਨਿਸਟਰੀ ਦੇ ਕੰਟਰੋਲ 'ਚ ਹੈ। ਪੰਜਾਬ 'ਚ ਤਾਂ ਸਟੇਟ ਦੇ ਕੰਟਰੋਲ 'ਚ ਹੈ ਨਾ ਜੀ। ਔਰ ਦੂਸਰੀ ਚੀਜ਼ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਪਰਿਵਾਰਵਾਦ ਦੀ, ਤੁਸੀਂ ਦੇਖੋਗੇ ਨਵਜੋਤ ਸਿੱਧੂ ਜੀ ਬੜਾ ਸ਼ੋਰ ਮਚਾਉਂਦੇ ਸੀ, ਇੱਕ ਘਰ ਇੱਕ ਟਿਕਟ, ਖੁਦ ਦੇ ਆਪਣੇ ਭਤੀਜੇ ਨੂੰ ਟਿਕਟ ਲੈ ਲਈ, ਭੱਠਲ ਜੀ ਦੇ ਜਵਾਈ ਜੀ ਨੂੰ ਟਿਕਟ ਮਿਲ ਗਈ, ਔਰ ਕਿਹਨਾਂ ਦੀ ਲੇਡੀਜ਼ ਦੀ ਟਿਕਟਾਂ ਕੱਟ ਕੇ, ਜੇ ਕਹੋ ਤਾਂ ਮੈਂ ਪੂਰੀ ਡਿਟੇਲ ਦੇ ਦੇਣਾ। ਔਰ ਪਰਿਵਾਰਵਾਦ ਦੀ ਤਾਂ ਤੁਸੀਂ ਦੋਨੋਂ ਪਾਰਟੀਆਂ 'ਚ ਐਸਾ
ਦੋਨੋਂ ਪਾਰਟੀਆਂ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ, ਪਰਿਵਾਰਵਾਦ ਨੂੰ ਤਾਂ ਵਧਾਈ ਰਹੀ ਹੈ। ਤੁਸੀਂ ਦੇਖ ਲਓ ਵੀ ਇੱਥੋਂ ਤੱਕ ਹੋ ਗਿਆ ਕਿ ਐਮਐਲਏ ਦੇ ਮੁੰਡੇ ਡੀਐਸਪੀ ਲੱਗ ਗਏ, ਐਮਐਲਏ ਦੇ ਮੁੰਡੇ ਏਐਮ ਲੱਗ ਗਏ, ਐਮਐਲਏ ਦੇ ਮੁੰਡੇ ਨੂੰ ਅੱਗੇ ਪਾਰਟੀ ਅਹੁਦੇ ਮਿਲ ਰਹੇ ਆ। ਇਹ ਚੀਜ਼ਾਂ ਜਿਹੜੀਆਂ, ਇਸ ਤੋਂ ਪੰਜਾਬ ਨਿਜਾਤ ਪਾਣਾ ਚਾਹੁੰਦਾ ਹੈ। ਠੀਕ ਹੈ। ਸਾਂਝਾ ਸਮਾਜ ਮੋਰਚਾ ਚੋਂ ਵੀ ਸਾਡੇ ਨਾਲ ਮੁਕੇਸ਼ ਚੰਦਰਾ ਜੀ ਸ਼ਾਮਿਲ ਨੇ। ਮੁਕੇਸ਼ ਜੀ ਨਾਲ ਹੁਣ ਤੱਕ ਗੱਲ ਨਹੀਂ ਹੋਈ ਹੈ। ਮੁਕੇਸ਼ ਜੀ, ਪਹਿਲਾ ਆਬਵੀਅਸਲੀ ਡੈਬਿਊ ਕਰ ਰਹੀ ਹੈ ਇਸ ਵਾਰ ਐਸਐਸਐਮ, ਕਿਸਾਨਾਂ ਦੀ ਪਾਰਟੀ, ਬਾਰ-ਬਾਰ ਇਹ ਕਿਹਾ ਜਾ ਰਿਹਾ, ਲੇਕਿਨ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਦਾ ਸਾਥ ਨਹੀਂ ਮਿਲਿਆ। ਲੇਕਿਨ ਐਸਐਸਐਮ ਜਾਂ ਤਾਂ ਇਹੋ ਜਿਹੇ ਕੈਂਡੀਡੇਟਸ ਫੀਲਡ ਕਰ ਰਹੀ ਹੈ ਜਿਨ੍ਹਾਂ ਨੂੰ ਕੋਈ ਪੋਲੀਟੀਕਲ ਐਕਸਪੀਰੀਅੰਸ ਨਹੀਂ ਹੈ, ਜਾਂ ਫਿਰ ਉਹੀ ਗੱਲ ਦੂਜੀ ਪਾਰਟੀਆਂ ਤੋਂ ਜਿਹੜੇ ਕਹਿ ਲਓ ਅੱਕੇ ਹੋਏ ਕੈਂਡੀਡੇਟਸ ਨੇ ਉਹ ਹੁਣ ਐਸਐਸਐਮ ਜੁਆਇਨ ਕਰ ਰਹੇ ਨੇ। ਸੋ ਐਸਐਸਐਮ ਆਪਣਾ ਇੱਕ ਕਲੀਅਰ ਪਲਾਨ ਕਿਵੇਂ ਲੈ ਕੇ ਆਏਗੀ, ਕਿਉਂਕਿ ਇੱਕ ਸਟੇਟ ਨੂੰ ਰਨ ਕਰਨਾ ਜੇ ਜਿੱਤ ਵੀ ਜਾਂਦੀ ਹੈ ਤਾਂ ਸਿਰਫ ਕਿਸਾਨਾਂ ਤੋਂ ਇਲਾਵਾ ਹੋਰ ਬਹੁਤ ਵਰਗ ਨੇ ਤੇ ਹੋਰ ਬਹੁਤ ਇਸ਼ੂਜ਼ ਹੁੰਦੇ ਨੇ ਸਟੇਟ ਦੇ। ਵਿਕਰਮ ਜੀ, ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਵਾਂ, ਜਿਹੜਾ ਐਸਐਸਐਮ ਬਣਿਆ ਇਹ ਇਕੱਲਾ ਕਿਸਾਨਾਂ ਲਈ ਨਹੀਂ, ਇਹ ਪੰਜਾਬ ਦੇ ਹਰ ਵਰਗ ਦੇ ਲੋਕ ਆ। ਜੇ ਪੰਜਾਬ ਦੀਆਂ ਜਥੇਬੰਦੀਆਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ, ਉਹਦੇ ਵਿੱਚ ਸਿਰਫ 4 ਆਗੂ ਜਿਹੜੇ ਆ ਉਹ ਇਲੈਕਸ਼ਨ ਲੜ ਰਹੇ ਆ, ਬਾਕੀ ਸਾਰੇ ਪੂਰੇ ਪੰਜਾਬ ਦੇ ਵਿੱਚੋਂ ਹਰ ਵਰਗ ਦੇ ਜਿਹੜੇ ਲੋਕ ਆ ਉਹ ਲਏ ਜਾ ਰਹੇ ਆ। ਕੁਛ ਏਦਾਂ ਦਾ ਸਮਾਂ ਆਇਆ, ਪੋਲੀਟੀਕਲ ਪਾਰਟੀਆਂ ਨੇ ਕੁਛ ਅੰਦੋਲਨ ਚ ਲੇਟ ਹੋ ਗਏ, ਕੁਛ ਆ ਕੇ ਇੱਥੇ ਸਾਨੂੰ ਨਹੀਂ ਉਲਝਾਇਆ। ਹਾਂ, ਇਹ ਕੈਂਡੀਡੇਟ ਚੁਣਨ ਦੇ ਵਿੱਚ ਸਾਨੂੰ ਥੋੜੀ ਜਿਹੀ ਦਿੱਕਤਾਂ ਆਈਆਂ, ਪਰ ਅਸੀਂ ਕੋਈ ਵੀ ਜਿਹੜਾ ਵੱਡੀ ਕਿਸੇ ਰਵਾਇਤੀ ਪਾਰਟੀ ਦਾ ਆਗੂ ਸੀ ਉਹ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਗਿਆ। ਦੂਸਰੀ ਗੱਲ ਚੱਲਦੀ ਸੀ ਪਰਿਵਾਰਵਾਦ ਦੀ। ਮੈਂ ਆਪਣੇ ਸਾਥੀਆਂ ਨੂੰ ਗੱਲ ਦੱਸਣਾ ਚਾਹੁੰਦਾ ਹਾਂ ਵੀ ਜਿਹੜੀਆਂ ਪੰਜਾਬ ਦੀਆਂ ਦੋਨੇ ਰਵਾਇਤੀ ਪਾਰਟੀਆਂ ਜਿਹੜੇ ਹੁਣ ਤੱਕ ਪੰਜਾਬ ਦੇ ਵਿੱਚ ਰਾਜ ਕਰਦੇ ਰਹੀਆਂ ਆ, ਉਹਨਾਂ ਦੇ ਵਿੱਚ ਤਕਰੀਬਨ 60-65% ਜਿਹੜੇ ਲੋਕ ਬੈਠੇ ਆ, ਲੀਡਰ ਬੈਠੇ ਆ, ਜਿਹੜੇ ਹੁਣ ਤੱਕ ਪੰਜਾਬ ਤੇ ਰਾਜ ਕਰਦੇ ਨੇ, ਉਹ ਆਪਸ ਵਿੱਚ ਰਿਸ਼ਤੇਦਾਰ ਆ। ਉਹ ਸਿਰਫ ਇੱਕ ਪੱਗਾਂ ਦੇ ਰੰਗ ਬਦਲਦੇ ਆ, ਸਾਰਾ ਸਿਸਟਮ ਉਹਨਾਂ ਦਾ ਉਹੀ ਰਹਿੰਦਾ ਆ, ਉਹ ਰਲ ਮਿਲ ਕੇ ਚੱਲਦੇ ਆ। ਇੱਕੋ ਸਰਕਾਰ ਦਾ ਨਾਂ ਚੇਂਜ ਹੁੰਦਾ ਆ, ਪਰ ਉਹੀ ਸਿਸਟਮ, ਉਹੀ ਗਰੋਹ ਮੈਂ ਤਾਂ ਕਹਿ ਸਕਦਾ। ਅੱਜ ਜਿਹੜੇ ਲੋਕ ਆ ਇਹਨਾਂ ਨੂੰ ਕਾਰੋਬਾਰੀ ਨਹੀਂ ਕਹਿੰਦੇ, ਇਹਨਾਂ ਨੂੰ ਕਹਿੰਦੇ ਰੇਤਾ ਗਰੋਹ ਵਾਲੇ, ਇਹਨਾਂ ਨੂੰ ਕਹਿੰਦੇ ਟਰਾਂਸਪੋਰਟ ਮਾਫੀਆ, ਰੇਤਾ ਮਾਫੀਆ, ਕਿਉਂਕਿ ਅੱਜ ਪੰਜਾਬ ਨੂੰ ਜਿਹਨੂੰ ਸੋਨੇ ਦੀ ਚਿੜੀਆ ਕਹਿੰਦੇ ਸੀ, ਅੱਜ ਉਹ ਹਾਲਾਤ ਬਣਾਤਾ। ਆਮ ਲੋਕਾਂ ਨੂੰ ਉੱਠ ਕੇ ਇਹਨਾਂ ਦੇ ਮੂਹਰੇ ਖੜਨਾ ਪਿਆ, ਤਾਂ ਐਸਐਸਐਮ ਬਣਾਉਣਾ ਪਿਆ ਜੀ। ਦੂਜੀ ਗੱਲ ਮੇਰੇ ਆਪ ਵਾਲੇ ਸਾਥੀ ਨੇ ਦੱਸਿਆ ਵੀ ਤੀਜੇ ਬਦਲ ਦੀ ਲੋੜ ਆ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਆ ਵੀ ਤੀਜਾ ਬਦਲਾਅ ਜਿਹੜਾ ਸੀ ਪੰਜਾਬ ਦੀ ਜਨਤਾ ਨੇ ਲਿਆ ਚੁੱਕੀ ਆ। ਉਹ ਲਾ ਕੇ ਨੂੰ ਮੌਕਾ ਦਿੱਤਾ ਸੀ ਜਦੋਂ ਇਹ ਨਵੀਂ ਲਾਂਚ ਹੋਈ ਸੀ। ਪੂਰੇ ਦੇਸ਼ ਦੇ ਵਿੱਚੋਂ ਸਿਰਫ ਪੰਜਾਬ ਨੇ 4 MP ਜਿਹੜੇ ਸੀ ਇਹਨਾਂ ਨੂੰ ਜਿੱਤ ਕੇ ਦਿੱਤੇ ਸੀ। ਇਹਨਾਂ ਤੋਂ ਉਹ ਨਹੀਂ ਸਾਂਭ ਹੋਏ, 2 MP ਇਹਨਾਂ ਦੇ ਦੌੜ ਗਏ। ਫਿਰ ਪਿਛਲੀ ਵਾਰ ਜਿਹੜਾ ਸੀ 20 MLA, ਪਿਛਲੀ ਵਾਰ ਆਪਨੇ ਪੂਰਾ ਜ਼ੋਰ ਲਾਤਾ, ਪੰਜਾਬ ਦੇ ਲੋਕ ਸਾਥ ਹੋਏ, NRI ਵੀਰਾਂ ਨੇ ਬਹੁਤ ਸਾਥ ਦਿੱਤਾ, ਕਿਉਂਕਿ ਇਹ ਪੰਜਾਬ ਦੀ ਵਿਰੋਧੀ ਧਿਰ ਬਣ ਕੇ ਆਪ ਆਈ ਸੀ। ਜਿੰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ, ਵਿਰੋਧੀ ਧਿਰ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਆ। ਉਹਦੇ ਚੋਂ ਵੀ ਇਹਨਾਂ ਦੇ 10 MLA ਦੌੜ ਗਏ। ਇਹਨਾਂ ਸਾਰੀਆਂ ਪਾਰਟੀਆਂ ਨੂੰ ਜਿਹੜਾ ਆ ਪੰਜਾਬ ਦੀ ਜਨਤਾ ਨੇ ਦੇਖ ਲਿਆ। ਪੰਜਾਬ ਦੇ ਸਿਰ ਸਾਡੇ ਹਰ ਇੱਕ ਸਾਲ ਕਰਜ਼ਾ ਵੱਧ ਕੇ ਅੱਜ ਬੱਚਾ ਜੰਮਦਾ 84,000 ਰੁਪਇਆ ਕਰਜ਼ਾ ਲੈ ਕੇ ਜੰਮਣ ਡਿਆ ਆ। 3.5 ਲੱਖ ਕਰੋੜ ਕਰਜ਼ਾ ਹੋ ਗਿਆ। ਉਹ ਤਾਂ ਆਮ ਲੋਕਾਂ ਨੂੰ ਉੱਠ ਕੇ ਜਿਹੜਾ ਆ ਸੰਯੁਕਤ ਜਿਹੜਾ ਸੀਗਾ ਆਪਣੇ ਐਸਐਸਐਮ ਸਾਨੂੰ ਬਣਾਉਣੀ ਪਈ ਤੇ ਆਮ ਜਨਤਾ ਮੂਹਰੇ ਆਈ। ਲੋਕਾਂ ਨੂੰ ਅੱਜ ਇਹ ਬਦਲਾਅ ਜਿਹੜਾ ਆ ਉਹ ਲਿਆਉਣਾ ਅੱਗੇ ਜੀ। ਠੀਕ ਹੈ, ਚਲੋ ਪਹਿਲੀ ਗੱਲ ਤਾਂ ਕਿਉਂਕਿ ਸਭ ਨੇ ਇੱਕ ਗੱਲ ਕਰ ਲਈ ਹੈ, ਬਾਰ-ਬਾਰ ਸਾਰੇ ਪਰਿਵਾਰਵਾਦ ਤੇ ਆਏ ਨੇ, ਇੱਕ ਤਾਂ ਗੱਲ ਇਹ ਕਲੀਅਰ ਕਰ ਦਈਏ ਕਿਉਂਕਿ ਸ਼ੁਰੂਆਤ ਹੀ ਡੈਮੋਕ੍ਰੇਸੀ ਦੇ ਮੁੱਦੇ ਤੋਂ ਹੋਈ। ਸੋ ਡੈਮੋਕ੍ਰੇਸੀ ਬੜੀ ਕਲੀਅਰਲੀ ਇਹ ਵੀ ਕਹਿੰਦੀ ਹੈ ਕਿ ਕੋਈ ਵੀ ਇਲੈਕਸ਼ਨ ਲੜ ਸਕਦਾ ਹੈ। ਹੁਣ ਇਹ ਕਿਉਂ ਜ਼ਰੂਰੀ ਹੈ ਕਿ ਉਹ ਇੱਕ ਪਰਿਵਾਰ ਦਾ ਹੋਵੇ ਜਾਂ ਨਾ ਹੋਵੇ? ਦੂਜੇ ਪਾਸੇ ਪੁਆਇੰਟ ਇਹ ਵੀ ਠੀਕ ਹੈ ਵੀ ਜੇ ਪਾਰਟੀ ਦੇ ਅੰਦਰ ਦੀ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਕੀ ਹੋਰ ਕੋਈ ਵੱਡੀਆਂ ਪੋਸਟਾਂ ਉਸ ਪਾਰਟੀ ਚੋਂ ਨਹੀਂ ਲੈ ਸਕਦਾ ਕਿ ਇੱਕੋ ਪਰਿਵਾਰ ਉਹਨੂੰ ਰੂਲ ਕਰਦਾ ਰਹੇਗਾ? ਬਿਲਕੁਲ ਠੀਕ ਹੈ, ਪਰ ਜੇ ਦੇਸ਼ ਦੀ ਜਾਂ ਸਿਰਫ ਚੋਣਾਂ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਫੈਕਟ ਹੈ ਕਿ ਡੈਮੋਕ੍ਰੇਸੀ ਕਹਿੰਦੀ ਹੈ ਕੋਈ ਵੀ ਇਲੈਕਸ਼ਨ ਲੜ ਸਕਦਾ, ਉਹਦੇ ਪਰਿਵਾਰ ਚ ਕੌਣ ਹੈ ਉਹ ਮੈਟਰ ਨਹੀਂ ਕਰਨਾ ਚਾਹੀਦਾ। ਖੈਰ, ਅੱਜ ਦਾ ਮੁੱਦਾ ਫੇਰ ਬਾਰ-ਬਾਰ ਇਹੀ ਗੱਲ ਕਿ ਕਿਉਂਕਿ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਤਾਂ ਕੀ ਕੋਈ ਆਈਡੀਓਲੋਜੀ ਹੈ ਕਿਸੇ ਕੈਂਡੀਡੇਟ ਦੀ, ਕੀ ਕੋਈ ਵਿਚਾਰਧਾਰਾ ਹੈ ਕਿ ਉਹਨੇ ਪੋਲੀਟੀਸ਼ੀਅਨ ਬਣ ਕੇ ਕੀ ਕਰਨਾ ਹੈ, ਜਾਂ ਫਿਰ ਸਿਰਫ ਟਿਕਟ ਲੈਣੀ ਹੈ ਤੇ ਜਿੱਤਣ ਦੀ ਕੋਸ਼ਿਸ਼ ਕਰਨੀ ਹੈ, ਉਨੀ ਕੁ ਰਾਜਨੀਤੀ ਰਹਿ ਗਈ ਹੈ। ਮੈਂ ਕਾਂਗਰਸ ਕੋਲ ਵਾਪਸ ਆਉਣਾ ਚਾਹੁੰਦਾ। ਤੁਸੀਂ ਵੈਸੇ ਜਦੋਂ ਪਾਰਟੀਆਂ ਨੂੰ ਕਿਸੇ ਨੂੰ ਵੀ ਕ੍ਰਿਟਿਸਾਈਜ਼ ਕਰਨ ਲੱਗਦੇ ਹੋ ਤਾਂ ਸਾਰਿਆਂ ਨੂੰ ਕਰਦੇ ਹੋ, ਲੇਕਿਨ ਕਾਂਗਰਸ ਵੀ ਇੱਕ ਇਹੋ ਜਿਹੀ ਪਾਰਟੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਸਾਰੇ ਬਾਕੀ ਜਿੰਨੀ ਵੀ ਪਾਰਟੀਆਂ ਨੇ ਉਹਨਾਂ ਚੋਂ ਲੋਕੀ ਛੱਡ ਕੇ ਕਾਂਗਰਸ ਵੀ ਆਏ ਹੋਏ ਨੇ। ਸੋ ਕਿਵੇਂ, ਕਿਸ ਤਰ੍ਹਾਂ ਤੁਸੀਂ ਜਸਟੀਫਾਈ ਕਰੋਗੇ? ਜੀ ਬਿਲਕੁਲ, ਪਹਿਲਾਂ ਤਾਂ ਮੈਂ ਅੱਜ ਦੇ ਉਸ ਮੁੱਦੇ ਤੇ ਆਉਣਾ ਕਿ ਜੋ ਅੱਜ ਆਪਣੀ ਡਿਬੇਟ ਦਾ ਮੁੱਦਾ ਹੈ ਕਿ ਸਾਲ ਬਦਲ ਦੀ ਰਾਜਨੀਤੀ ਔਰ ਦੂਜਾ ਜਿਹੜਾ ਤੁਹਾਡਾ ਹੁਣ ਸਵਾਲ
ਸਵਾਲ ਹੈ ਕਿ ਅਕਾਲੀ ਜਾਂ ਹੋਰ ਕਿਸੇ ਪਾਰਟੀ ਤੋਂ ਜਿਹੜੇ ਹੈ ਕਿ ਸਾਡੇ ਵਿੱਚ ਜਿਹੜੇ ਆ ਨਵੇਂ ਉਹ ਕੈਂਡੀਡੇਟ ਆਏ ਹੈ ਕਿ ਉਹਨਾਂ ਨੂੰ ਟਿਕਟਸ ਵੀ ਮਿਲੀਆਂ, ਕਿਸੇ ਨੂੰ ਹੁਣ ਮਿਲੀਆਂ ਜਾਂ ਕਿਸੇ ਤੋਂ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਮੈਂ ਸਮਝਦਾ ਇਹਨਾਂ ਨੂੰ 1997 ਦੇ ਵਿੱਚ ਜਿਹੜਾ ਆ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤੇ 1998 ਦੇ ਵਿੱਚ ਜਿਹੜਾ ਆ ਕੇ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ, ਇਹਨਾਂ ਨੂੰ MLA ਬਣਾਇਆ, ਉਸ ਤੋਂ ਬਾਅਦ 2 ਵਾਰੀ ਮੁੱਖ ਮੰਤਰੀ ਬਣੇ, 3 ਵਾਰ ਪੰਜਾਬ ਮੈਂ ਸਮਝਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਲਈ। ਤਾਂ ਮੈਂ ਤੁਹਾਡੀ ਦੋਨਾਂ ਗੱਲਾਂ ਦੇ ਵਿੱਚੋਂ ਇਸ ਗੱਲ 'ਚ ਜਵਾਬ ਦੇਣਾ ਚਾਹੁੰਦਾ ਕਿ ਇੱਕ ਪਾਰਟੀ ਹੁੰਦੀ ਹੈ ਉਹ ਕਿਸੇ ਮਿਹਨਤੀ ਵਰਕਰ ਲਈ ਜੇ ਇੰਨਾ ਵੱਡੇ ਇੱਕ ਮੈਂ ਸਮਝਦਾ ਤੁਹਾਨੂੰ ਇੰਨਾ ਵੱਡਾ ਮਾਣ ਸਨਮਾਨ ਤੁਹਾਨੂੰ ਇੱਕ ਮੈਂ ਸਮਝਦਾ ਤਖਤਾਂ ਤਾਜਾਂ ਤੇ ਬਿਠਾ ਦਿੰਦੀ ਹੈ ਤੇ ਉਸ ਤੋਂ ਬਾਅਦ ਜੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਦਲ ਬਦਲਣ ਦੀ, ਤਾਂ ਮੈਨੂੰ ਬੜਾ ਅਜਿਹਾ ਦੁੱਖ ਲੱਗਦਾ ਕਿ ਜਦੋਂ ਇੱਕ ਪਾਰਟੀ ਉਹ ਵੀ ਕਾਂਗਰਸ ਪਾਰਟੀ ਸੈਂਟਰ ਦੀ ਜਿਹੜੀ ਪਾਰਟੀ ਹੁੰਦੀ ਹੈ ਜੇ ਉਹ ਤੁਹਾਨੂੰ ਏਡਾ ਵੱਡਾ ਮਾਣ ਸਨਮਾਨ ਦਿੰਦੀ ਹੈ, ਜਦੋਂ ਅਜਿਹੇ ਲੋਕ ਜਿਹੜੇ ਅਜਿਹੇ ਲੀਡਰ ਜਦੋਂ ਪਾਰਟੀ ਨੂੰ ਛੱਡ ਕੇ ਜਾਂਦੇ ਆ ਤਾਂ ਮੈਂ ਸਮਝਦਾ ਆਮ ਵਰਕਰ ਚਾਹੇ ਮੈਂ ਪਰ ਮੈਨੂੰ ਇੱਕ ਗੱਲ ਦੱਸਿਓ, ਤੁਹਾਨੂੰ ਇਹ 'ਚ ਮੈਨੂੰ ਇੰਟਰਪਟ ਕਰਨਾ ਹੀ ਪੈਣਾ ਕਿ ਕੀ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ ਸੀ ਜਾਂ ਉਹਨਾਂ ਨੂੰ ਕੱਢਿਆ ਗਿਆ ਸੀਗਾ? ਉਹਨਾਂ ਨੂੰ ਤੁਸੀਂ ਦਲ ਬਦਲੂ ਕਿਵੇਂ ਕਹਿ ਦੋਗੇ? ਉਹ ਤਾਂ ਛੱਡਣਾ ਚਾਹੁੰਦੇ ਹੀ ਨਹੀਂ ਸੀ, ਉਹਨਾਂ ਤਾਂ ਕਾਂਗਰਸ ਨੇ ਕੱਢਿਆ ਹੈਗਾ, ਕਹਿ ਲਓ ਨਵਜੋਤ ਸਿੰਘ ਸਿੱਧੂ ਦੇ ਹੱਥ ਕਹਿ ਸਕਦੇ ਆ। ਗੱਲ ਕੀ ਹੁੰਦੀ ਹੈ ਕਿ ਅਖੀਰ ਕਿਉਂਕਿ ਜਦੋਂ ਫਿਰ ਉਹ ਗੱਲ ਆਪਣੀ ਆ ਜਾਂਦੀ ਹੈ ਡੈਮੋਕ੍ਰੇਸੀ ਦੀ ਕਿ ਜਦੋਂ ਆਪਾਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜਿਹੜੀ ਆਪਾਂ ਲੋਕਾਂ ਲਈ ਚਲਾ ਰਹੇ ਹੁੰਦੇ ਆ ਤਾਂ ਆਪਾਂ ਜਿਹੜਾ ਉਹ ਆਪਣਾ 5 ਸਾਲ ਦਾ ਕਾਰਜਕਾਲ ਜਿਹੜਾ ਆਪਾਂ ਨੂੰ ਮਿਲਦਾ ਹੈ ਤੇ ਆਪਾਂ ਲੋਕਾਂ ਲਈ ਹੀ ਆਪਦਾ ਜਿਹੜਾ ਕਾਰਜਕਾਲ ਕੱਢਣਾ ਹੁੰਦਾ। ਪਰ ਮਹਾਰਾਜਾ ਸਾਹਿਬ ਚ ਇਹ ਮੈਂ ਸਮਝਦਾ ਅੱਜ ਚਲੋ ਠੀਕ ਆ ਸਾਡੇ ਨਾਲੋਂ ਵੱਖ ਆ, ਪਰ ਮੈਂ ਇਹ ਮੰਨਦਾ ਕਿ ਉਦੋਂ ਕਤਾਈਆਂ ਹੋਈਆਂ ਕਿ ਆਮ ਲੋਕਾਂ ਦਾ ਜਿਹੜਾ ਖਿਆਲ ਨਹੀਂ ਰੱਖਿਆ ਕੁਝ ਖਾਸ ਸੀ। ਖੂਬੀ ਰਾਮ ਵਰਗੇ ਜਾਂ ਹੋਰ ਸੰਦੀਪ ਸਿੰਘ ਸੰਧੂ ਵਰਗੇ ਜਿਹੜੇ 4-5 ਖਾਸ ਲੀਡਰ ਸੀ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇਹਨਾਂ ਦੇ ਘਰ ਜਾਂ ਇਹਨਾਂ ਦੇ ਮੈਂ ਸਮਝਦਾ ਐਂਟਰੀ ਕਰਨ ਦੀ ਇੱਕ ਇਜਾਜ਼ਤ ਸੀ, ਉਸ ਕਰਕੇ ਮੈਂ ਸਮਝਦਾ ਪਾਰਟੀ ਚੋਂ ਅਖੀਰੀ ਆਪਦੇ ਆਪ ਨਿਕਲਣਾ ਪਿਆ। ਠੀਕ ਹੈ ਤੇ ਬੀਜੇਪੀ ਸੁਰਿੰਦਰ ਕਮਲ ਜੀ ਕੋਲ ਵਾਪਸ ਆਣਾ ਜੀ। ਬੀਜੇਪੀ ਹਰ ਵਾਰ ਬਾਰ-ਬਾਰ ਇਹ ਗੱਲ ਕਹਿੰਦੀ ਰਹਿੰਦੀ ਹੈ ਕਿ 70 ਸਾਲ ਕਾਂਗਰਸ ਨੇ ਦੇਸ਼ ਨੂੰ ਬਰਬਾਦ ਕਰਤਾ, 70 ਸਾਲ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਬਰਬਾਦ ਕਰਤਾ ਤੇ ਹੁਣ ਜਿਹੜੇ ਇੰਨੇ ਆਪਾਂ ਦੱਸਿਆ ਕਿ 1/4 ਹੁਣ ਤੱਕ ਦੇ ਕੈਂਡੀਡੇਟ ਜਿਹੜੇ ਅਨਾਉਂਸ ਹੋਏ ਇਹਨਾਂ ਹੀ ਪਾਰਟੀਆਂ ਚੋਂ ਨੇ ਤੇ ਬੀਜੇਪੀ ਉਹਨੂੰ ਇਹੋ ਜਿਹਾ ਕੀ ਘੋਲ ਕੇ ਪਿਆ ਦੇਗੀ ਕਿ ਉਹ ਐਡੇ ਜਿਹੜੇ ਮਾੜੇ 70 ਸਾਲ ਉਹਨੇ ਖਰਾਬ ਕੀਤੇ ਉਹ ਕੁਝ ਵਧੀਆ ਕਰ ਦੇਣਗੇ ਪੰਜਾਬ ਲਈ? ਇਹ ਕਿਵੇਂ ਜਾਦੂ ਕਿਵੇਂ ਹੋਏਗਾ? ਜੀ ਹੁਣ ਤੱਕ ਦੀ ਜਿਹੜੀ ਸਿਆਸਤ ਰਹੀ ਆ, ਚਾਹੇ ਉਹ ਅਕਾਲੀ ਦਲ ਦੀ ਰਹੀ ਆ ਪੰਜਾਬ ਦੇ ਵਿੱਚ ਸਿਆਸਤ, ਚਾਹੇ ਕਾਂਗਰਸ ਦੀ ਸਿਆਸਤ ਰਹੀ ਆ, ਜਦੋਂ ਆਪਾਂ ਬਹੁਤ ਸਾਰਾ ਕੁਝ ਨੂੰ ਧਿਆਨ ਮਾਰਦੇ ਆ ਤਾਂ ਮੈਂ ਆਉਂਦੀ ਆ ਉੱਥੇ ਕਿ ਜਦੋਂ ਅਨਾਜ ਪਿੰਡਾਂ ਦੇ ਵਿੱਚ ਵੰਡਿਆ ਜਾਂਦਾ ਵਾ, ਮੈਂ ਸੈਂਟਰ ਦੀ ਗੱਲ ਕਰਨ ਲੱਗੀ ਆ ਤਾਂ ਇੱਕ ਗੱਲ ਮੇਰੀ ਵਿੱਚ ਉਦੋਂ ਸੀਗਾ ਮਿਊਟ ਸੀਗਾ ਕਿ ਸੈਂਟਰ ਦੇ ਵਿੱਚ ਧਿਰ ਬੀਜੇਪੀ ਬੈਠੀ ਆ ਉਹ ਹੁਣ ਆ ਕੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਐਕਸਪੈਂਡ ਕਰਕੇ ਦੇਖ ਰਹੀ ਆ। ਉਹਨਾਂ ਨੇ 23 ਸੀਟਾਂ ਤੋਂ ਹੁਣ 65 ਸੀਟਾਂ ਦੇ ਉੱਤੇ ਆ ਕੇ ਆਪਣੀ ਮਤਲਬ ਜਿਹੜੀ ਉਹ ਨਾਮਜ਼ਦਗੀ ਰੱਖੀ ਆ। ਹੁਣ ਗੱਲ ਜਦੋਂ ਆਉਂਦੀ ਆ ਕਿ ਕੇਂਦਰ ਦੇ ਵਿੱਚ ਜਦੋਂ ਇਹ ਧਿਰ ਬੈਠਦੀ ਆ ਹਰ ਕੰਮ ਕੇਂਦਰ ਤੋਂ ਨਿਕਲ ਕੇ ਆਉਂਦਾ ਵਾ, ਲੇਕਿਨ ਪੰਜਾਬ ਰਾਜ ਦੇ ਵਿੱਚ ਜਦੋਂ ਉਹ ਐਂਟਰ ਕਰਦਾ ਵਾ ਤੇ ਲੋਕਾਂ ਤੱਕ ਉਹ ਪਹੁੰਚਾਇਆ ਨਹੀਂ ਜਾਂਦਾ, ਇੱਥੇ ਜਿਹੜੀਆਂ ਖੇਤਰੀ ਧਿਰਾਂ ਦੀਆਂ ਨੀਤੀਆਂ ਨੇ ਉਹ ਉੱਥੇ ਐਡਾ ਵੱਡਾ ਨੁਕਸਾਨ ਕਰਦੀਆਂ ਨੇ ਕਿ ਬਾਅਦ ਦੇ ਵਿੱਚ ਆ ਕੇ ਇੱਕ ਖਮਿਆਜਾ ਭੁਗਤਣਾ ਪੈਂਦਾ ਵਾ ਕਿ ਮਤਲਬ ਜਿਹੜਾ ਉਹ ਸਾਰਾ ਸਿਸਟਮ ਹੈ ਅਗਰ 4 ਸਾਲ ਵੀ ਚੱਲਦਾ ਵਾ ਤੇ ਲੋਕ ਉਹਦੇ ਤੋਂ ਸੈਟੀਸਫਾਈਡ ਨਹੀਂ ਹੋ ਪਾਉਂਦੇ ਤੇ ਐਟਲੀਸਟ ਆ ਕੇ ਜਿਹੜੇ ਉਹਦੇ ਅੰਦਰ ਦੇ ਲੋਕ ਹੁੰਦੇ ਆ ਉਹਨਾਂ ਨੂੰ ਦਲ ਬਦਲੂ ਵਾਲੇ ਪਾਸੇ, ਜਿਹਨੂੰ ਤੁਸੀਂ ਹੁਣ ਦਲ ਬਦਲੂ ਕਹਿ ਰਹੇ ਹੋ, ਬਟ ਜੇਕਰ ਉਹ ਭਾਜਪਾ ਵੱਲ ਜਾ ਰਹੇ ਨੇ ਤੇ ਉਹਦਾ ਕੋਈ ਕਾਰਨ ਸਥਾਈ ਆ, ਕਿਉਂਕਿ ਉਹ ਸਥਾਈ ਕਾਰਨ ਇਹ ਆ ਕਿ ਸਾਰਾ ਕੁਝ ਤਾਂ ਕੇਂਦਰ ਸਰਕਾਰ ਭੇਜ ਰਹੀ ਆ ਤਾਂ ਹੁਣ ਉਹ ਆਪਣੇ ਰਾਈਟ ਡਿਸੀਜਨ ਲੈਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇਕਰ ਪੂਰੇ ਭਾਰਤ ਵਰਸ਼ ਦੇ ਵਿੱਚੋਂ ਇੱਕ ਵਿਰੋਧੀ ਧਿਰ ਵੀ ਖਤਮ ਹੋ ਚੁੱਕੀ ਆ, ਭਾਜਪਾ ਆਪਣੇ ਆਪ ਨੂੰ ਐਕਸਪੈਂਡ ਕਰਦੀ ਪਈ ਆ, ਤਾਂ ਕਿਉਂ ਨਾ ਉਹ ਇਹ ਛੋਟੀਆਂ ਧਿਰਾਂ ਦੇ ਨਾਲ ਰਲ ਕੇ ਕੰਮ ਕਰਨ ਦੀ ਬਜਾਏ ਤੁਸੀਂ ਦੇਖੋ ਬੜੇ ਸਾਰੇ ਦਿੱਗਜ ਨੇਤਾ ਜਿਹੜੇ ਨੇ ਉਹਨਾਂ ਨੇ ਹੁਣ ਭਾਜਪਾ ਜੁਆਇਨ ਕੀਤੀ ਆ। ਉਹਦੇ ਪਿੱਛੇ ਕਾਰਨ ਕੀ ਆ? ਕਾਰਨ ਇਹੀ ਆ ਕਿ ਉਹਨਾਂ ਨੂੰ ਇਹ ਸਮਝ ਲੱਗ ਰਹੀ ਆ ਕਿ ਆਮ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਜਿਹੜੀ ਆ ਉਹ ਬੀਜੇਪੀ ਇਸ ਸਮੇਂ ਪ੍ਰੋਪਰ ਉਹ ਵਰਕ ਕਰ ਰਹੀ ਹੈ ਜਿਹੜੀ ਦੂਜੀਆਂ ਧਿਰਾਂ ਨੇ ਨਹੀਂ ਕੀਤਾ। ਠੀਕ ਹੈ, ਸੋ ਬੇਸਿਕ ਪੁਆਇੰਟ ਇਹ ਹੈ ਕਿ ਜਿਹੜੀ ਪਾਰਟੀ ਸੈਂਟਰ 'ਚ ਹੈ ਉਹੀ ਸਟੇਟ 'ਚ ਹੋਊਗੀ ਤਾਂ ਬੈਟਰ। ਇਹੀ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਪਾਰਟੀ ਸੈਂਟਰ 'ਚ ਜੇ ਉਹੀ ਸਟੇਟ 'ਚ ਹੋਵੇ ਤਾਂ ਹੀ ਸਟੇਟ ਦੀ ਤਰੱਕੀ ਹੋ ਸਕਦੀ ਹੈ, ਇਹੀ ਕਹਿਣਾ ਚਾਹ ਰਹੇ ਹੋ? ਇਹ ਤੁਸੀਂ ਜ਼ਿਆਦਾ ਵਧੀਆ ਗੱਲ ਕਰ ਦਿੱਤੀ। ਠੀਕ ਹੈ, ਸੋ ਮੈਨੂੰ ਸੁਰਿੰਦਰ ਜੀ ਇੱਕ ਗੱਲ ਦੱਸੋ, ਜਿਸ ਦਿਨ ਮੇਰੇ ਸੁਰਿੰਦਰ ਜੀ ਮੇਰਾ ਸਵਾਲ ਹੈ ਤੁਹਾਨੂੰ, ਸੁਰਿੰਦਰ ਜੀ ਮੈਨੂੰ ਇੱਕ ਗੱਲ ਦੱਸੋ, ਜਿਸ ਦਿਨ ਬੀਜੇਪੀ ਸੈਂਟਰ 'ਚ ਨਾ ਰਹੀ ਕੀ ਉਹ ਸਾਰੀ ਸਟੇਟਾਂ 'ਚੋਂ ਵੀ ਐਗਜ਼ਿਟ ਕਰ ਜਾਏਗੀ ਫਿਰ ਵੀ? ਹੁਣ ਤਾਂ ਸਟੇਟ ਦੀ ਤਰੱਕੀ ਨਹੀਂ ਹੋਣੀ ਵੀ ਸੈਂਟਰ 'ਚ ਕੋਈ ਹੋਰ ਪਾਰਟੀ ਹੈ ਤੇ ਹੁਣ ਬੀਜੇਪੀ ਸਟੇਟ 'ਚ ਹੈ, ਕੀ ਬੀਜੇਪੀ ਸਾਰੀ ਸਟੇਟਾਂ ਛੱਡ ਦੇਗੀ ਫਿਰ?
ਪਰ ਹਜੇ ਤੱਕ ਇਹੋ ਜਿਹੀ ਪੋਸਿਬਿਲਿਟੀ ਕਿਤੇ ਨਜ਼ਰ ਨਹੀਂ ਆ ਰਹੀ। ਨਹੀਂ ਅੱਜ ਤੋਂ 50 ਸਾਲ ਬਾਅਦ ਦੀ ਗੱਲ ਦੱਸ ਦਿਓ ਮੈਨੂੰ, ਕੀ ਬੀਜੇਪੀ ਸਟੇਟਾਂ ਛੱਡ ਦੇਗੀ ਫਿਰ? ਨਹੀਂ, ਸਟੇਟ ਛੱਡ ਨਹੀਂ ਦੇਗੀ। ਤੁਹਾਨੂੰ ਇਹ ਚੀਜ਼ ਦੀ ਤੁਸੀਂ ਰਾਜਨੀਤੀ ਦੇ ਵਿੱਚ ਜੇ ਤੁਸੀਂ ਵੀ ਇਸ ਚੀਜ਼ ਨੂੰ ਜਿਹੜਾ ਫੋਰਸਾਈਟਡ ਹੋ ਕੇ ਦੇਖੋ ਕਿ ਇਸ ਸਮੇਂ ਜੇਕਰ ਅਸੀਂ ਸੈਂਟਰ ਦੀ ਧਿਰ ਦੇ ਵਿੱਚ ਦੇਖੀਏ ਤੇ ਬਹੁਤ ਛੋਟੀਆਂ ਪਾਰਟੀਆਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ। ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪਾਸੀ ਸਾਹਿਬ ਗੱਲ ਕਰਦੇ ਪਏ ਸੀਗੇ ਕਿ ਇੱਕ ਤੀਸਰੇ ਬਦਲ ਦੀ, ਜਦੋਂ ਆਮ ਆਦਮੀ ਪਾਰਟੀ 2011 ਦੇ ਵਿੱਚ ਪੈਦਾ ਹੁੰਦੀ ਆ, 2010 ਤੋਂ 2011 ਦੇ ਵਿੱਚ ਭ੍ਰਿਸ਼ਟਾਚਾਰ ਅੰਦੋਲਨ ਦੇ ਦੌਰਾਨ ਪੈਦਾ ਹੁੰਦੀ ਆ, ਜਿਹੜੇ ਚਿਹਰਾ ਮੋਹਰਾ ਉਹ ਲੈ ਕੇ ਆਉਂਦੇ ਨੇ, ਉਹ ਚਿਹਰਾ ਮੋਹਰਾ ਜਿਹੜਾ ਵਾ ਉਹ ਕਹਿੰਦੇ ਕੁਛ ਨੇ, ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ, ਉਹ ਚੀਜ਼ ਉਹਨਾਂ ਨੇ ਬਿਲਕੁਲ ਪੇਸ਼ ਕਰ ਦਿੱਤੀ ਹੈ। ਜੇਕਰ ਅਸੀਂ ਦਿੱਲੀ ਮਾਡਲ ਦੀ ਵੀ ਗੱਲ ਕਰਦੇ ਹਾਂ, ਮੈਂ ਨਾਲ ਹੀ ਤੁਹਾਨੂੰ ਉਸ ਲਿੰਕ ਦੇ ਵਿੱਚ ਰੱਖੂੰਗੀ ਕਿ ਹਜੇ ਜੇਕਰ ਸੈਂਟਰ ਦੇ ਵਿੱਚ ਕਿਸੇ ਵਿਰੋਧੀ ਧਿਰ ਨੇ, ਦੇਖੋ ਵਿਰੋਧੀ ਧਿਰ ਅਗਰ ਕਾਬਜ ਹੋਊਗੀ ਤਾਂ ਹੀ ਤੇ ਸੱਤਾ ਤੇ ਕਿਸੇ ਪਾਸੇ ਜਾਊਗੀ। ਅਜੇ ਤੇ ਵਿਰੋਧੀ ਧਿਰ ਨਿੱਕੇ ਹਿੱਸਿਆਂ ਦੇ ਵਿੱਚ ਵੰਡੀ ਹੋਈ ਆ, ਤਾਂ ਹਾਊ ਕੈਨ ਇਟ ਪੋਸੀਬਲ ਕਿ ਆਉਣ ਵਾਲੇ ਕੁਝ ਕਿੰਨੇ ਸਾਰੇ ਲੰਬੇ ਸਾਲਾਂ ਤੱਕ ਆਪਾਂ ਵੇਖ ਲਈਏ ਕਿ ਇਹੋ ਜਿਹੀ ਕੋਈ ਪੋਸੀਬਿਲਿਟੀ ਹੈਗੀ ਹੈ ਕਿ ਭਾਜਪਾ ਸੈਂਟਰ ਦੇ ਵਿੱਚੋਂ ਕਿਤੇ ਖਿਸਕਦੀ ਨਜ਼ਰ ਆਉਂਦੀ ਹੈ? ਚਲੋ ਇਹ ਤਾਂ ਚਲੋ ਪ੍ਰੀਡਿਕਸ਼ਨ ਹੈ, ਕੁਝ ਵੀ ਹੋ ਸਕਦਾ ਹੈ ਨਾ, ਇਹ ਤਾਂ ਕੋਈ ਕੁਝ ਨਹੀਂ ਕਹਿ ਸਕਦਾ ਕੀ ਹੋਊਗਾ। ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਸੀ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਮਤਲਬ ਤੀਸਰਾ ਬਦਲ, ਬਿਕੋਜ਼ ਤੀਸਰੇ ਬਦਲ ਦੀ ਜਦੋਂ ਗੱਲ ਹੁੰਦੀ ਆ ਪੰਜਾਬ ਦੇ ਵਿੱਚ ਤੇ ਲੇਕਿਨ ਜਿਹੜਾ ਆਪ ਨੂੰ ਇਹ ਗੱਲ ਬਿਲਕੁਲ ਕਲੀਅਰ ਸਮਝ ਚ ਆ ਗਈ ਆ ਕਿ ਇੱਥੋਂ ਦੇ ਲੋਕ ਜਿਹੜੇ ਨੇ, ਜਿਵੇਂ ਅਕਾਲੀ ਦਲ ਵਾਲੇ ਵੀਰ ਨੇ ਕਿਹਾ ਕਿ ਇੱਥੋਂ ਦੇ ਲੋਕ ਜਿਹੜੇ ਨੇ ਉਹ ਭਾਵੁਕ ਲੋਕ ਨੇ ਔਰ ਉਹ ਜਿਹੜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਆਪਣੇ ਆਪ ਨੂੰ ਉਹ ਮਤਲਬ ਮੰਨਦੇ ਨੇ ਕਿ ਅਸੀਂ ਉਹਨਾਂ ਦੇ ਫਾਲੋਅਰ ਆ। ਹੁਣ ਜਦੋਂ ਆਮ ਆਦਮੀ ਪਾਰਟੀ ਇੱਥੇ ਆਉਂਦੀ ਆ, ਉਹਨਾਂ ਨੂੰ ਇਹ ਚੀਜ਼ ਬਿਲਕੁਲ ਪਤਾ ਲੱਗ ਗਈ ਆ ਕਿ ਲੋਕ ਭਾਵਕ ਨੇ, ਉਹਨਾਂ ਨੇ ਉਹ ਅੰਦੋਲਨਕਾਰੀਆਂ ਦੀ ਉਸ ਸਿਨਫ ਨੂੰ ਬਹੁਤ ਤਾਕਤਵਰ ਤਰੀਕੇ ਦੇ ਨਾਲ ਵਰਤਿਆ ਤੇ ਜਿਹੜਾ ਅੰਦੋਲਨ ਦੀ ਇੱਕ ਵੱਡੀ ਸਿਖਰ ਹੁੰਦੀ ਸੀ ਉਹਨੂੰ ਭੰਨ ਤੋੜ ਕੇ ਰੱਖ ਦਿੱਤਾ। ਅੱਜ ਕੋਈ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਨਾ, ਕੋਈ ਅੰਦੋਲਨ ਵਾਲੀ ਸਾਈਡ ਨੂੰ ਦੇਖਦਾ ਜਾਂ ਕੋਈ ਰਾਜਨੀਤਿਕ ਸਿਸਟਮ ਦੇ ਬਦਲਾਅ ਨੂੰ ਦੇਖਦਾ ਤੇ ਲੋਕਾਂ ਦੇ ਵਿੱਚ ਉਹ ਚਾਰਮ ਨਹੀਂ ਰਹਿ ਗਿਆ ਜੋ 2017 ਵਾਲੇ ਆਪ ਨੇ ਕ੍ਰੀਏਟ ਕੀਤਾ ਸੀਗਾ, ਕਿਉਂਕਿ ਉਦੋਂ ਤੁਸੀਂ ਦੇਖੋ ਬਿਨਾਂ ਸਿਰ ਦੇ ਹੀ ਲੋਕ ਲੜਾ ਦਿੱਤੇ। ਇਸ ਅੰਦੋਲਨ ਦਾ ਜਿਹੜਾ ਵੱਡਾ ਪੱਖ ਸੀਗਾ। ਫਿਰ ਇੱਕ ਗੱਲ ਇੱਥੇ ਹੋਰ ਨਜ਼ਰ ਰੱਖਣ ਵਾਲੀ ਆ ਕਿ ਕਦੇ ਵੀ ਪੰਜਾਬ ਦੇ ਵਿੱਚ ਬੇਅਦਬੀਆਂ ਨਾਂ ਦਾ ਸ਼ਬਦ ਕੋਈ ਨਹੀਂ ਸੀ ਹੈਗਾ। ਜਦੋਂ ਐਂਟਰ ਕਰਦੀ ਆਮ ਆਦਮੀ ਪਾਰਟੀ ਉਦੋਂ ਹੀ ਪੰਜਾਬ ਦੇ ਵਿੱਚ ਬੇਅਦਬੀ ਸ਼ਬਦ ਵੀ ਐਂਟਰ ਹੁੰਦਾ ਵਾ ਤੇ ਜਦੋਂ ਮਲੇਰਕੋਟਲਾ ਤੋਂ ਇੱਕ ਬੇਅਦਬੀ ਹੁੰਦੀ ਆ ਤੇ ਮਲੇਰਕੋਟਲਾ ਤੋਂ ਇੱਕ ਵਿਧਾਇਕ ਜਿਹੜੇ ਨੇ ਉਹ ਵੀ ਆਪ ਦੇ ਉੱਥੇ ਨਾਮਜ਼ਦ ਹੁੰਦੇ ਨੇ। ਉਹਦੇ ਵਿੱਚ ਇਹ ਕੋਈ ਨਵੀਂ ਪਿਰਤ ਜਿਹੜੀ ਸੀਗੀ ਉਹ ਧਰਮ ਦੇ ਦੁਆਲੇ ਜਿਹੜੀ ਇਰਦ ਗਿਰਦ ਕੀਤੀ ਗਈ। ਫਿਰ ਆ ਜਾਂਦੀ ਆ ਦਲ ਬਦਲੂਆਂ ਦੀ ਗੱਲ। ਹੁਣ ਆਪ ਦੇ ਵਿੱਚੋਂ ਦਲ ਬਦਲੂ ਕਿਉਂ ਨਿਕਲੇ? ਕਿਉਂਕਿ ਟਿਕਟਾਂ ਜਿਹੜੀ ਆ ਉਹ ਸੌਦੇਬਾਜ਼ੀ ਹੁੰਦੀ, ਸੌਦੇਬਾਜ਼ੀ ਦੇ ਵਿੱਚ ਕਰੋੜਾਂ ਰੁਪਏ। ਤੁਸੀਂ ਦੇਖੋ ਰਾਘਵ ਚੱਡਾ ਜੀ ਦਾ ਪਿਛਲੇ ਦਿਨੀ ਕੀ ਹਸ਼ਰ ਹੋਇਆ ਜਦੋਂ ਉਹ ਲੋਕਾਂ ਦੇ ਵਿੱਚ ਜਾਂਦੇ ਨੇ। ਇਹ ਸਾਰੀਆਂ ਜਿਹੜੀਆਂ ਰਵਾਇਤਾਂ ਸੀਗੀਆਂ, ਇਹ ਜਿਹੜੀਆਂ ਪਿਰਤਾਂ ਸੀਗੀਆਂ। ਫਿਰ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਿਲਸਿਲਾ ਵਾ ਹਰ 5 ਸਾਲ ਬਾਅਦ ਜਿਹੜੀ ਨੀਂਹ ਦੇ ਵਿੱਚ ਲੋਕ ਲੱਗੇ ਹੋਏ ਨੇ। ਮੈਂ ਪਾਰਟੀ ਦੇ ਵਿੱਚ ਇੱਕ ਚੀਜ਼ ਨੂੰ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਉਹਦੇ ਪੁਰਾਣੇ ਵਰਕਰ ਹੁੰਦੇ ਨੇ ਨਾ, ਉਹ ਉਹਦੀ ਰੀੜ ਦੀ ਹੱਡੀ ਹੁੰਦੇ ਆ। ਤੁਸੀਂ ਇਸ ਚੀਜ਼ ਨੂੰ ਇਸ਼ਰਤ ਜੀ ਧਿਆਨ ਨਾਲ ਸੁਣਿਓ ਕਿ ਜਿਹੜੇ ਪੁਰਾਣੇ ਪਾਰਟੀ ਦੇ ਵਰਕਰ ਹੁੰਦੇ ਨੇ, ਜਿਸ ਤਰ੍ਹਾਂ ਆਪਣੇ ਯੂਥ ਆਪਣੇ ਕਾਂਗਰਸ ਦੇ ਵੀਰ ਨੇ ਵੀ ਕਿਹਾ ਕਿ ਵਰਕਰਾਂ ਦੀ ਮਿਹਨਤ, ਬੀਜੇਪੀ ਦੇ ਵਿੱਚ ਵਰਕਰ ਦੀ ਮਿਹਨਤ ਕਿੰਨੀ ਜ਼ਿਆਦਾ ਇੰਪੋਰਟੈਂਸ ਰੱਖਦੀ ਆ, ਇਹ ਮੈਂ ਤੁਹਾਨੂੰ ਦੱਸ ਸਕਦੀ ਆ ਬੰਦਿਆਂ ਨੂੰ ਗਿਣਾ ਕੇ। ਲੇਕਿਨ ਚਲੋ ਫਿਰ ਸੁਰਿੰਦਰ ਜੀ ਗੱਲ ਦਾ ਜਵਾਬ ਦਿਓ। ਸੁਰਿੰਦਰ ਜੀ ਇਹ ਤੁਸੀਂ ਜਿਹੜਾ ਆਪਣਾ ਪੁਆਇੰਟ, ਸੁਰਿੰਦਰ ਜੀ ਉਹਨੂੰ 5 ਸਾਲ ਬਾਅਦ ਨਹੀਂ, ਸੁਰਿੰਦਰ ਜੀ ਗੱਲ ਸੁਣੋ, ਸੁਰਿੰਦਰ ਜੀ ਗੱਲ ਸੁਣਿਓ ਜੀ। ਜਾਂਦੀਆਂ ਜਿਹਦੇ ਵਜ੍ਹਾ ਸੁਰਿੰਦਰ ਜੀ ਮੇਰਾ ਸਵਾਲ ਹੈ ਤੁਹਾਨੂੰ, ਉਹ ਇੰਨੇ ਬੁਰੀ ਸਥਿਤੀ ਦੇ ਵਿੱਚ, ਸਵਾਲ ਸੁਣ ਲਓ ਜੀ। ਸੁਰਿੰਦਰ ਜੀ ਮੇਰਾ ਸਵਾਲ ਸੁਣ ਲਓ। ਸੁਰਿੰਦਰ ਜੀ ਲੱਕ ਤੋੜ ਕੇ ਆਪਨੇ ਰੱਖਿਆ। ਸੁਰਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਮੇਰੀ ਗੱਲ ਸੁਣੋ ਜੀ। ਗੱਡਾ ਜਿਹੜਾ ਵਾ ਉਹ ਸਾਰਾ ਪੰਜਾਬ ਦੇ ਵਿੱਚ ਲਿਆ। ਸੁਰਿੰਦਰ ਕਮਲ ਜੀ ਮੇਰਾ ਸਵਾਲ ਹੈ ਤੁਹਾਨੂੰ ਇੱਕ। ਸੁਰਿੰਦਰ ਕਮਲ ਜੀ ਸਵਾਲ ਸੁਣ ਲਓ। ਸੁਰਿੰਦਰ ਕਮਲ ਜੀ ਸੁਣ ਪਾ ਰਹੇ ਹੋ? ਸੁਰਿੰਦਰ ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਖੈਰ ਸੁਰਿੰਦਰ ਜੀ ਜਦੋਂ ਵਾਪਸ ਆਣਗੇ ਮੇਰੇ ਕੋਲ ਪੁਰਾਣੇ ਵਰਕਰਾਂ ਦੇ ਬੀਜੇਪੀ ਲਈ ਇੱਕ ਸਵਾਲ ਹੈ। ਲੇਕਿਨ ਆਮ ਆਦਮੀ ਪਾਰਟੀ, ਵਿਕਰਮ ਜੀ ਹੱਥ ਵੀ ਖੜਾ ਕਰ ਰਹੇ ਸੀ, ਕੁਝ ਕਹਿਣਾ ਚਾਹੁੰਦੇ ਹੋ? ਵੈਸੇ ਵੀ ਕਹਿ ਰਹੇ ਆ ਵੀ ਆਮ ਆਦਮੀ ਪਾਰਟੀ ਤਾਂ ਹੀ ਛੱਡ ਕੇ ਜਾ ਰਹੇ ਨੇ ਕੈਂਡੀਡੇਟਸ ਕਿਉਂਕਿ ਜਿੰਨਾ ਉਹ ਪੈਸਾ ਦੇਣਾ ਪੈ ਰਿਹਾ ਉਹ ਟਿਕਟ ਖਰੀਦਣ ਲਈ ਉੱਥੇ ਦੀ ਉਹ ਨਹੀਂ ਹੈ ਉਹਨਾਂ ਕੋਲੇ। ਇਲਜ਼ਾਮ ਲਗਾ ਰਹੇ ਬੀਜੇਪੀ ਵੱਲ। ਇਹ ਬਿਲਕੁਲ ਗਲਤ ਇਲਜ਼ਾਮ ਹੈ। ਤੁਸੀਂ ਇੱਕ ਚੀਜ਼ ਨੋਟ ਕਰੋ, ਜਿਹਨੂੰ ਟਿਕਟ ਨਹੀਂ ਮਿਲਦੀ ਉਹਨੂੰ ਫਰਸਟ੍ਰੇਸ਼ਨ ਹੋ ਜਾਂਦੀ ਹੈ। ਉਹ ਜਿੱਦਾਂ ਕਹਿੰਦੇ ਕਿਸੇ ਨੇ ਕੋਈ ਅਫਵਾਹ ਕਰਤੀ ਜਾਂ ਕੁਝ ਹੋ ਗਿਆ ਏਦਾਂ। ਤਾਂ ਫਿਰ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ, ਮੇਰੇ ਬੀਜੇਪੀ ਦੇ ਭੈਣ ਜੀ ਨੇ ਕਿਹਾ ਇਹ ਖੁਦ ਅਕਾਲੀ ਦਲ ਦੇ ਨਾਲ ਸੱਤਾ ਦਾ ਆਨੰਦ ਮਾਣਦੇ ਰਹੇ।
ਪਹਿਲੀ ਗੱਲ ਸਟਾਰਟ ਇੱਥੋਂ ਕਰਦੇ ਆ। ਜਦੋਂ ਸੱਤਾ ਦਾ ਆਨੰਦ ਮਾਣਦੇ ਸੀ ਉਦੋਂ ਇਹਨਾਂ ਨੇ ਕਦੇ ਆਵਾਜ਼ ਚੱਕੀ ਕਿ ਅਕਾਲੀ ਦਲ 'ਚ ਇਹ ਕੁਝ ਗਲਤ ਹੋ ਰਿਹਾ? ਪਰ ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਕੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਛੱਡ ਕੇ ਜਾ ਰਹੇ ਕਿਉਂਕਿ ਜਿਵੇਂ ਰਾਘਵ ਚੱਡਾ ਦਾ ਵਿਰੋਧ ਹੋਇਆ ਕਿ ਇੰਨੇ ਪੈਸੇ ਮੰਗੇ ਜਾ ਰਹੇ ਟਿਕਟ ਲਈ ਕਿ ਉਹ ਅਫੋਰਡ ਹੀ ਨਹੀਂ ਕਰ ਪਾ ਰਹੇ, ਇਸ ਗੱਲ ਦਾ ਜਵਾਬ ਦਿਓ ਜੀ ਪਹਿਲਾਂ। ਨਾ ਕਿਸੇ ਤੋਂ ਪੈਸਾ ਮੰਗਿਆ ਗਿਆ, ਨਾ ਕੋਈ ਟਿਕਟ ਵੇਚੀ ਗਈ। ਅਗਰ ਟਿਕਟਾਂ ਵੇਚੀਆਂ ਜਾਂਦੀਆਂ ਤਾਂ ਸੰਗਰੂਰ ਤੋਂ ਨਰਿੰਦਰ ਕੌਰ ਬਰਾੜ ਜੋ ਬਿਲਕੁਲ ਗਰੀਬ ਘਰ ਦੀ ਧੀ ਆ ਉਹਨੂੰ ਟਿਕਟ ਨਾ ਮਿਲਦੀ, ਅੱਜ ਜੀਵਨ ਜੋਤ ਜੀ ਨੂੰ ਟਿਕਟ ਨਾ ਮਿਲਦੀ। ਮੈਂ ਰਾਘਵ ਚੱਡਾ ਦਾ ਇੰਨਾ ਵਿਰੋਧ ਕਿਉਂ ਹੋਇਆ? ਹੁਣ 2 ਮਿੰਟ ਗੱਲ ਕਹਿਣਾ ਹੈ। 1 ਮਿੰਟ ਵਾਪਸ ਆਵਾਂਗੇ ਮੈਡਮ। ਦੇਖੋ ਹਰ ਇੱਕ ਸੀਟ ਤੇ ਕਈ ਚਾਹਵਾਨ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਉਹਨਾਂ ਨੂੰ ਜਿੱਦਾਂ 10 ਬੰਦੇ ਕੰਮ ਕਰ ਰਹੇ ਆ, ਇੱਕ ਬੰਦੇ ਨੂੰ ਲੱਗਿਆ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਸੀ, ਦੂਜੇ ਨੂੰ ਮਿਲ ਗਈ, ਉੱਥੇ ਉਹਦੇ ਦਿਮਾਗ 'ਚ ਜਾਂ ਭਰਿਆ ਗਿਆ ਜਾਂ ਉਹਦੇ ਮਨ 'ਚ ਫਰਸਟ੍ਰੇਸ਼ਨ ਆਈ। ਕੋਈ ਇਹੋ ਜਿਹਾ ਸਬੂਤ ਪੇਸ਼ ਕਰ ਸਕੇ? ਜਿੱਦਾਂ ਸ਼ੋਰ ਦੀ ਗੱਲ ਕਰ ਰਹੇ ਆ, ਮੈਡਮ ਕਹਿ ਰਹੇ ਆ ਸਾਡੀ ਪਾਰਟੀ ਬੀਜੇਪੀ 'ਚ ਵਰਕਰ ਦੀ ਕਦਰ ਹੈ। ਮੈਡਮ ਤੁਹਾਡੇ ਰਾਜਪੁਰਾ ਦੀ ਸੀਟ ਕਹਿੰਦੇ ਗਾਲਾਂ ਖਾਨ ਨੂੰ ਤਾਂ ਵਿਚਾਰੇ ਰਹਿ ਗਏ ਸੀਗੇ ਆਪਣੇ ਗਰੇਵਾਲ ਸਾਹਿਬ, ਹਰਜੀਤ ਸਿੰਘ ਗਰੇਵਾਲ ਜੀ, ਤੇ ਇੱਕ ਦਿਨ ਪਹਿਲਾਂ ਜਗਦੀਸ਼ ਕੁਮਾਰ ਜੱਗਾ ਨੂੰ ਤੁਸੀਂ ਪੀਐਲਸੀ ਤੋਂ ਜੁਆਇਨ ਕਰਾ ਕੇ ਉਹਨੂੰ ਟਿਕਟ ਦੇ ਦਿੰਦੇ ਹੋ ਜੀ। ਇਹੀ ਸਵਾਲ ਮੈਂ ਰੀਫਰੇਜ਼ ਕਰ ਦਿੰਦਾ ਵਿਕਰਮ ਜੀ, ਤੁਹਾਡਾ ਇਹੀ ਸਵਾਲ ਮੈਂ ਰੀਫਰੇਜ਼ ਕਰਕੇ ਮੈਡਮ ਨੂੰ ਪੁੱਛ ਲੈਣਾ, ਪਹਿਲਾਂ ਜਵਾਬ ਲੈ ਲਈਏ। ਮੈਂ ਵੀ ਮੈਡਮ ਨੂੰ ਪੁੱਛਣਾ ਚਾਹੁੰਦਾ ਪੁਰਾਣੇ ਵਰਕਰਾਂ ਦੀ ਇੱਜ਼ਤ ਦੀ। ਵਿਕਰਮ ਜੀ ਵਾਪਸ ਆਣਾ, ਵਿਕਰਮ ਜੀ ਵਾਪਸ ਆਣਾ, 1 ਮਿੰਟ। ਮੈਡਮ ਨੇ ਵੀ ਗੱਲ ਕੀਤੀ ਪੁਰਾਣੇ ਵਰਕਰਾਂ ਦੀ ਬੜੀ ਇੱਜ਼ਤ ਕੀਤੀ ਜਾਂਦੀ ਹੈ। ਮੈਨੂੰ ਇਹ ਦੱਸਣਾ ਕਿ ਜਿਹੜੇ ਹੁਣ ਮੈਂ ਜਿਵੇਂ ਕਿ ਆંકੜਾ ਦੱਸਿਆ 62 ਚੋਂ 15 ਸੀਟਾਂ ਟਰਨ ਕੋਸਟ ਨੂੰ ਜਾਂ ਦਲ ਬਦਲੂਆਂ ਨੂੰ ਦਿੱਤੀ ਗਈ ਹੈ ਕਿ ਉੱਥੇ ਪੁਰਾਣੇ ਵਰਕਰ ਨਹੀਂ ਸੀਗੇ। ਕਈ ਖਬਰਾਂ ਆ ਗਈਆਂ ਕਿ ਪੁਰਾਣੇ ਵਰਕਰ ਬਹੁਤ ਖਫਾ ਨੇ ਕਿ ਸਾਨੂੰ ਟਿਕਟ ਦੇਣ ਦੀ ਜਗ੍ਹਾ ਜੋ ਇਹਨੇ ਸਾਲ ਤੋਂ ਬੀਜੇਪੀ ਨਾਲ ਜੁੜੇ ਆ, ਤੁਸੀਂ ਦਲ ਬਦਲੂਆਂ ਨੂੰ ਦੇਤੀ। ਤੁਸੀਂ ਕਹਿ ਰਹੇ ਹੋ ਪੁਰਾਣੇ ਵਰਕਰਾਂ ਦੀ ਇੱਜ਼ਤ ਬਹੁਤ ਹੈ ਬੀਜੇਪੀ 'ਚ। ਦੇਖੋ ਜਦੋਂ ਹੁਣ ਇਸ ਸਮੇਂ ਮੈਂ ਫਿਰ ਵਾਪਸੀ ਉਸੇ ਗੱਲ ਤੇ ਆਉਣੀ ਆ ਕਿ ਇਸ ਸਮੇਂ ਬੀਜੇਪੀ ਪੰਜਾਬ ਦੇ ਵਿੱਚ ਐਕਸਪੈਂਡ ਕਰ ਰਹੀ ਹੈ। this is the main factor। ਠੀਕ ਹੈ ਕਿ ਬੀਜੇਪੀ ਪੰਜਾਬ ਵਿੱਚ ਐਕਸਪੈਂਡ ਕਰ ਰਹੀ ਹੈ। ਹੁਣ ਦਲ ਬਦਲੂ ਆਏ, ਦਲ ਬਦਲੂ ਨਹੀਂ ਉਹ ਬੀਜੇਪੀ ਦੀਆਂ ਨੀਤੀਆਂ ਵੇਖ ਕੇ ਆਏ। ਹੁਣ ਸਾਡੀ ਜਿਹੜੀ ਮਿਕਦਾਰ ਆ ਉਹ 15% ਆ। 15% ਉਹ ਇਸ ਕਰਕੇ, ਜੇਕਰ ਹਰਜੀਤ ਗਰੇਵਾਲ ਜੀ ਦੀ ਆਪਾਂ ਗੱਲ ਕਰ ਲੈਂਦੇ ਆ ਤੇ ਹਰਜੀਤ ਗਰੇਵਾਲ ਜੀ ਨੂੰ ਜੇਕਰ ਟਿਕਟ ਕੱਟੀ ਨਹੀਂ ਗਈ, ਜੇਕਰ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਗਈ ਤਾਂ ਉਹਨਾਂ ਨੂੰ ਨੈਸ਼ਨਲ ਮੈਂਬਰ ਜਿਹੜਾ ਵਾ ਉਹ ਨਾਲ ਡਿਕਲੇਅਰ ਕਰ ਦਿੱਤਾ ਗਿਆ, ਕਿਉਂਕਿ ਪਾਰਟੀ ਦੇ ਵਿੱਚ ਇਕੱਲੀ ਇੱਕ ਟਿਕਟ ਹੀ ਬੜੇ ਮਾਇਨੇ ਨਹੀਂ ਰੱਖਦੀ ਹੁੰਦੀ। ਬੜੇ ਸਾਰੇ ਇਹੋ ਜਿਹੇ ਉੱਚ ਪੱਧਰ ਦੇ ਅਹੁਦੇ ਹੁੰਦੇ ਨੇ, ਬੜੇ ਸਾਰੀ ਇਹੋ ਜਿਹੀਆਂ ਹੋਰ ਵੀ, ਕਿਉਂਕਿ ਪਾਰਟੀਆਂ ਸਮੁੰਦਰ ਹੁੰਦੀਆਂ ਨੇ ਔਰ ਸੱਤਾਧਾਰੀ ਪਾਰਟੀ ਤਾਂ ਵੈਸੇ ਵੀ ਬੜਾ ਵੱਡਾ ਸਮੁੰਦਰ ਹੋਊਗੀ। ਕਿਉਂਕਿ ਤੁਸੀਂ ਆਪ ਖੁਦ ਵੀ ਜਿਹੜੀ ਕਾਂਗਰਸ ਦੇ ਵਿੱਚ ਜਾਂ ਤੁਸੀਂ ਦੇਖ ਲਓ ਜਾਂ ਹੁਣ ਤੁਸੀਂ ਆਪ ਦੇ ਵਿੱਚ ਹੀ ਦੇਖ ਲਓ। ਹੁਣ ਆਪ ਦੀ ਮੈਂ ਫਿਰ ਵਾਪਸੀ ਗੱਲ ਲੈ ਕੇ ਆਉਣੀ ਆ, ਮੈਂ ਬੀਜੇਪੀ ਦੀ ਗੱਲ ਕਰ ਰਹੀ ਹਾਂ ਕਿ ਉਹ ਇੱਕ ਵੱਡਾ ਸਮੁੰਦਰ ਹੈ ਸੱਤਾਧਾਰੀ ਪਾਰਟੀ ਦਾ। ਉੱਥੇ ਅਗਰ ਇੱਕ ਸਮੇਂ ਕਿਸੇ ਬੰਦੇ ਨੂੰ ਟਿਕਟ ਨਹੀਂ ਵੀ ਮਿਲੀ ਤਾਂ ਉਹਨੂੰ ਇਗਨੋਰ ਨਹੀਂ ਕੀਤਾ ਗਿਆ। ਉਹਨੂੰ ਉਸੇ ਸਾਰਿਆਂ ਨੂੰ ਖੁਸ਼ ਰੱਖੇਗੀ ਬੀਜੇਪੀ, ਇਹ ਕਹਿਣਾ ਚਾਹ ਰਹੇ ਹੋ ਤੁਸੀਂ? ਤੇ ਰੱਖਿਆ ਗਿਆ ਕਿਉਂਕਿ ਲੋਕਾਂ ਦੇ ਲਈ ਕੰਮ ਕਰਨਾ ਚਾਹੁੰਦੇ ਨੇ। ਲੇਕਿਨ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਪਿਛਲੇ ਅਜੇ 10 ਸਾਲ ਦੀ ਪਾਰਟੀ ਦੀ ਉਮਰ ਆ, ਲੇਕਿਨ ਕਿੰਨੇ ਦਿੱਗਜ ਨੇਤਾ ਜਿਹੜੇ ਨੇ ਉਹ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਜਾਂਦੇ ਆ ਜਾਂ ਪਾਰਟੀ ਨੂੰ ਲੀਵ ਕਰਕੇ ਚਲੇ ਜਾਂਦੇ ਨੇ। ਉਹਨਾਂ ਦਾ ਕੋਈ ਜਵਾਬ ਹੈਗਾ ਕਿਸੇ ਕੋਲ? ਲੇਕਿਨ ਜਦ ਕਿ ਇਹ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਆ। ਕਾਂਗਰਸ ਵੀ ਲੰਬੇ ਸਮੇਂ ਤੋਂ ਜੇਕਰ ਚੱਲਦੀ ਆ ਰਹੀ ਹੈ ਤਾਂ ਉਹਨੇ ਵੀ ਆਪਣੇ ਵਰਕਰ ਸੰਭਾਲੇ ਤਾਂ ਹੀ ਉਹ 70 ਸਾਲ ਦਾ ਸਮਾਂ ਪੂਰਾ ਕਰ ਸਕੀ। ਲੇਕਿਨ ਹੁਣ ਪਰਿਵਾਰਵਾਦ ਇੰਨਾ ਕੁ ਜ਼ਿਆਦਾ ਹੈਵੀ ਹੋ ਗਿਆ ਕਿ ਲੋਕ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਉਸ ਦੇਖੋ ਉਹ ਕੀ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਜਹਾਜ਼ ਦੇ ਵਿੱਚ ਕਿਤੇ ਮੋਰੀ ਹੋ ਜਾਵੇ ਤਾਂ ਬਹੁਤ ਛੇਤੀ ਲੋਕ ਉਹਦੇ ਤੋਂ ਜਿਹੜਾ ਵਾ ਉਹ ਨਿਕਲਣਾ ਛੇਤੀ ਸ਼ੁਰੂ ਕਰ ਦਿੰਦੇ ਨੇ। ਉਹੀ ਕਾਰਨ ਜਿਹੜਾ ਵਾ ਉਹ ਇਸ ਸਮੇਂ ਵਾਪਰਿਆ ਕਾਂਗਰਸ ਦੇ ਨਾਲ। ਆਪ ਦੇ ਵਿੱਚੋਂ ਸਿਰਫ ਮਨੀਸ਼ ਸਿਸੋਦੀਆ ਦਿੱਲੀ ਦੇ ਵਿੱਚ, ਫਿਰ ਅਰਵਿੰਦ ਕੇਜਰੀਵਾਲ ਤੇ ਜਾਂ ਫਿਰ ਜੈਨ ਸਾਹਿਬ। ਜਵਾਬ ਲੈ ਲੈਣੇ ਸੁਰਿੰਦਰ ਜੀ। ਜੀ ਸੁਰਿੰਦਰ ਜੀ ਜਵਾਬ ਲੈ ਲੈਣੇ ਆ। ਸੁਰਿੰਦਰ ਜੀ ਜਵਾਬ ਲੈ ਲੈਣੇ ਆ ਜੀ। ਵਿਕਰਮ ਜੀ, ਬੀਜੇਪੀ ਦੇ ਮੇਰੇ ਪ੍ਰਵਕਤਾ ਡਾਕਟਰ ਸੁਰਿੰਦਰ ਕਮਲ ਜੀ ਨੇ ਇੱਕ ਚੀਜ਼ ਤਾਂ ਅੱਜ ਡਿਬੇਟ 'ਚ ਕਲੀਅਰ ਕਰਤੀ ਕਿ ਬੀਜੇਪੀ ਕਾਂਗਰਸ ਦੀ ਤਾਰੀਫ ਕਰਦੀ ਹੈ। ਇਹਨਾਂ ਨੂੰ ਸਾਰਿਆਂ ਨੂੰ ਖਤਰਾ ਸਿਰਫ ਆਮ ਆਦਮੀ ਪਾਰਟੀ ਤੋਂ। ਜਿੱਦਾਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਤੇ ਮੈਡਮ ਕਹਿ ਰਹੇ ਸੀ ਕਿ ਜੇ ਸੈਂਟਰ 'ਚ ਇੱਕੋ ਪਾਰਟੀ ਦੀ ਸਰਕਾਰ ਹੈ। ਸੁਰਿੰਦਰ ਜੀ ਤੁਹਾਨੂੰ ਬਹੁਤ ਸਮਝ, ਤੁਹਾਨੂੰ ਗੱਲ ਪੂਰੀ ਕਰ ਲੈਣ ਦਿਓ। ਵਿਕਰਮ ਜੀ ਨੂੰ ਗੱਲ ਪੂਰੀ ਕਰ ਲੈਣ ਦਿਓ। ਸੁਰਿੰਦਰ ਜੀ ਨਹੀਂ, ਸੁਰਿੰਦਰ ਜੀ ਗੱਲ ਪੂਰੀ ਕਰ ਲੈਣ ਦਿਓ, ਵਾਪਸ ਆ ਜਾਵਾਂਗੇ। ਤਾਰੀਫ ਕਰਦੇ ਰਹੇ ਹੋ ਕਾਂਗਰਸ ਦੀ, ਹੁਣ ਮੇਰੇ ਤੋਂ ਸੁਣ ਵੀ ਲਓ ਪਲੀਜ਼, ਰਿਕੁਐਸਟ ਹੈ, ਤੁਸੀਂ ਮੇਰੇ ਭੈਣ ਹੋ ਜੀ। ਬੋਲੋ ਵਿਕਰਮ। ਹਾਂਜੀ ਸਰ, ਇਹ ਜਿੱਦਾਂ ਕਹਿੰਦੇ ਰਹੇ ਸਭ ਤੋਂ ਪਹਿਲਾਂ ਜਦੋਂ ਸਟਾਰਟ ਕੀਤੀ ਮੈਡਮ ਨੇ ਦੂਜੀ ਵਾਰ 'ਚ ਡਿਬੇਟ, ਇਹਨਾਂ ਨੇ ਕਿਹਾ ਜੀ ਕਿ ਸੈਂਟਰ 'ਚ ਜਿਹੜੀ ਸਰਕਾਰ ਹੋਵੇ ਉਹੀ ਸਟੇਟ 'ਚ ਹੋਣੀ ਚਾਹੀਦੀ ਹੈ। ਇਹ ਡੈਮੋਕ੍ਰੇਸੀ ਦੇ ਸਿਸਟਮ ਦੇ ਹੀ ਖਿਲਾਫ। ਬਿਲਕੁਲ ਸਾਡਾ ਫੈਡਰਲ ਸਟਰਕਚਰ ਇਹ ਨਹੀਂ ਕਰਦਾ। ਬਿਲਕੁਲ ਪੰਜਾਬ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਜਾਤਾਂ ਧਰਮਾਂ ਵੱਖ-ਵੱਖ ਲੋਕਾਂ ਦਾ ਇੱਕ ਸਾਡਾ ਗੁਲਦਸਤਾ ਹੈ ਫੁੱਲਾਂ ਦਾ।
ਤਰ੍ਹਾਂ ਤਰ੍ਹਾਂ ਦੇ ਫੁੱਲ ਹੈ। ਤੁਸੀਂ ਕਿਆ ਡਿਕਟੇਟਰਸ਼ਿਪ ਲਿਆਣਾ ਚਾਹੁੰਦੇ ਹੋ ਕਿ ਸੈਂਟਰ 'ਚ ਵੀ ਉਹੀ, ਸਟੇਟ 'ਚ ਵੀ ਉਹੀ? ਪਹਿਲੀ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਦੂਜਾ, ਤੁਸੀਂ ਇੱਕ ਬੜਾ ਸੰਗੀਨ ਔਰ ਗਲਤ ਇਲਜ਼ਾਮ ਲਗਾਇਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਬੇਅਦਬੀਆਂ ਹੋਈਆਂ। ਜਦੋਂ 1984 ਦੇ ਦੰਗੇ ਹੋਏ ਉਦੋਂ ਆਮ ਆਦਮੀ ਪਾਰਟੀ ਸੀ, ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਉਦੋਂ ਆਮ ਆਦਮੀ ਪਾਰਟੀ ਸੀ, ਜਦੋਂ ਪੰਜਾਬ ਦੇ ਵਿੱਚ ਹੱਤਿਆਵਾਂ ਹੋਈਆਂ ਉਦੋਂ ਆਮ ਆਦਮੀ ਪਾਰਟੀ ਸੀ, ਜਦੋਂ ਧਰਮਾਂ ਦੇ ਨਾਮ ਤੇ ਸਿਆਸਤ ਖੇਡੀ ਗਈ, ਤੁਹਾਡੀ ਰਵਾਇਤੀਆਂ ਪਾਰਟੀਆਂ ਵੱਲੋਂ ਲੋਕਾਂ ਨੂੰ ਲੜਾਇਆ ਗਿਆ, ਉਦੋਂ ਆਮ ਆਦਮੀ ਪਾਰਟੀ ਸੀ। ਹੁਣ ਵੀ ਸਭ ਨੂੰ ਪਤਾ ਹੈ ਕਿ ਰਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਨਵਾਂ ਬਦਲ ਲਿਆਉਣ। ਉਹ ਇਸੇ ਲਈ ਗੁੰਮਰਾਹ ਕਰਕੇ ਇਹੋ ਜਿਹੀਆਂ ਬੇਅਦਬੀਆਂ ਕਰਵਾਉਂਦੇ ਆ। ਮੈਡਮ, ਤੁਹਾਡੀ ਹੀ ਪਾਰਟੀ ਅਕਾਲੀ ਦਲ ਦੇ ਨਾਲ ਸੱਤਾ 'ਚ ਸੀ ਜਦੋਂ ਬੇਅਦਬੀਆਂ ਹੋਈਆਂ, ਔਰ ਜਿਸ ਐਮਐਲਏ ਦੀ ਤੁਸੀਂ ਦਿੱਲੀ ਵਾਲੇ ਦੀ ਗੱਲ ਕਰਦੇ ਹੋ, ਕੋਰਟ ਨੇ ਬਰੀ ਕੀਤਾ ਹੈ, ਝੂਠਾ ਪਰਚਾ ਕੀਤਾ ਸੀ ਤੁਸੀਂ। ਉਦੋਂ ਵੀ ਤੁਹਾਨੂੰ ਆਮ ਆਦਮੀ ਤੋਂ ਡਰ ਸੀ। ਅੱਜ ਤੁਹਾਨੂੰ ਸਾਰੀ ਰਵਾਇਤੀ ਪਾਰਟੀਆਂ ਨੂੰ ਟੈਨਸ਼ਨ ਹੋਈ ਪਈ ਹੈ ਆਮ ਆਦਮੀ ਦੀ। ਇੱਕ ਗੱਲ ਤੁਸੀਂ ਸਾਰੇ ਬੁਲਾਰੇ ਬਾਰ-ਬਾਰ ਕਹਿੰਦੇ ਹੋ ਮੈਡਮ, ਵਿਦ ਡਿਊ ਰਿਸਪੈਕਟ ਮੈਂ ਸਾਰਿਆਂ ਨੂੰ ਇਸ਼ਰਤ ਜੀ ਕਹਿ ਰਿਹਾ ਕਿ ਜੀ ਇਹਨਾਂ ਕੋਲੇ 4 MP ਸੀ, 2 ਚਲੇ ਗਏ, 20 MLA ਸੀ, 10 ਸਾਡੇ ਕੋਲ ਸਰਕਾਰ ਨਹੀਂ ਸੀ। ਤੁਸੀਂ ਕੁਐਸਚਨਸ ਸਾਰੇ ਮਿਲ ਕੇ ਸਿਰਫ ਆਮ ਆਦਮੀ ਪਾਰਟੀ ਨੂੰ ਕਰਦੇ ਹੋ, ਜਿਸ ਦੀ ਹਲੇ ਤੱਕ ਪੰਜਾਬ 'ਚ ਸਰਕਾਰ ਨਹੀਂ ਆਈ। ਕੁਐਸਚਨਸ ਉਹਨੂੰ ਹੋਣੇ ਚਾਹੀਦੇ ਆ। ਬੀਜੇਪੀ ਦੀ ਇੱਕ ਆਦਤ ਰਹੀ ਹੈ ਸਰ ਕਿ ਕੁਐਸਚਨ ਦਾ ਆਨਸਰ ਨਹੀਂ ਦੇਣਾ, ਕਾਊਂਟਰ ਕੁਐਸਚਨ ਕਰਨਾ, ਕਿ ਸਾਨੂੰ ਨਾ ਪੁੱਛੋ, ਸਾਨੂੰ ਤਾਂ ਦਰਗਾਹੀ ਹੁਕਮ ਹੋਇਆ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਹੈ। ਨਹੀਂ ਮੈਡਮ, ਲੋਕਤੰਤਰ ਦੀ ਆਤਮਾ ਕਹਿੰਦੀ ਹੈ ਕਹਿਣ ਦਾ ਵੀ ਜਜ਼ਬਾ ਰੱਖੋ ਤੇ ਸੁਣਨ ਦਾ ਵੀ ਜਜ਼ਬਾ ਰੱਖੋ। ਕੁਐਸਚਨ ਵੀ ਪੁੱਛੋ ਤੇ ਆਨਸਰ ਵੀ। ਤੇ ਜਿਹੜੀ ਗੱਲ ਬਾਰ-ਬਾਰ ਕਹਿੰਦੇ ਆ 20 MLA 'ਚੋਂ 10 ਚਲੇ ਗਏ ਜੀ, ਸਾਰਾ ਜਿਹੜਾ ਸਿਸਟਮ ਹੈ ਉਹ ਰਵਾਇਤੀ ਪਾਰਟੀਆਂ ਦੇ ਕੰਟਰੋਲ 'ਚ, ਚਾਹੇ ਉਹ ਕਦੇ ਕਾਂਗਰਸ ਦਾ ਰਿਹਾ, ਚਾਹੇ ਉਹ ਅਕਾਲੀ ਦਲ ਦਾ ਰਿਹਾ ਬੀਜੇਪੀ ਦੇ ਨਾਲ ਮਿਲ ਕੇ। ठीक है, लोग बहुत से ऐसे लीडर हैं जो दबाव बर्दाश्त नहीं कर सके। ਸਭ ਨੂੰ ਪਤਾ ਹੈ ਕਾਂਗਰਸ ਦੀ ਜਿਸ ਦੀ ਤੁਸੀਂ ਅੱਜ ਤਾਰੀਫ ਕਰ ਰਹੇ ਹੋ। ਵਿਕਰਮ ਜੀ ਫਿਰ ਤਾਂ ਤੁਸੀਂ ਇਹ ਕਹਿ ਰਹੇ ਹੋ, ਵਿਕਰਮ ਜੀ ਫਿਰ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਸੋ ਵੀਕ, ਇੰਨੀ ਵੀਕ ਹੈ ਕਿ ਉਹ ਬਾਕੀਆਂ ਦਾ ਦਬਾਈ ਨਹੀਂ ਲੈ ਪਾਈ। ਮੈਂ ਵੀ ਇਹੋ ਗੱਲ ਕਹਿਣ ਲੱਗਾ ਜੀ, ਫਿਰ ਤਾਂ ਵੀਕ ਹੈ ਜਿਹੜਾ ਮੈਦਾਨ ਛੱਡ ਕੇ ਕਿਹੜੀ ਪਾਰਟੀ ਚੋਂ ਬੰਦੇ ਛੱਡ ਕੇ ਨਹੀਂ ਗਏ? ਇੱਕ ਮਿੰਟ ਜੀ, ਕਿਹੜੀ ਪਾਰਟੀ ਚੋਂ ਬੰਦੇ ਛੱਡ ਕੇ ਨਹੀਂ ਗਏ? ਇਸ਼ਰਤ ਜੀ ਤੁਸੀਂ ਥੋੜੀ ਦੇਰ ਪਹਿਲਾਂ ਕਿਹਾ ਲਾਲੀ ਮਜੀਠੀਆ ਜੀ ਕਾਂਗਰਸ ਛੱਡ ਕੇ ਚਲੇ ਗਏ, ਫਤਿਹ ਜੰਗ ਬਾਜਵਾ ਜੀ ਕਾਂਗਰਸ ਛੱਡ ਕੇ ਚਲੇ ਗਏ, ਬੀਜੇਪੀ ਦੇ ਲੀਡਰ ਛੱਡ ਕੇ ਜਾ ਰਹੇ ਹੈ। ਕਿਹੜੀ ਪਾਰਟੀ ਚੋਂ ਜਿਸ ਬੰਦੇ ਦਾ ਕੋਈ ਕਾਰਨ ਹੋ ਸਕਦਾ ਹੈ, ਸਪੈਸਿਫਿਕ ਪਰਸਨਲ ਕਾਰਨ ਹੈ, ਪਾਰਟੀ ਕਦੇ ਨਹੀਂ ਟੁੱਟਦੀ। ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਰਹੀ ਹੈ ਔਰ ਤੁਸੀਂ ਇਹਦਾ ਜਿਹੜਾ ਹੈ ਰਿਜ਼ਲਟ ਇਲੈਕਸ਼ਨ ਦੇ ਵਿੱਚ ਦੇਖੋਗੇ ਜੀ। ਬਿਲਕੁਲ, ਇਹ ਤਾਂ ਇਲੈਕਸ਼ਨ 'ਚ ਪਤਾ ਲੱਗ ਜਾਏਗਾ। ਹਾਂਜੀ, ਔਰ ਦੂਸਰੀ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਮੈਡਮ ਜੀ, ਮੈਂ ਦੋਵਾਂ ਨੂੰ ਰਿਕੁਐਸਟ ਕਰ ਰਿਹਾ, ਸੁਰਿੰਦਰ ਜੀ ਨੂੰ ਤੇ ਵਿਕਰਮ ਜੀ ਨੂੰ ਵੀ, ਕਿਉਂਕਿ ਥੋੜਾ ਸਮੇਂ ਦੀ ਵੀ ਘਾਟ ਹੈ ਤੇ ਬਾਕੀ ਵੀ ਸਾਡੇ ਪੈਨਲਿਸਟ ਬੈਠੇ ਨੇ ਤੇ ਆਪਾਂ ਇੱਕ ਵਾਰ ਸਾਰਿਆਂ ਦੇ ਫਾਈਨਲ ਮੈਂ ਕਮੈਂਟ ਜ਼ਰੂਰ ਲੈਣਾ ਚਾਹੁੰਦਾ ਇਸ ਤੇ। ਸ਼ੁਰੂ ਕਰਦੇ ਹਾਂ ਕਾਂਗਰਸ ਤੋਂ, ਸਹਿਜਪਾਲ ਜੀ ਕਲੋਜ਼ਿੰਗ ਕਮੈਂਟਸ ਅੱਜ ਦੇ ਮੁੱਦੇ ਤੇ। ਕੀ ਟਰਨ ਕੋਟਸ ਜਾਂ ਦਲ ਬਦਲੂ ਜਿਹੜੇ ਹੁੰਦੇ ਆ, ਕੀ ਕੋਈ ਆਈਡੀਓਲੋਜੀ ਹੀ ਨਹੀਂ ਹੈ ਜਿਹੜੀ ਉਹ ਪੋਲਿਟਿਕਸ ਵਿੱਚ ਆ ਰਹੇ ਨੇ, ਕਿ ਸਿਰਫ ਇਲੈਕਸ਼ਨ ਜਿੱਤਣ ਹੀ ਇੱਕ ਪਰਪਸ ਰਹਿ ਗਿਆ ਇਲੈਕਸ਼ਨ 'ਚ ਆਉਣ ਦਾ, ਇਸ ਕਰਕੇ ਇਹਨਾਂ ਦਲ ਬਦਲਿਆ ਜਾ ਰਿਹਾ? ਸਹਿਜਪਾਲ ਜੀ ਕਲੋਜ਼ਿੰਗ ਕਮੈਂਟਸ। ਜੀ ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਇੱਕ ਪਾਰਟੀ ਤੁਹਾਨੂੰ ਤੁਹਾਡੀ ਕਾਬਲੀਅਤ ਨੂੰ ਦੇਖਦੇ ਹੋਏ ਤੁਹਾਨੂੰ ਇੱਕ ਮੈਂ ਸਮਝਦਾ MLA MP ਦਾ ਜਿਹੜਾ ਉਮੀਦਵਾਰ ਐਲਾਨ ਦਿੰਦੀ ਹੈ, ਤਾਂ ਮੈਂ ਇਹ ਨਹੀਂ ਸਮਝਦਾ ਕਿ ਅਗਲੀ ਵਾਰ ਜੇਕਰ ਤੁਸੀਂ ਉੱਥੇ ਕੰਮ ਚੰਗੇ ਨਹੀਂ ਕੀਤੇ ਜਾਂ ਉੱਥੋਂ ਦੇ ਲੋਕਾਂ ਨਾਲ ਤੁਹਾਡਾ ਪਿਆਰ ਭਾਵਨਾ ਜਾਂ ਉਹਨਾਂ ਦੇ ਕੰਮਾਂ ਦੇ ਲਈ ਮੈਂ ਸਮਝਦਾ ਪੂਰੇ ਨਹੀਂ ਉਤਰਦੇ, ਤਾਂ ਜੇਕਰ ਕੋਈ ਵੀ ਪਾਰਟੀ, ਇਕੱਲੀ ਕਾਂਗਰਸ ਨਹੀਂ, ਜੇਕਰ ਕੋਈ ਵੀ ਪਾਰਟੀ ਤੁਹਾਡੀ ਟਿਕਟ ਕੱਟ ਦਿੰਦੀ ਹੈ ਤੇ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਦਲ ਬਦਲੂ ਹੋ ਜਾਓ। ਤੁਹਾਡਾ ਇਹ ਫਰਜ਼ ਬਣਦਾ ਹੁੰਦਾ ਕਿ ਭਾਈ ਸਾਨੂੰ ਇੱਕ ਪਾਰਟੀ ਨੇ MLA ਬਣਾਤਾ ਹੈ, ਜੇ ਸਾਨੂੰ ਕੋਈ ਮੰਤਰੀ ਬਣਾਤਾ ਹੈ ਤਾਂ ਅਸੀਂ ਹੁਣ ਸਾਡਾ ਇੱਕ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਉਸ ਪਾਰਟੀ ਦਾ, ਮੈਂ ਸਮਝਦਾ ਸੇਵਾਦਾਰ ਬਣ ਕੇ ਜਿਹੜਾ ਉੱਥੇ ਲੋਕਾਂ ਨਾਲ ਜੁੜ ਕੇ ਉਸ ਪਾਰਟੀ ਦੀ ਜਿਹੜੀ ਆ ਉਹ ਸੇਵਾ ਕਰੀਏ। ਠੀਕ ਹੈ ਜੀ, ਠੀਕ ਹੈ ਜੀ। ਐਸਐਸਐਮ ਤੋਂ ਮੁਕੇਸ਼ ਚੰਦਰਾ ਜੀ, ਤੁਹਾਡੇ ਵੀ ਕਲੋਜ਼ਿੰਗ ਕਮੈਂਟਸ ਲੈ ਲੈਣਾ। ਵੈਸੇ ਤਾਂ CPI ਦੇ ਵੀ ਕੁਝ ਲੀਡਰ ਜੁਆਇਨ ਕਰ ਚੁੱਕੇ ਨੇ, SPM ਤੋਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਬਾਕੀ ਪਾਰਟੀਆਂ ਦੇ ਨਹੀਂ ਲੈ ਰਹੇ, ਲੇਕਿਨ CPI ਵੀ ਇੱਕ ਬਹੁਤ ਪੁਰਾਣੀ ਲੈਫਟਿਸਟ ਪਾਰਟੀ ਹੈ, ਪਰ ਹਜੇ ਬਹੁਤ ਕੈਂਡੀਡੇਟਸ ਆਣੇ ਬਾਕੀ ਨੇ। SSM 'ਚ ਕੀ ਤੁਸੀਂ ਮੈਨੂੰ ਇਹ ਗਾਰੰਟੀ ਦੇ ਸਕਦੇ ਹੋ ਕਿ ਇਹੋ ਜਿਹੇ ਦਲ ਬਦਲੂ ਨਹੀਂ ਆਣਗੇ? ਤੇ ਨਾਲ ਹੀ ਕਲੋਜ਼ਿੰਗ ਕਮੈਂਟਸ ਮੁਕੇਸ਼ ਚੰਦਰਾ ਜੀ। ਬਿਲਕੁਲ ਨਹੀਂ, ਕਿਉਂਕਿ ਜਿਹੜੀਆਂ ਪੰਜਾਬ ਦੀ ਜਨਤਾ ਹੈ, ਇਹ ਸਾਰੇ ਕੈਂਡੀਡੇਟ ਪੰਜਾਬ ਦੀ ਜਨਤਾ ਚੋਂ ਲਏ ਜਾ ਰਹੇ ਆ। ਇਹ ਦਲ ਬਦਲੂ ਨਹੀਂ, ਇਹ ਕਾਰੋਬਾਰੀ ਆ। ਇਹ ਲੀਡਰ ਜਿਹੜੇ ਆ ਇਹਨੂੰ ਸਿਆਸਤ ਨੂੰ ਕਾਰੋਬਾਰ ਬਣਾ ਲਿਆ ਸੀ, ਇੱਕ ਦੂਜੇ ਦੇ ਭੇਤੀ ਆ ਇਹ ਸਾਰੇ। ਕਿੱਦਾਂ ਅਸੀਂ ਰਲ ਮਿਲ ਕੇ ਪੰਜਾਬ ਨੂੰ ਲੁੱਟਣਾ ਖਾਣਾ, ਉਹ ਤਾਈਓ ਇੱਕ ਪਾਰਟੀ ਚੋਂ ਦੂਜੀ 'ਚ ਜਾਂਦੇ, ਤਾਈਓ ਕਿਸੇ ਨਵੇਂ ਚਿਹਰੇ ਤੇ ਵਿਸ਼ਵਾਸ ਨਹੀਂ ਇਹਨਾਂ ਨੂੰ, ਤਾਈਓ ਇਹ ਉਹਨਾਂ ਪਾਰਟੀਆਂ ਦੇ ਉਹਨਾਂ 'ਚ ਜਾ ਰਹੇ ਆ। ਇਹ ਰਲ ਮਿਲ ਕੇ ਪੰਜਾਬ ਤੇ 3.5 ਲੱਖ ਕਰੋੜ ਦਾ ਨਹੀਂ ਕਰਜ਼ਾ ਕਰ ਦਿੱਤਾ, ਪਰ ਪੰਜਾਬ ਦੇ ਲੋਕਾਂ ਨੂੰ ਇਸ ਅੰਦੋਲਨ ਨੂੰ ਦੇਖਦੇ ਹੋਏ ਬਹੁਤ ਜਾਗਰੂਕਤਾ ਆ ਗਈ ਆ
ਪੂਰੀ ਤਰ੍ਹਾਂ ਹੁਣ ਇਹਨਾਂ ਤੋਂ ਸੁਚੇਤ ਆ। ਠੀਕ ਹੈ, ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿਰਫ ਇਕਲੌਤੀ ਰੀਜਨਲ ਕਾਂਗਰਸ ਦੇ ਜ਼ੀਰਕਪੁਰ ਦੇ ਪਾਰਟੀ ਹੈ ਪੰਜਾਬ ਦੀ, ਕਾਂਗਰਸ ਦੇ ਜ਼ੀਰਕਪੁਰ ਦੇ ਸੈਕਟਰੀ ਜਸਪਾਲ ਸਿੰਘ ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ। ਛੋਟੇਪੁਰ ਜੀ ਆਮ ਆਦਮੀ ਪਾਰਟੀ ਤੋਂ ਆਏ, ਅਨਿਲ ਜੋਸ਼ੀ ਬੀਜੇਪੀ ਤੋਂ ਆਏ ਜੀ। ਸ਼੍ਰੋਮਣੀ ਅਕਾਲੀ ਦਲ ਵੀ ਬਸ ਇਹੀ ਚਾਹੁੰਦੀ ਹੈ ਕਿ ਜਿਹੜਾ ਆਉਂਦਾ ਹੈ ਆ ਜਾਵੇ, ਅਸੀਂ ਤਾਂ ਆਪਣੀ ਵਿਨੇਬਿਲਿਟੀ ਫੈਕਟਰ ਦੇਖਣਾ। ਨਹੀਂ ਮਿਸ਼ਰ ਜੀ, ਇੱਥੇ ਤੁਸੀਂ ਕਹਿ ਤਾਂ ਰਹੇ ਹੋ, ਜਿਹੜਾ ਜੋ ਸੁੱਚਾ ਸਿੰਘ ਛੋਟੇਪੁਰ ਜੀ ਸੀਗੇ ਉਸ ਪਹਿਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਸੰਬੰਧਿਤ ਸੀਗੇ। ਠੀਕ ਹੈ, ਉਹ ਕੁਝ ਆਪਣੇ ਕਾਰਨਾਂ ਕਰਕੇ ਨਾਰਾਜ਼ਗੀ ਹੋ ਸਕਦੀ ਹੈ, ਆਮ ਆਦਮੀ ਪਾਰਟੀ ਚ ਬਾਅਦ ਚੋਂ ਚਲੇ ਗਏ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਤਾਂ ਇਸ ਤਰ੍ਹਾਂ ਉਹਨਾਂ ਨੂੰ ਜਲੀਲ ਕਰਕੇ ਪਾਰਟੀ ਦੇ ਵਿੱਚੋਂ ਕੱਢਿਆ ਸੀ। ਸਾਰਿਆਂ ਨੂੰ ਆਪਾਂ ਸਾਰਿਆਂ ਨੇ ਦੇਖਿਆ। ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਿਸੇ ਹੋਰ ਪਾਰਟੀ ਦੇ ਆ, ਉਹ ਪਹਿਲਾਂ ਤੋਂ ਹੀ ਕੋਈ ਐਗਜ਼ਾਮਪਲ ਹੈ, ਹੋਰ ਇਹੋ ਜਿਹੇ ਬਹੁਤ ਐਗਜ਼ਾਮਪਲ ਨੇ ਸ਼੍ਰੋਮਣੀ ਅਕਾਲੀ ਦਲ ਜੀ। ਮੈਨੂੰ ਦੱਸੋ ਮੈਨੂੰ ਕਿਹੜੇ ਐਗਜ਼ਾਮਪਲ ਹੈ, ਮੈਨੂੰ ਦੱਸੋ। ਜਿਹੜੀ ਤੁਸੀਂ ਜੋਸ਼ੀ ਸਾਹਿਬ ਪਲੀਜ਼ ਮੇਰੀ ਸੁਣ ਲਓ ਨਾ, ਮੈਨੂੰ ਬੜੇ ਟਾਈਮ ਬਾਅਦ ਤੁਸੀਂ ਟਾਈਮ ਦਿੱਤਾ। ਜਿਹੜੀ ਤੁਸੀਂ ਜੋਸ਼ੀ ਸਾਹਿਬ ਦੀ ਗੱਲ ਕਰਦੇ ਹੋ, ਜੋਸ਼ੀ ਸਾਹਿਬ ਜਦੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਸੀ, ਉਸੇ ਸੀਟ ਤੋਂ ਚੋਣ ਲੜਦੇ ਸੀ। ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਉਹ ਸੀਟ ਉੱਥੋਂ ਕਿਸਾਨ ਅੰਦੋਲਨ ਨੂੰ ਜਦੋਂ ਸਪੋਰਟ ਕੀਤੀ, ਉਹਨਾਂ ਨੇ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ ਔਰ ਉਹਨਾਂ ਨੂੰ ਪਤਾ ਸੀ ਕਿ ਉਸੇ ਸੀਟ ਤੇ ਮੈਂ ਚੋਣ ਲੜਨੀ ਹੈ। ਲੋਕ ਉੱਥੋਂ ਦੇ ਉਸਨੂੰ ਪਿਆਰ ਕਰ ਰਹੇ ਆ ਜੋਸ਼ੀ ਜੀ ਨੂੰ, ਤਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ, ਉਹਨਾਂ ਨੇ ਉਸੇ ਸੀਟ ਤੋਂ ਚੋਣ ਲੜ ਰਹੇ ਆ। ਜਿਹੜੀ ਸੀਟ ਤੇ ਪਹਿਲਾਂ ਇਹ ਤਾਂ ਨਹੀਂ ਹੋਇਆ ਕਿ ਜੋਸ਼ੀ ਜੀ ਨੂੰ ਲਿਆ ਕੇ ਕਿਸੇ ਹੋਰ ਸੀਟ ਤੇ ਚੋਣ ਲੜਵਾਤਾ ਜਾਂ ਕੁਝ ਹੋਰ ਕਰਤਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹੁਣ ਜਿਹੜੀ ਗੱਲ ਕਰਦੇ ਆਪਣਾ ਜਿਹੜਾ ਮੇਨ ਮੁੱਦਾ ਸੀ ਉਹ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਤੁਰਤ ਪੈਰ ਲਿਆ ਕੇ ਦੂਸਰੀ ਪਾਰਟੀ ਨੇ ਟਿਕਟ ਨਹੀਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਤਰ੍ਹਾਂ, ਕਿਉਂਕਿ ਇਹਨਾਂ ਦੇ ਬੰਦੇ ਤਾਂ ਇੱਕੋ ਗੱਲ ਕਹਿੰਦੇ ਆ, ਕਹਿੰਦੇ ਅਸੀਂ ਇਨਕਲਾਬ ਲੈ ਕੇ ਆਏ ਆ, अगर हमें टिकट मिला तो हम पंजाब बदल देंगे, अगर नहीं मिला तो हम पार्टी बदल देंगे। ਇਹਦੇ ਵਿੱਚ 32-33 ਬੰਦਿਆਂ ਦੀ ਲਿਸਟ ਤਾਂ ਮੇਰੇ ਕੋਲੇ ਇਸ ਟਾਈਮ ਮੌਜੂਦ ਹੈ ਜੀ, ਆਮ ਆਦਮੀ ਪਾਰਟੀ ਦੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਚੋਂ ਗਿਆ, ਕੋਈ ਆਮ ਕਾਂਗਰਸ ਚੋਂ ਆਇਆ। ਹੁਣ ਇਹ ਕਹੀ ਜਾਂਦੇ ਆਮ ਆਦਮੀ ਪਾਰਟੀ ਸਾਡੀ, ਆਮ ਆਦਮੀ ਪਾਰਟੀ, ਇਹਨਾਂ ਨੇ ਇਹ ਦੋਸ਼ ਵੀ ਲਾਇਆ, ਕਹਿੰਦੇ ਸਾਰੇ ਤੁਸੀਂ ਆਮ ਆਦਮੀ ਪਾਰਟੀ ਨੂੰ ਤੋਂ ਹੀ ਡਰਦੇ ਹੋ। ਡਰਦਾ ਕੋਈ ਨਹੀਂ ਹੈ, ਤੁਹਾਨੂੰ 5 ਸੀਟਾਂ ਨਹੀਂ ਆਉਂਦੀਆਂ ਪੰਜਾਬ ਦੇ ਵਿੱਚ, ਮੈਂ ਤੋਂ ਲਿਖਾ ਕੇ ਲੈ ਲਓ। ਗੱਲ ਕਰ ਜਿਹੜੀ ਜੋ ਇਹ ਗੱਲਾਂ ਕਰਦੇ ਆ ਕਿ ਅਸੀਂ ਇਨਕਲਾਬ ਲੈ ਕੇ ਆਉਣਾ ਚਾਹੁੰਦੇ ਸੀ, ਇਹ ਕਰਨਾ ਚਾਹੁੰਦੇ, ਇਹ ਜਿਹੜੇ ਅਸੀਂ ਆਮ ਲੋਕਾਂ ਨੂੰ ਟਿਕਟ ਦਿੰਦੇ ਆ, ਗੁਰਮੀਤ ਸਿੰਘ ਖੁੱਟੀਆਂ ਕਾਂਗਰਸ ਕਰਵਾ ਰਿਹਾ ਆਪਣੇ, ਮੈਨੂੰ ਲੱਗਦਾ 32-33 ਬੰਦੇ ਤਾਂ ਇਹ ਜਿਹੜੇ ਪੂਰੇ ਹਾਈ ਫਾਈ ਬੰਦੇ ਆ ਜੋ ਇਧਰੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਚ ਗਏ, ਜਿਨ੍ਹਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ। ਦੂਸਰੀ ਗੱਲ ਕਰ ਲਈਏ ਕਾਂਗਰਸ ਦੀ, ਇੱਕ ਮੈਂ ਪਿੱਛੇ ਜੇ ਤੁਸੀਂ ਵੀ ਦੇਖਿਆ ਹੋਊਗਾ ਸ਼ਿਰ ਜੀ, ਪਿਛਲੇ ਕੁਝ ਸਮੇਂ ਤੋਂ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਆ ਉਹ ਤਾਂ ਕਾਂਗਰਸ ਜਾ ਰਹੇ ਆ, ਜੋ ਕਾਂਗਰਸ ਦੇ ਆ ਉਹ ਬੀਜੇਪੀ ਚ ਜਾ ਰਹੇ। ਇਹਨਾਂ ਦੀ ਆਈਡੀਓਲੋਜੀ ਇੱਕ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਸ਼ਹੀਦਾਂ ਦੀ ਜਥੇਬੰਦੀ ਹੈ, ਕੁਰਬਾਨੀ ਵਾਲੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਕਿਸੇ ਇਸ ਤਰ੍ਹਾਂ ਦੇ ਲੀਡਰ ਦੀ ਲੋੜ ਹੈ ਕਿ ਕੱਲ ਪਾਰਟੀ ਛੱਡ ਕੇ ਆਇਆ। ਹੁਣ ਤੁਸੀਂ ਇਹਦੀ ਗੱਲ ਕਰਦੇ ਸੀ ਲਾਲੀ ਮਜੀਠੀਆ ਦੀ, ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਕਦੇ ਸਰਕਾਰ ਨਹੀਂ ਰਹੀ। ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਇਹਨਾਂ ਨੂੰ ਹੀ ਕਹੀ ਜਾਣਾ, ਇਹਨਾਂ ਨੂੰ ਹੀ ਕਹੀ ਜਾਣਾ। ਮੈਂ ਇਹਨਾਂ ਦੇ ਜੋ ਟੁੱਟੇ ਹੋਏ ਬਿਆਨ ਆਉਂਦੇ ਨਾ, ਜੋ ਇੰਨੇ ਭੈੜੇ ਬਿਆਨ ਦਿੰਦੇ ਨੇ, ਉਹਨਾਂ ਤੇ ਮੈਨੂੰ ਗੱਲ ਕਰਨੀ ਪੈਂਦੀ ਹੈ। ਇਹਨਾਂ ਦੇ ਰਾਘਵ ਚੱਡਾ ਜੀ ਦਾ ਬਿਆਨ ਸੀ, ਕਹਿੰਦੇ ਲਾਲੀ ਮਜੀਠੀਆ ਜੀ ਨੇ ਨਾ ਇੱਕ ਕਮਜ਼ੋਰ कैंडिडेट है, जो कांग्रेस है वो कमजोर कैंडिडेट विक्रमजीत सिंह मजीठिया के खिलाफ खड़ा कर देती है और इसलिए वो सीट हार जाते हैं। विक्रमजीत सिंह मजीठिया तो फिर भी उसे सीट ते चोण लड़नगे और इन्हां ने लाली मजीठिया नूं अपनी पार्टी च रला के किहड़ा डावर चवनप्राश करवाया बई वो हुण तगड़ा हो गया। उसे वो भी उन्हां ही कैंडिडेटां नूं उत्थे मुकाबले च खड़ा कर रहे हैं। तो जिहड़े कांग्रेस वाले आ वो भी यही देख रहे हैं। हुण ਇਹਨਾਂ ਨੂੰ ਪਤਾ ਹੈ ਸਾਡੇ ਪੈਰ ਨਹੀਂ ਲੱਗ ਰਹੇ। ਇਹਨਾਂ ਦੀ ਲੜਾਈ ਨੇ ਜਿਹੜੀ ਨੇ ਕਾਂਗਰਸ ਲੈ ਲਈ, ਇਹਨਾਂ ਦੀ ਲੜਾਈ ਪਹਿਲਾਂ ਮੁੱਖ ਮੰਤਰੀ ਨੂੰ ਲੈ ਕੇ ਆ, ਫਿਰ ਸੀਟਾਂ ਨੂੰ ਲੈ ਕੇ ਆ, ਫਿਰ ਸੀਟਾਂ ਨੂੰ ਜਦੋਂ ਇਲੈਕਸ਼ਨ ਹੋਊਗੀ ਝਗੜ ਦਿਓ। ਸ਼੍ਰੋਮਣੀ ਅਕਾਲੀ ਦਲ ਵਿੱਚ ਨਾ ਕੋਈ ਲੜਾਈ ਹੈ, ਨਾ ਉਹਨਾਂ ਨੇ ਕੋਈ ਲੀਡਰ ਲਿਆ, ਨਾ ਕੋਈ ਇਸ ਤਰ੍ਹਾਂ ਆਪਣੇ ਹੀ ਲੀਡਰਾਂ ਨੂੰ ਆਪਣੀ ਹੀ ਪਾਰਟੀ ਦੇ ਵਰਕਰਾਂ ਨੂੰ ਟਿਕਟ ਦੇ ਕੇ ਨਵਾਜਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਆਊ। ਠੀਕ ਹੈ ਮਠਾਰੂ ਜੀ, ਚਲੋ ਸਾਡੇ ਕੋਲ ਸਮੇਂ ਦੀ ਬਹੁਤ ਜ਼ਿਆਦਾ ਘਾਟ ਹੈ, ਸਾਨੂੰ ਇਸ ਵੇਲੇ ਡਿਬੇਟ ਐਂਡ ਕਰਨਾ ਪੈਣਾ ਹੈ। ਬੜਾ ਵੱਡਾ ਤੇ ਗੰਭੀਰ ਟੌਪਿਕ ਹੈ ਤੇ ਅਸੀਂ ਬਹੁਤ ਚਿਰ ਡਿਸਕਸ਼ਨ ਹਰ ਪਾਰਟੀ ਤੋਂ ਕਰ ਸਕਦੇ ਹਾਂ, ਕਿਉਂਕਿ ਜਿਵੇਂ ਕਿ ਮੈਂ ਕਿਹਾ ਹਰ ਪਾਰਟੀ ਚ ਇਹੋ ਜਿਹੇ ਕੈਂਡੀਡੇਟ ਨੇ ਜੋ ਜਾਂ ਉਹ ਪਾਰਟੀ ਛੱਡ ਕੇ ਦੂਜੀ ਜਾ ਰਹੇ ਆ, ਦੂਜੀਆਂ ਛੱਡ ਕੇ ਉਸ ਪਾਰਟੀ ਚ ਆ ਰਹੇ ਆ। ਖੈਰ ਮੇਰਾ ਸਵਾਲ ਸ਼ੁਰੂਆਤ ਚ ਵੀ ਇਹੀ ਸੀਗਾ, ਹੁਣ ਵੀ ਇਹੀ ਰਹੇਗਾ ਕਿ
ਕੋਈ ਕੈਂਡੀਡੇਟ ਕੋਲ ਆਈਡੀਓਲੋਜੀ ਹੈ, ਕਿਉਂਕਿ ਹਰ ਪਾਰਟੀ ਦੀ ਇੱਕ ਆਈਡੀਓਲੋਜੀ ਹੁੰਦੀ ਹੈ। ਜੇ ਉਹ ਕੈਂਡੀਡੇਟ ਉਸ ਪਾਰਟੀ ਨਾਲ ਜੁੜਦਾ ਤਾਂ ਇਹਦਾ ਮਤਲਬ ਸ਼ਾਇਦ ਇਹੀ ਹੋਣਾ ਚਾਹੀਦਾ ਹੈ ਕਿ ਉਹਦੀ ਆਈਡੀਓਲੋਜੀ ਨਾਲ ਐਗਰੀ ਕਰਦਾ ਹੈ। ਲੇਕਿਨ ਦੋ ਬਿਲਕੁਲ ਆਪੋਜ਼ਿਟ ਪਾਰਟੀਆਂ ਜਦੋਂ ਕੋਈ ਕੈਂਡੀਡੇਟ ਛੱਡ ਕੇ ਜਾਂਦਾ ਹੈ ਤਾਂ ਫਿਰ ਤਾਂ ਇਹ ਸ਼ੱਕ ਕਰਨਾ ਹੀ ਪਏਗਾ ਕਿ ਕੀ ਉਹ ਦੋਵਾਂ ਦੀ ਆਈਡੀਓਲੋਜੀ ਨਾਲ ਸਹਿਮਤ ਹੈ, ਕੀ ਉਹ ਹਲਕੇ ਬਾਰੇ ਸੋਚ ਵੀ ਰਿਹਾ ਹੈ ਜਾਂ ਸਿਰਫ ਚੋਣ ਲੜ ਕੇ ਜਿੱਤਣ ਦੀ ਸੋਚ ਰਿਹਾ। ਤੇ ਪਾਰਟੀਆਂ ਵੀ ਸ਼ਾਇਦ ਇਹੀ ਸੋਚ ਰਹੀਆਂ ਨੇ, ਬਾਰ-ਬਾਰ ਇਹ ਗੱਲ ਕਰਦੇ ਕਿ ਅਸੀਂ ਵਿਨੇਬਲ ਕੈਂਡੀਡੇਟ ਨੂੰ ਟਿਕਟ ਦੇਣਾ ਚਾਹੁੰਦੇ ਹਾਂ। ਖੈਰ, ਆਉਣ ਵਾਲੀ ਇਲੈਕਸ਼ਨ ਬਹੁਤ ਸਾਫ਼ ਕਰ ਦੇਗੀ। ਬੀਜੇਪੀ ਕਹਿ ਰਹੀ ਹੈ ਐਕਸਪੈਂਡ ਕਰ ਰਹੀ ਹੈ, 10% ਤੋਂ ਉੱਤੇ ਕਦੀ ਵੋਟ ਨਹੀਂ ਮਿਲੀ ਹੈ ਪੰਜਾਬ 'ਚ, ਇਸ ਵਾਰ ਪਤਾ ਚੱਲ ਜਾਏਗਾ। ਵੈਸੇ ਵੀ ਇਸ ਵਾਰ ਪੇਰੈਂਟ ਪਾਰਟੀ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪਿਛਲੀ ਵਾਰ ਅਸੀਂ ਦੂਜੇ ਨੰਬਰ ਤੇ ਆਏ ਸੀਗੇ, ਇਸ ਵਾਰ ਪਹਿਲੇ ਤੇ ਆਵਾਂਗੇ। ਖੈਰ, ਉਹ ਵੀ ਬਹੁਤ ਜਲਦ ਪਤਾ ਚੱਲ ਜਾਏਗਾ, ਵੋਟਾਂ ਘਟਦੀਆਂ ਨੇ ਵੱਧਦੀਆਂ ਨੇ। ਜੇ ਇੱਕ ਨਵੇਂ ਬਦਲ ਦੀ ਗੱਲ ਹੋ ਰਹੀ ਹੈ ਤਾਂ ਸਾਂਝਾ ਸਮਾਜ ਮੋਰਚਾ ਵੀ ਇਸ ਵਾਰ ਹੈ। ਦੇਖਦੇ ਹਾਂ ਕਿ ਕੀ ਉਹ ਕੁਝ ਵੱਡਾ ਭੁਚਾਲ ਲਿਆ ਸਕਦੇ ਜਿਵੇਂ ਦਾ ਉਹ ਕਲੇਮ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕੋ ਇੱਕ ਰੀਜਨਲ ਪਾਰਟੀ ਹੈ ਪੰਜਾਬ ਦੀ, ਨਹੀਂ ਹੈ ਹੁਣ ਪਾਵਰ 'ਚ, ਪਹਿਲਾਂ 10 ਸਾਲ ਰਾਜ ਕੀਤਾ ਹੈ ਲੇਕਿਨ ਐਂਟੀ ਇਨਕੰਬੈਂਸੀ ਫੈਕਟਰ ਬਹੁਤ ਵੱਡਾ ਸੀ ਉਹਨਾਂ ਲਈ। ਉਹ ਆ ਪਾਉਂਦੇ ਆ ਕਿ ਨਹੀਂ, ਇਹ ਸਾਰਾ ਕੁਝ ਦੇਖਣ ਵਾਲਾ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ, ਕਿਉਂਕਿ 5 ਕਾਰਨਰਡ ਕੰਟੈਸਟ ਇਸ ਵਾਰ ਪੰਜਾਬ ਨੂੰ ਦੇਖਣ ਵਾਲਾ ਹੈ। ਜਾਂ ਜਿਹੜੇ ਬਾਰ-ਬਾਰ ਮਾਹਿਰ ਕਹਿ ਰਹੇ ਨੇ ਕਿ ਹੰਗ ਅਸੈਂਬਲੀ ਹੋਣ ਵਾਲੀ ਹੈ, ਉਸ ਤੋਂ ਬਾਅਦ ਪੋਸਟ ਪੋਲ ਅਲਾਈਅੰਸਿਸ ਦੇਖ ਕੇ ਪਤਾ ਲੱਗੇਗਾ ਕਿ ਅੱਜ ਦੇ ਜਿਹੜੇ ਬਿਆਨ ਨੇ, ਜਿਹੜੇ ਸਾਰੇ ਇੱਕ ਦੂਜੇ ਦੇ ਖਿਲਾਫ ਭੁਗਤ ਰਹੇ ਨੇ, ਉਹਨਾਂ ਚੋਂ ਕਿਹੜੇ 2 ਜਾਂ 3 ਜਾਂ ਉਸ ਤੋਂ ਵੱਧ ਵੀ ਮਿਲ ਕੇ ਪੰਜਾਬ ਦੀ ਸਰਕਾਰ ਇਸ ਨੂੰ ਬਣਾ ਸਕਦੇ ਨੇ। ਇਹੋ ਜਿਹੇ ਡਿਬੇਟਸ ਲਈ ਤੇ ਮੁੱਦਿਆਂ ਦੀ ਡਿਟੇਲ 'ਚ ਡਿਸਕਸ਼ਨ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ੍ਰੀ ਅਕਾਲ।